ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਮੈਂ ਟੀਵੀ ਦੀ ਫਰਸਾਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 14 ਮਈ 2026 31 ਵਿਸਾਖ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਕਮ ਕੈਨੇਡਾ, ਰੋਕੂ, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਫਲੋਰ ਪਾਰਕ ਨਿਊਯਾਰਕ ਤੋਂ ਪ੍ਰੀਤਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰੀਤਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤਾਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਅਲਬਰਟਾ ਸੂਬੇ ਵੱਲੋਂ ਰੈਫਰੈਂਡਮ ਰਾਹੀਂ ਕੈਨੇਡਾ ਤੋਂ ਵੱਖ ਹੋਣ ਦੀ ਪਟੀਸ਼ਨ ਮੁਹਿੰਮ ਚਲਾਈ ਜਾ ਰਹੀ ਸੀ ਔਰ 3 ਲੱਖ ਦੇ ਕਰੀਬ ਲੋਕਾਂ ਨੇ ਇਸ ਤੇ ਸਾਈਨ ਕੀਤੇ ਸਨ ਔਰ ਅਲਬਰਟਾ ਦੀ ਇੱਕ ਜੱਜ ਵੱਲੋਂ ਵੱਖਵਾਦੀ ਦੀ ਮੁਹਿੰਮ ਨੂੰ ਇਸ ਬਿਨਾਂ ਤੇ ਰੱਦ ਕਰ ਦਿੱਤਾ ਗਿਆ ਕਿਉਂਕਿ ਇਸ ਮੁਹਿੰਮ ਲਈ 19ਵੀਂ ਸਦੀ ਵਿੱਚ ਮੂਲ ਨਿਵਾਸੀਆਂ ਨਾਲ ਜੋ ਕੀਤਾ ਗਿਆ ਉਹਨਾਂ ਮੂਲ ਨਿਵਾਸੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਫਲੋਰਲ ਪਾਰਕ ਨਿਊਯਾਰਕ ਤੋਂ ਵੀਰ ਪ੍ਰੀਤਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਇਹੋ ਜਿਹੇ ਵੀਰ ਜਿਹੜੇ ਨੇ ਉਹ ਅਣਮੁੱਲਾ ਸਾਨੂੰ ਗੁਰੂ ਦੇ ਤੋਹਫੇ ਨੇ ਕਿਉਂਕਿ ਜਿਹੜੇ ਕੋਈ ਪਬਲਿਸਿਟੀ ਨਹੀਂ ਚਾਹੁੰਦੇ, ਕੋਈ ਸਾਹਮਣੇ ਨਹੀਂ ਆਉਣਾ ਚਾਹੁੰਦੇ, ਬਹੁਤ ਵਾਰ ਕੋਈ 1 to 1 ਕਮਿਊਨੀਕੇਸ਼ਨ ਵੀ ਜਿਹੜੀ ਆ ਉਹ ਨਹੀਂ ਚਾਹੁੰਦੇ ਹੁੰਦੇ, ਉਹ ਸਿਰਫ ਗੁਪਤ ਰੂਪ ਦੇ ਵਿੱਚ ਹੀ ਸੇਵਾ ਕਰਦੇ ਨੇ। ਅੱਛਾ। ਔਰ ਹਾਲ ਵਿੱਚ ਹੀ ਜਦੋਂ ਐਤਵਾਰ ਫਲਸ਼ਿੰਗ ਗੁਰਦੁਆਰਾ ਸਾਹਿਬ ਸਮਾਗਮ ਸੀ ਤੇ ਵੀਰ ਪ੍ਰੀਤਿੰਦਰ ਸਿੰਘ ਮੈਂ ਉਹਨਾਂ ਦੇ ਚੈੱਕ ਤੋਂ ਹੀ ਉਹਨਾਂ ਦਾ ਨਾਮ ਦੇਖਿਆ, ਉਹਨਾਂ ਨੇ ਚੈੱਕ ਬੁੱਕ ਕੱਢੀ, ਚੈੱਕ ਲਿਖਿਆ ਔਰ ਮੇਰੀ ਜੇਬ 'ਚ ਉਹਨਾਂ ਨੇ ਪਾਇਆ। ਨਾਈਸ। ਸੋ ਇਹ ਹੀ ਸਾਡਾ ਸਰਮਾਇਆ ਔਰ ਜਦੋਂ ਇਸ ਕਿਸਮ ਦੇ ਜੈਸਚਰ ਹੁੰਦੇ ਨੇ ਉਦੋਂ ਸਾਨੂੰ ਹੌਸਲਾ ਵੀ ਮਿਲਦਾ ਹੈ ਕਿ ਜਿਸ ਫੀਲਡ ਨੂੰ ਅਸੀਂ ਚੁਣਿਆ ਨੈਰੇਟਿਵ ਦੇ ਫੀਲਡ ਨੂੰ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜ਼ਮਾਨਾ ਪ੍ਰਿੰਟ ਮੀਡੀਆ ਦਾ ਜ਼ਮਾਨਾ ਸੀ 1990 ਦੇ ਵਿੱਚ ਚੜ੍ਹਦੀ ਕਲਾ ਇੰਟਰਨੈਸ਼ਨਲ ਜਿਸ ਦੀ ਸ਼ੁਰੂਆਤ ਸਰੀ ਤੋਂ ਪਹਿਲਾਂ ਹੋ ਚੁੱਕੀ ਸੀ ਉਸ ਨੂੰ ਲਗਭਗ 24-25 ਸਾਲ ਮੈਂ ਉਹਦੇ ਐਡੀਟੋਰੀਅਲ ਬੋਰਡ ਦੇ ਚੀਫ ਦੇ ਨਾਤੇ ਐਡੀਟੋਰੀਅਲ ਵੀ ਉਹਦਾ ਲਿਖਿਆ, 2 ਕਾਲਮ ਇੱਕ ਇੰਗਲਿਸ਼ ਇੱਕ ਪੰਜਾਬੀ 'ਚ ਖਾਲਿਸਤਾਨ ਕਾਲਿੰਗ ਦੇ ਨਾਂ ਥੱਲੇ ਛਪਦੇ ਰਹੇ ਔਰ ਇਹ ਅਖਬਾਰ ਪ੍ਰਿੰਟ ਦੇ ਵਿੱਚ COVID-20 ਤੱਕ ਰਿਹਾ। ਉਸ ਤੋਂ ਬਾਅਦ ਜਿਹੜਾ ਕਿਉਂਕਿ ਪ੍ਰਿੰਟ ਮੀਡੀਆ ਦਾ ਜਿਹੜਾ ਬਹੁਤ ਬੁਰਾ ਹਾਲ ਹੋਇਆ ਉਹ ਤਾਂ ਹੁਣ ਵੱਡੇ ਵੱਡੇ ਅਮਰੀਕਾ ਦੇ ਅਖਬਾਰ ਵੀ ਇੱਕ ਅੱਧੇ ਨੂੰ ਛੱਡ ਕੇ ਵਾਲ ਸਟਰੀਟ ਜਰਨਲ ਨੂੰ ਸਭ ਘਾਟੇ ਦੇ ਵਿੱਚ ਹੀ ਨੇ, ਉਹਦਾ ਪ੍ਰਿੰਟ ਐਡੀਸ਼ਨ ਬੰਦ ਹੋਇਆ। ਇਸੇ ਪੀਰੀਅਡ 'ਚ ਰੇਡੀਓ ਵੇਵਸ ਰਾਹੀਂ ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਪਿਛਲੇ ਆਲਮੋਸਟ 29 ਸਾਲ ਤੋਂ ਹਰ ਬੁੱਧਵਾਰ ਮੇਰਾ ਜਿਹੜਾ ਇੰਟਰਵਿਊ ਭਾਈ ਸੁਖਦੇਵ ਸਿੰਘ ਗਿੱਲ ਕਰਦੇ ਨੇ
ਔਰ 2012 ਤੱਕ ਪਹੁੰਚਦੇ ਹਾਂ, ਜਿਵੇਂ ਅਸੀਂ ਅਕਸਰ ਰਿਮਾਈਂਡ ਕਰਵਾਉਂਦੇ ਹਾਂ, ਔਰ ਕੁਝ ਚੀਜ਼ਾਂ ਰਿਪੀਟ ਇਸ ਲਈ ਵੀ ਕੀਤੀਆਂ ਜਾਂਦੀਆਂ ਕਿ ਜਿਹੜੇ ਸਾਡੇ ਨਵੇਂ ਵੀਰ ਭੈਣਾਂ ਜੁੜਦੇ ਨੇ ਉਹਨਾਂ ਨੂੰ ਵੀ ਪਤਾ ਹੋਏ ਕਿ ਭਾਈ ਜਿਹੜੀ ਚੀਜ਼ ਦੇ ਉੱਤੇ ਅੱਜ ਆ ਕੇ ਖਲੋਤੇ ਆ ਆਲਮੋਸਟ 14 ਸਾਲ ਬਾਅਦ, ਉਸ ਦੇ ਲਈ ਕਿੰਨੀ ਸਟਰਗਲ ਕਰਨੀ ਪਈ ਹੈ, ਔਰ ਉਹ ਸਟਰਗਲ ਬਰਾਬਰ ਜਾਰੀ ਹੈ। ਔਰ ਅਸੀਂ ਇਹ ਆਸ ਕਰਦੇ ਹਾਂ ਕਿ ਜਿੱਥੇ ਭਾਰਤੀ ਹਕੂਮਤ ਦੇ ਇੰਨੇ ਰਿਸੋਰਸ ਨੇ, ਹੁਣ ਇਹ ਨਹੀਂ ਹੈ ਕਿ ਵੀ ਭਾਰਤ ਦੇ ਵਿੱਚ ਉਹਨਾਂ ਨੇ ਸਾਡਾ ਚੈਨਲ ਹੀ ਬਲੌਕ ਕੀਤਾ ਹੈ, ਈਵਨ ਜਿਹੜੇ ਕੁਝ ਲੋਕਲ YouTube ਵਾਲੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦੀ ਨੀਤੀ ਨੂੰ ਜਾਂ ਗੋਦੀ ਮੀਡੀਆ ਦੀ ਲਾਈਨ ਨੂੰ ਟੋ ਨਹੀਂ ਕਰਦੇ, ਉਹਨਾਂ ਨੂੰ ਵੀ ਬਲੌਕ ਕੀਤਾ। ਪਰ ਉੱਥੇ ਉਹਨਾਂ ਦੇ ਕੋਲ ਚੋਇਸ ਹੈ, ਜਿੱਥੇ ਉਹ ਜਾ ਕੇ ਕੋਰਟ ਦੇ ਵਿੱਚ ਉਹਨੂੰ ਜਿਹੜਾ ਚੈਲੰਜ ਕਰਦੇ ਨੇ, ਔਰ ਬਹੁਤ ਸਾਰੇ ਰੀਸਟੋਰ ਹੋ ਜਾਂਦੇ ਨੇ। ਪਰ ਸਾਡੇ ਮਾਮਲੇ 'ਚ ਤਾਂ ਕਿਉਂਕਿ ਹੱਥ ਵੱਢ ਕੇ YouTube ਜਾਂ Facebook ਜਾਂ Instagram ਜਾਂ ਦੂਸਰਿਆਂ ਨੇ ਇੰਡੀਅਨ ਗਵਰਨਮੈਂਟ ਨੂੰ ਦਿੱਤਾ ਹੋਇਆ ਉਹਨਾਂ ਦਾ ਜਿਹੜਾ IT ਦੇ ਉੱਤੇ ਜਾਂ ਇਸ ਮੀਡੀਆ ਨਾਲ ਰਿਲੇਟਡ ਐਕਟ ਹੈ ਇੰਡੀਆ ਦਾ, ਉਹ ਬਿਲਕੁਲ ਇੰਨੀਆਂ ਕਲੀਨ ਪਾਵਰਸ ਦਿੰਦਾ ਇੰਡੀਅਨ ਗਵਰਨਮੈਂਟ ਨੂੰ ਕਿ ਇਹ ਜਿਹੜਾ YouTube ਦਾ ਜਾਂ ਦੂਸਰਾ ਜਿਨ੍ਹਾਂ ਦੇ ਕੋਲ ਇੱਕ ਵੱਡਾ ਡਾਟਾਬੇਸ ਹੈ ਔਰ ਪੈਸੇ ਉੱਥੋਂ ਬਣਾਉਂਦੇ ਨੇ ਕਿ ਉਹ ਉਹਨੂੰ ਚੈਲੰਜ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਕੋਈ ਉਹਨਾਂ ਦੀ ਦਿਲਚਸਪੀ ਵੀ ਨਹੀਂ ਹੁੰਦੀ ਕਿ ਵੀ ਉਹਨਾਂ ਨੇ ਚੈਲੰਜ ਕਰਨਾ, ਕਿਉਂਕਿ ਇਹ ਸਾਰੇ ਪ੍ਰੋਫਿਟ ਮੇਕਿੰਗ ਮਨੀ ਮੇਕਿੰਗ ਨੇ। ਬਿਲਕੁਲ। ਸੋ ਅਸੀਂ ਇਸ ਦੇ ਬਾਵਜੂਦ ਕਿ ਹੁਣ ਜਿੱਥੇ ਫਾਈਨੈਂਸ਼ੀਅਲੀ ਸਾਡੀ ਟਰੱਕਿੰਗ ਇੰਡਸਟਰੀ ਜਾਂ ਈਵਨ ਟੈਕਸੀ ਇੰਡਸਟਰੀ ਇਹ ਵੀ ਸਾਰੇ ਕ੍ਰਾਈਸਿਸ ਚੋਂ ਗੁਜ਼ਰ ਰਹੇ ਨੇ, ਫਿਰ ਵੀ ਵੀਰ ਪ੍ਰੀਤਿੰਦਰ ਸਿੰਘ ਵਰਗੇ ਗੁਰਸਿੱਖ ਵੀਰਾਂ ਭੈਣਾਂ ਦੀ ਬਦੌਲਤ ਹੀ ਅਸੀਂ ਇਸ ਨੂੰ ਜਾਰੀ ਰੱਖ ਰਹੇ ਹਾਂ। ਔਰ ਅਸੀਂ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਭਾਈ ਸਾਨੂੰ ਬਾਰ-ਬਾਰ ਨਾ ਕਹਿਣਾ ਪਏ, ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇੱਕ ਕਈ ਵਾਰ ਇਹ ਜ਼ਿਲਤ ਵੀ ਮਹਿਸੂਸ ਕਰਵਾ। ਹਾਲਾਂਕਿ ਮੈਂ ਐਪਰੀਸ਼ੀਏਟ ਕਰਦਾ ਹਾਂ ਔਰ ਰੈਕਗਨਾਈਜ਼ ਕਰਦਾ ਹਾਂ ਜੋ ਸੇਵਾ ਕਰਦੇ ਨੇ, ਪਰ ਕਈ ਵਾਰ ਮੈਨੂੰ ਲੱਗਦਾ ਕਿ ਵੀ ਜੇ ਸਾਡਾ ਇਹ ਹਿੱਸਾ ਫ੍ਰੀ ਹੋਏ ਜਾਂ ਇਸ ਪਾਸਿਓਂ ਕੋਈ ਟੈਨਸ਼ਨ ਨਾ ਹੋਏ ਤਾਂ ਜਿਹੜਾ ਟਾਈਮ ਅਸੀਂ ਇਸ ਪਾਸੇ ਵੀ ਲਾਉਂਦੇ ਹਾਂ ਉਹ ਵੀ ਜਿਹੜਾ ਸਾਡਾ ਨੈਰੇਟਿਵ ਬਿਲਡਿੰਗ ਹੈ ਖਾਲਿਸਤਾਨ ਦਾ, ਕੌਮੀ ਘਰ ਦਾ, ਉਸ ਵੱਲ ਅਸੀਂ ਲਾ ਸਕਦੇ ਹਾਂ। ਵੀਰ ਪ੍ਰੀਤਿੰਦਰ ਸਿੰਘ ਜੀ, ਤੁਹਾਡੇ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਸ਼ੁਕਰੀਆ। ਅੱਛਾ, ਜਿਹੜਾ ਟੌਪਿਕ ਸਾਡਾ ਲੀਡ ਟੌਪਿਕ ਹੈ, ਹਾਲਾਂਕਿ ਬਹੁਤ ਸਾਰਿਆਂ ਨੂੰ ਲੱਗੇਗਾ ਕਿ ਵੀ ਇਹਦੇ ਨਾਲ ਸਾਡੇ ਕੌਜ਼ ਦਾ ਕੀ ਕਨੈਕਸ਼ਨ ਜੁੜਦਾ ਹੈ ਜਾਂ ਕਿਵੇਂ। ਹਾਲਾਂਕਿ ਜਦੋਂ ਅਸੀਂ ਕੈਨੇਡਾ ਦੇ ਰੈਫਰੈਂਡਮ ਦਾ ਹਵਾਲਾ ਦਿੰਦੇ ਹਾਂ, ਕਿਉਂਕਿ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਜਿਹੜੀ ਇਸ ਵੇਲੇ ਪਿਛਲੇ ਕੁਝ ਵਰ੍ਹਿਆਂ ਤੋਂ ਬਿਲਟ ਹੁੰਦੀ ਇਸ ਵੇਲੇ ਇੱਕ ਗਲੋਬਲ ਮੂਵਮੈਂਟ ਦਾ ਜਿਹੜਾ ਹੈ ਉਹ ਰੂਪ ਲੈ ਚੁੱਕੀ ਹੈ। ਔਰ ਇਸ ਬਾਰੇ ਕਿਉਂਕਿ ਜਦੋਂ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਹੈ ਉਹ ਆਪਣਾ ਘਰ ਬਣਾਉਣ ਦੀ ਗੱਲ ਹੁੰਦੀ ਹੈ, ਤੇ ਇਸ ਮਾਮਲੇ ਦੇ ਵਿੱਚ ਬੇਸ਼ੱਕ ਜਦੋਂ ਅਸੀਂ ਡਿਸਕ੍ਰਾਈਬ ਕਰਦੇ ਹਾਂ ਕਿ 3 ਕਿਸਮ ਦੇ ਰੈਫਰੈਂਡਮ ਨੇ, ਇੱਕ ਉਹ ਨੇ ਜਿਹੜੇ UN ਦੇ ਆਸਪੀਸ਼ੀਅਸ ਦੇ ਥੱਲੇ ਹੁੰਦੇ ਨੇ, ਜਿਹਦੇ 'ਚ ਕਿ ਜਿਨ੍ਹਾਂ ਦਾ ਝਗੜਾ ਹੈ ਉਹ UN 'ਚ ਉੱਥੇ ਰਹਿ, ਜਿਹੜਾ ਨੇਸ਼ਨ ਹੈ ਜਿਸ ਤੋਂ ਲੋਕ ਵੱਖ ਹੋਣਾ ਚਾਹੁੰਦੇ ਨੇ ਉਹ UN ਦੇ ਵਿੱਚ ਨੇ, ਔਰ UN ਡਿਸਾਈਡ ਕਰਦੀ ਹੈ ਕਿ ਵੀ ਅਸੀਂ ਅਬਜ਼ਰਵਰ ਭੇਜਾਂਗੇ, ਸਾਡੇ ਆਸਪੀਸ਼ੀਅਸ ਦੇ ਥੱਲੇ ਲੋਕ ਡਿਸਾਈਡ ਕਰ ਲੈਣ ਕਿ ਵੀ ਉਹ ਉਸ ਮੁਲਕ 'ਚ ਰਹਿਣਾ ਚਾਹੁੰਦੇ ਨੇ ਜਾਂ ਵੱਖ ਹੋਣਾ ਚਾਹੁੰਦੇ ਨੇ। ਜਿਵੇਂ ਅਸੀਂ ਈਸਟ ਤੈਮੂਰ ਦਾ ਜ਼ਿਕਰ ਕਰਦੇ ਹਾਂ ਕਿ ਇੰਡੋਨੇਸ਼ੀਆ ਦੇ 18,000 ਤੋਂ ਜ਼ਿਆਦਾ ਆਈਲੈਂਡਸ ਦੇ ਵਿੱਚ ਕ੍ਰਿਸਚੀਅਨ ਮੈਜੋਰਟੀ ਜਿਹੜਾ ਈਸਟ ਤੈਮੂਰ ਆਈਲੈਂਡ ਸੀ, ਔਰ ਉਹਨਾਂ ਦੀ ਕਿਉਂਕਿ ਇੰਡੋਨੇਸ਼ੀਆ ਦੁਨੀਆ 'ਚ ਸਭ ਤੋਂ ਜ਼ਿਆਦਾ ਮੁਸਲਿਮ ਪਾਪੂਲੇਸ਼ਨ ਵਾਲਾ ਮੁਲਕ ਹੈ, ਔਰ ਜਿਹੜਾ ਸਾਊਦਰਨ ਬੈਪਟਿਸਟ ਚਰਚ ਅਮਰੀਕਾ 'ਚ ਹੈ ਉਹਦੀ ਵੀ ਬੜੀ ਜ਼ੋਰਦਾਰ ਲੌਬੀ ਸੀ ਈਸਟ ਤੈਮੂਰ ਵਾਲਿਆਂ ਦੀ। ਤੇ ਇਵੈਂਚੁਅਲੀ ਅਰਲੀ 90s ਦੇ ਵਿੱਚ ਈਸਟ ਤੈਮੂਰ ਦੇ ਲੋਕਾਂ ਨੇ ਰੈਫਰੈਂਡਮ ਕੀਤਾ UN ਦੇ ਥੱਲੇ, ਔਰ ਇਵੈਂਚੁਅਲੀ ਉਹ ਇੱਕ ਅੱਡ ਮੁਲਕ ਬਣਿਆ, ਇੰਡੋਨੇਸ਼ੀਆ ਨਾਲੋਂ ਵੱਖ ਹੋਇਆ। ਇਸੇ ਅੰਦਾਜ਼ ਤਰੀਕੇ ਦੇ ਨਾਲ ਅਸੀਂ ਕੁਝ ਅਰਸਾ ਪਹਿਲਾਂ ਸਾਊਥ ਸੁਡਾਨ ਜਿਹੜਾ ਹੈ ਉਹ ਇੱਕ ਅੱਡ ਮੁਲਕ ਦੇ ਤੌਰ ਦੇ ਉੱਤੇ, ਹਾਲਾਂਕਿ ਬਹੁਤ ਸਾਰੀ ਅੱਜ ਵੀ ਉੱਥੇ ਕ੍ਰਾਈਸਿਸ ਔਰ ਦੂਸਰਾ ਤੀਸਰਾ ਚੱਲ ਰਿਹਾ। ਕਈ ਵਾਰੀ ਇਹ ਜ਼ਰੂਰੀ ਵੀ ਨਹੀਂ ਹੁੰਦਾ ਕਿ ਨਵਾਂ ਮੁਲਕ ਬਣਨ ਦੇ ਨਾਲ ਸਾਰੇ ਕਜੀਏ ਕਲੇਸ਼ ਜਿਹੜੇ ਪਹਿਲੇ ਨੇ ਜਾਂ ਜੋ ਚੱਲ ਰਿਹਾ ਉਹ ਬੰਦ ਹੋ ਜਾਏ, ਲੇਕਿਨ ਮੈਂ ਇੱਕ ਪ੍ਰੈਸੀਡੈਂਟ ਦੀ ਗੱਲ ਕਰਦਾ ਕਿ ਸਾਊਥ ਸੁਡਾਨ ਦੇ ਵਿੱਚ ਵੀ ਜਿਹੜਾ ਉਹਦਾ ਅੱਡ ਮੁਲਕ ਦਾ ਬਣਨਾ ਹੈ ਉਹ UN ਦੇ ਥੱਲੇ ਹੋਇਆ। ਦੂਸਰਾ ਕੇਸ ਜਿਹਦੇ 'ਚ ਕਿ ਜਿਸ ਮੁਲਕ ਦੇ ਖਿਲਾਫ ਲੋਕਾਂ ਨੂੰ ਸ਼ਿਕਾਇਤ ਹੈ ਕਿ ਵੀ ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ, ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੇ, ਉਹ ਮੁਲਕ ਹੀ ਕਹੇ ਕਿ ਵੀ ਠੀਕ ਹੈ
ਤੁਸੀਂ ਆਪਸ 'ਚ ਤੁਸੀਂ ਵੋਟਿੰਗ ਕਰ ਲਓ। ਜੇ ਤੁਸੀਂ ਤੁਹਾਡੇ ਸੂਬੇ ਦੇ ਲੋਕ ਅੱਡ ਹੋਣਾ ਚਾਹੁੰਦੇ ਨੇ ਤੇ ਉਸ ਦਾ ਜ਼ਰੀਆ ਪੀਸਫੁਲ ਹੈ, ਜਿਹੜਾ ਹੈ ਜਿਸ ਨੂੰ ਰੈਫਰੈਂਡਮ ਜਾਂ ਇੱਕ ਜ਼ਮਾਨੇ 'ਚ ਲਫ਼ਜ਼ ਪਲੇਬੇਸਾਈਟ ਕਿਹਾ ਜਾਂਦਾ ਸੀ, ਯੂਐਨ ਦੀ ਲੈਂਗੁਏਜ ਇਨੀਸ਼ੀਅਲੀ ਪਲੇਬੇਸਾਈਟ ਸੀ, ਜਿਹਨੂੰ ਪੰਜਾਬੀ ਜਾਂ ਉਰਦੂ ਜਾਂ ਹਿੰਦੀ ਦੇ ਵਿੱਚ ਰਾਏ ਸ਼ੁਮਾਰੀ, ਰਾਏ ਆਮ ਲੋਕਾਂ ਦੀ ਰਾਏ ਕਿਹਾ ਜਾਂਦਾ, ਰਾਏ ਸ਼ੁਮਾਰੀ ਕਿ ਵੀ ਲੋਕਾਂ ਦੀ ਰਾਏ ਪੁੱਛੀ ਜਾਏ। ਕੈਨੇਡਾ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਇਸ ਦਾ ਵਿਧਾਨ ਹੈ ਔਰ ਇਹ ਕੈਨੇਡਾ ਦੇ ਜਿਹੜਾ ਉਸ ਨੂੰ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਬੀਤੇ ਦੇ ਵਿੱਚ 1980 ਦੇ ਵਿੱਚ ਔਰ 1995 ਦੇ ਵਿੱਚ 2 ਵਾਰ ਕਿਊਬੈਕ ਸੂਬਾ, ਕੈਨੇਡਾ ਦੀ ਇੱਕ ਆਪਣੀ ਹਿਸਟਰੀ ਹੈ। ਕੈਨੇਡਾ ਦਾ ਜਿਹੜਾ ਸਭ ਤੋਂ ਵੱਡਾ ਸੂਬਾ ਕਿਊਬੈਕ ਦਾ, ਉਹ ਫ੍ਰੈਂਚ ਮੈਜੋਰਿਟੀ ਹੈ, ਫ੍ਰੈਂਚ ਮੂਲ ਦੇ ਲੋਕ ਨੇ ਔਰ ਫ੍ਰੈਂਚ ਔਰ ਬ੍ਰਿਟਿਸ਼ਰਸ ਦੀ ਬੜੀ ਸਟਰਗਲ ਰਹੀ ਹਿਸਟਰੀ ਦੇ ਵਿੱਚ ਵੀ, ਯੂਰਪ ਦੀਆਂ ਦੇ ਵਿੱਚ ਵੀ, ਲੇਕਿਨ ਵਿਦਨ ਕੈਨੇਡਾ ਔਰ ਅਮਰੀਕਾ ਵੀ। ਔਰ ਇਹੀ ਕਾਰਨ ਜਦੋਂ ਅਸੀਂ ਕਈ ਵਾਰ ਜਦੋਂ ਸਟੈਚੂ ਆਫ ਲਿਬਰਟੀ ਲਈ ਇੱਥੇ ਲੋਕ ਦੇਖਣ ਜਾਂਦੇ ਨੇ ਤੇ ਉਹ ਇਹ ਭੁੱਲ ਜਾਂਦੇ ਨੇ ਕਿ ਵੀ ਇਹ ਫਰਾਂਸ ਦੇ ਲੋਕਾਂ ਨੇ ਅਮਰੀਕਾ ਨੂੰ ਗਿਫਟ ਕੀਤਾ ਸੀ, ਕਿਉਂਕਿ ਫਰਾਂਸ ਇਸ ਗੱਲ ਨੂੰ ਸਪੋਰਟ ਕਰਦਾ ਸੀ ਕਿ ਅਮਰੀਕਾ ਦੀਆਂ 13 ਕਾਲੋਨੀਜ਼ ਨੇ ਜਦੋਂ ਬ੍ਰਿਟਿਸ਼ਰਸ ਦੇ ਖਿਲਾਫ ਰਿਬੈਲੀਅਨ ਦੀ ਆਵਾਜ਼ ਚੁੱਕੀ, ਲੜੇ ਔਰ ਫ੍ਰੈਂਚ ਨੇ ਜਿਹੜਾ ਨਾ ਸਿਰਫ ਮਦਦ ਕੀਤੀ ਹਰ ਪੱਖ ਨਾਲ, ਇੱਕ ਫ੍ਰੈਂਚ ਜਿਹੜਾ ਬੰਦਾ ਹੈ ਬੜਾ ਪ੍ਰੋਮੀਨੈਂਟ ਜਿਹਦੇ ਨਾਂ ਦੇ ਉੱਤੇ ਅੱਜ ਵੀ ਜਿਹੜਾ ਸਾਡਾ ਵਾਈਟ ਹਾਊਸ ਹੈ DC 'ਚ, ਉਹਦੇ ਸਾਹਮਣੇ ਜਿਹੜਾ ਪਾਰਕ ਹੈ ਉਹਦਾ ਨਾਮ ਲਫੈਤ ਪਾਰਕ ਹੈ। ਸੋ ਇਹ ਮਿਸਟਰ ਲਫੈਤ ਫ੍ਰੈਂਚ ਓਰੀਜਨ ਦਾ ਸੀ, ਇਹ ਲੜਿਆ ਵੀ ਅਮਰੀਕਾ ਦੇ ਲਈ ਔਰ ਬਾਅਦ ਦੇ ਵਿੱਚ ਇਨ ਪਾਰਟਸ ਜਿਹੜਾ ਸਟੈਚੂ ਆਫ ਲਿਬਰਟੀ ਫਰਾਂਸ ਦੇ ਲੋਕਾਂ ਨੇ ਗਿਫਟ ਕੀਤਾ। ਸੋ ਕਿਉਂਕਿ ਬ੍ਰਿਟਿਸ਼ਰਸ ਦੇ ਖਿਲਾਫ ਸੀ ਔਰ ਅਮਰੀਕਾ ਨੇ ਫਰੀडम ਤਾਂ ਕਿਸੇ ਹੋਰ ਤੋਂ ਨਹੀਂ, ਬ੍ਰਿਟਿਸ਼ਰਸ ਤੋਂ ਹੀ ਲਈ ਸੀ। ਸੋ ਇਸੇ ਜਿਹੜਾ ਈਵਨ ਕੈਨੇਡਾ ਦੇ ਵਿੱਚ ਵੀ ਕਿਹਦੀ ਡੋਮੀਨੈਂਸ ਹੋਏ, ਬ੍ਰਿਟਿਸ਼ ਮੂਲ ਦੇ ਲੋਕ ਔਰ ਫ੍ਰੈਂਚ, ਕਾਫੀ ਦੇਰ ਇਹਨਾਂ ਦੇ ਲੜਾਈਆਂ ਟਕਰਾਅ ਔਰ ਦੂਜੇ ਤੀਜੇ ਰਿਹਾ। ਇਵੈਂਚੁਅਲੀ ਬ੍ਰਿਟਿਸ਼ ਕੈਨੇਡਾ ਬਣਿਆ, ਬ੍ਰਿਟਿਸ਼ ਕਾਲੋਨੀ ਬਣਿਆ, ਲੇਕਿਨ ਕਿਊਬੈਕ ਦੇ ਲੋਕ ਜਿਹੜੇ ਨੇ ਉਹਨਾਂ ਨੇ 2 ਵਾਰ ਇਸ ਦੇ ਉੱਤੇ ਰੈਫਰੈਂਡਮ ਕੀਤਾ, 1980 'ਚ ਵੀ ਕਿ 1995 'ਚ ਵੀ। ਇਹ ਵੱਖਰੀ ਕਹਾਣੀ ਹੈ ਕਿ ਕੁਝ ਪਰਸੈਂਟ 2 ਜਾਂ 3% ਦੇ ਨਾਲ ਮੈਜੋਰਿਟੀ ਨੇ ਕੈਨੇਡਾ ਦੇ ਨਾਲ ਰਹਿਣ ਦਾ ਹੀ ਫੈਸਲਾ ਕੀਤਾ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਈ ਉਹ ਦੁਬਾਰਾ ਨਹੀਂ ਕਰ ਸਕਦੇ ਰੈਫਰੈਂਡਮ। ਔਰ ਅੱਜ ਵੀ ਕੈਨੇਡਾ ਦੀ ਪ੍ਰੋਮੀਨੈਂਟ ਆਪੋਜੀਸ਼ਨ ਪਾਰਟੀਆਂ, ਜਦੋਂ ਅਸੀਂ ਬਹੁਤ ਵਾਰੀ ਕੰਜ਼ਰਵੇਟਿਵ ਜਾਂ ਲਿਬਰਲ ਜਾਂ NDP ਦਾ ਜ਼ਿਕਰ ਕਰਦੇ ਹਾਂ, ਇੱਕ ਪਾਵਰਫੁਲ ਪਾਰਟੀ ਜਿਹੜੀ ਹੈ ਜਿਹਨੂੰ ਬਲੌਕ ਕਿਊਬੈਕੋਇਸ ਕਹਿੰਦੇ ਨੇ, ਕਿਊਬੈਕ ਦੇ ਹੈ ਉਹਨਾਂ ਦੀ ਬਲੌਕ ਕਿਊਬੈਕੋਇਸ, ਜਿਨ੍ਹਾਂ ਦਾ ਏਜੰਡਾ ਸੈਪਰੇਟਿਸਟ ਹੈ, ਜਿਹੜੇ ਅੱਡ ਹੋਣਾ ਚਾਹੁੰਦੇ ਨੇ। ਔਰ ਜਦੋਂ ਵੀ ਉਹਨਾਂ ਨੂੰ ਲੱਗਾ ਵੀ ਫਿਊਚਰ ਦੇ ਵਿੱਚ ਅਗੇਨ ਕੋਈ ਜਿਹੜੀ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਹਵਾ ਬਣ ਰਹੀ ਹੈ, ਉਹ ਫਿਰ ਉਹਨੂੰ ਫੋਰਸ ਕਰਨੀ। ਪਰ ਪਿਛਲੇ ਪੀਰੀਅਡ ਦੇ ਵਿੱਚ ਔਰ ਇਹ ਇੱਕ ਪ੍ਰੈਸੀਡੈਂਟ ਰਿਹਾ ਜਿਹਨੂੰ ਅਸੀਂ ਅਕਸਰ ਕੋਟ ਕਰਦੇ ਹਾਂ, ਔਰ ਫਿਰ ਇਸੇ ਲਾਈਨ ਦੇ ਉੱਤੇ ਈਵਨ ਬ੍ਰਿਟਨ ਨੇ ਵੀ ਆਪਣੇ ਸਕਾਟਲੈਂਡ ਸੂਬੇ ਦੇ ਵਿੱਚ 2016-17 ਦੇ ਉਸ ਪੀਰੀਅਡ ਦੇ ਵਿੱਚ, ਉਹ ਸਕਾਟਲੈਂਡ ਜਿਹੜਾ 400-500 ਸਾਲ ਤੋਂ ਬ੍ਰਿਟਨ ਦਾ ਹਿੱਸਾ ਹੈ, ਉਹਦੇ 'ਚ ਸਕਾਟਿਸ਼ ਲੋਕਾਂ ਨੇ ਵੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣਾਈ। ਬਰੇਵ ਹਾਰਟ ਫਿਲਮ ਨੇ ਕਾਫੀ ਕੁਝ ਬਦਲਿਆ। ਉਹਨਾਂ ਦੀ ਫਸਟ ਮਿਨਿਸਟਰ ਔਰ ਉਹਨਾਂ ਦੇ ਸਕਾਟਿਸ਼ ਮੂਲ ਦੇ ਲੋਕਾਂ ਨੇ ਕਿਹਾ ਵੀ ਅਸੀਂ ਨਹੀਂ ਰਹਿਣਾ ਬ੍ਰਿਟਨ ਦੇ ਨਾਲ, ਔਰ ਉਸ ਦੇ ਉੱਤੇ ਸ਼ਾਇਦ ਡੇਵਿਡ ਕੈਮਰੋਨ ਦੇ ਵੇਲੇ ਜਿਹੜਾ ਹੈ ਉਹ ਰੈਫਰੈਂਡਮ ਹੋਇਆ। ਹਾਲਾਂ ਮੈਜੋਰਿਟੀ ਨੇ ਇਹੀ ਫੈਸਲਾ ਕੀਤਾ ਕਿ ਵੀ ਅਸੀਂ ਨਾਲ ਰਹਿਣਾ, ਲੇਕਿਨ ਉਹ ਪਾਰਟੀ ਅੱਜ ਵੀ ਉੱਤੇ ਐਗਜ਼ਿਸਟ ਕਰਦੀ ਹੈ। ਸੋ ਉਸ ਲਾਈਨ ਦੇ ਉੱਤੇ ਇਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਦਾ ਹੱਕ, ਸਵੈ ਨਿਰਣੇ ਦਾ ਹੱਕ, ਜਿਹਨੂੰ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ, ਉਹ ਦੇਣ ਦੀ ਗੱਲ ਹੈ। ਹੁਣ ਇਹ ਨਹੀਂ ਸੀ ਕਿ ਵੀ ਜੇ ਕਿਊਬੈਕ ਦੇ ਲੋਕਾਂ ਨੇ 1980 ਜਾਂ 1995 'ਚ ਮੰਗ ਕੀਤੀ ਤੇ ਟੈਂਕਾਂ ਤੋਪਾਂ ਦੇ ਨਾਲ ਆ ਕੇ ਉਹਨਾਂ ਦੇ ਜਿਹੜੇ ਨੇ ਫ੍ਰੈਂਚ ਚਰਚ ਢਾਹ ਦਿੱਤੇ ਗਏ ਜਾਂ ਫ੍ਰੈਂਚ ਲੋਕਾਂ ਨੂੰ ਫੜ ਕੇ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਹੁਣ ਇਸ ਦੌਰ ਦੇ ਚੱਲਦਿਆਂ ਹੀ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਗੱਲ ਕੀਤੀ, ਨਾਲ ਦੀ ਨਾਲ ਜਿਹੜਾ ਉਹ ਐਲਬਰਟਾ ਸੂਬਾ ਜਿਹੜਾ ਜਿਹਦਾ ਬਾਰਡਰ ਅਮਰੀਕਾ ਦੇ ਨਾਲ ਵੀ ਲੱਗਦਾ ਹੈ ਔਰ ਕਾਫੀ ਰਿਚ ਹੈ ਇਨ ਆਇਲ ਔਰ ਜਿਹੜੇ ਨੈਚੁਰਲ ਰਿਸੋਰਸਿਸ, ਔਰ ਜਿਵੇਂ ਅਸੀਂ ਪੰਜਾਬ 'ਚ ਮਹਿਸੂਸ ਕਰਦੇ ਹਾਂ ਕਿ ਭਾਈ ਜਿਹੜੀ ਸਾਡੀ ਤਰੱਕੀ ਹੈ ਜਾਂ ਸਾਊਥ ਦੀਆਂ ਸਟੇਟਾਂ ਮਹਿਸੂਸ ਕਰਦੀਆਂ ਨੇ, ਤਮਿਲਨਾਡੂ, ਤੇਲਗੂ, ਕਰਨਾਟਕਾ, ਆਂਧਰਾ, ਕੇਰਲਾ, ਕਿ ਸਾਡੇ
ਜਿਹੜੇ ਰਿਸੋਰਸ ਨੇ ਉਹ ਨਾਰਥ ਦੀਆਂ ਹਿੰਦੂ ਜਾਂ ਹਿੰਦੀ ਸਪੀਕਿੰਗ ਸਟੇਟਾਂ ਲੈ ਜਾਂਦੀਆਂ ਨੇ। ਅਸੀਂ ਫੈਮਿਲੀ ਕੰਟਰੋਲ ਵੀ ਕੀਤਾ ਹੈ, ਅਸੀਂ ਪ੍ਰੋਸਪੈਰਿਟੀ ਵੀ ਦਿੰਦੇ ਹਾਂ, ਔਰ ਸਾਨੂੰ ਰਿਟਰਨ ਦੇ ਵਿੱਚ ਕੁਝ ਨਹੀਂ ਮਿਲਦਾ ਜੀ। ਔਰ ਇਸ ਲਈ ਸਾਊਥ ਇੰਡੀਆ ਦੇ ਲੋਕ ਆਪਣਾ ਅੱਡ ਇਕਨੋਮਿਕ ਜ਼ੋਨ ਬਣਾਉਣ ਦੀ ਮੰਗ ਕਰਦੇ ਨੇ। ਪੰਜਾਬ 'ਚ ਤਾਂ ਸਿੱਖਾਂ ਨੂੰ ਇਹ ਗੱਲ ਸਪਸ਼ਟ ਹੈ ਕਿ ਪਿਛਲੇ 80 ਸਾਲਾਂ ਤੋਂ ਸਾਰਾ ਪੰਜਾਬ ਇੱਕ ਕਾਲੋਨੀ ਹੈ ਦਿੱਲੀ ਦੀ, ਉਹ ਲੁੱਟ ਰਹੇ ਨੇ, ਸਾਡਾ ਪਾਣੀ ਵੀ ਲੁੱਟ ਰਹੇ ਨੇ, ਰਿਸੋਰਸ ਵੀ ਲੁੱਟ ਰਹੇ ਨੇ, ਔਰ ਸਾਡੇ ਸਾਧਨਾਂ ਨੂੰ ਖੋਹ ਕੇ ਜਿਹੜਾ ਉਹ ਸਾਨੂੰ ਘਸਿਆਰੇ ਬਣਾ ਰਹੇ ਨੇ। ਸੋ ਐਲਬਰਟਾ ਦੇ ਵਿੱਚ ਵੀ ਇਹ ਫੀਲਿੰਗ, ਔਰ ਖਾਸ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਇਹ ਕੈਂਪੇਨ ਚੱਲਿਆ, ਫੀਲਿੰਗ ਤਾਂ ਉਸ ਤੋਂ ਪਹਿਲਾਂ ਵੀ ਐਲਬਰਟਾ 'ਚ ਰਹੀ ਹੈ। ਥੋੜੇ ਬਹੁਤ ਕਲਚਰਲ ਡਿਫਰੈਂਸ ਵੀ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਈਸਟ ਦੇ ਨੇ ਓਨਟਾਰੀਓ ਜਾਂ ਕਿਊਬੈਕ ਜਾਂ ਦੂਜੇ, ਉਹ ਜ਼ਿਆਦਾ ਪ੍ਰਿਵਿਲੇਜ ਲੈ ਜਾਂਦੇ ਨੇ, ਔਰ ਜਿਹੜਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਰਾਹੀਂ ਯੋਗਦਾਨ ਪਾਉਂਦੇ, ਉਹ ਸਾਨੂੰ ਉਹਦੀ ਰਿਟਰਨ ਨਹੀਂ ਮਿਲਦੀ। ਸੋ ਕੈਨੇਡਾ ਦੇ ਵਿੱਚ ਜਿਹੜੀ ਇਸ ਵੇਲੇ ਹਕੂਮਤ ਹੈ, ਜਿਨ੍ਹਾਂ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ, ਇਹਨਾਂ ਦੀ ਸਪੋਰਟ ਦੇ ਨਾਲ ਹੀ ਇੱਕ ਗਰੁੱਪ ਜਿਹੜਾ ਐਲਬਰਟਾ ਦੇ ਵਿੱਚ ਖੜਾ ਹੋਇਆ, ਜਿਸ ਦਾ ਸਟੇ ਫ੍ਰੀ ਐਲਬਰਟਾ ਗਰੁੱਪ ਇਹਦਾ ਨਾਂ ਹੈ। ਔਰ ਉਹਨਾਂ ਦੇ ਸੰਵਿਧਾਨ ਦੇ ਵਿੱਚ ਇਹ ਹੈ ਕਿ ਵੀ ਜੇ ਇੰਨੇ ਦਸਤਖਤ ਵਾਲੀ ਕੋਈ ਪਟੀਸ਼ਨ ਆਏ ਜਿਹੜੇ ਕਹਿਣ ਕਿ ਅਸੀਂ ਅੱਡ ਹੋਣਾ ਚਾਹੁੰਦੇ ਹਾਂ, ਤੇ ਰੈਫਰੈਂਡਮ ਹੋਣਾ ਜਾਂ ਰੈਫਰੈਂਡਮ ਕਰਵਾਉਣਾ ਲਾਜ਼ਮੀ ਹੈ। ਸੋ ਇਹ ਜਿਹੜਾ ਸਟੇ ਫ੍ਰੀ ਐਲਬਰਟਾ ਗਰੁੱਪ ਨੇ ਲਗਭਗ 3 ਲੱਖ ਲੋਕਾਂ ਤੋਂ ਦਸਤਖਤ ਕਰਵਾਏ ਐਲਬਰਟਾ ਦੇ ਵਿੱਚ ਕਿ ਐਲਬਰਟਾ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ ਕਿ ਐਲਬਰਟਾ ਕੈਨੇਡਾ ਦੇ ਨਾਲ ਨਹੀਂ ਰਹਿਣਾ ਚਾਹੁੰਦਾ। ਸੋ ਜ਼ਾਹਰ ਹੈ ਵੀ ਪਟੀਸ਼ਨ ਜਦੋਂ ਸਬਮਿਟ ਹੋਈ, ਜਿਹੜੀ ਐਲਬਰਟਾ ਦੀ ਗਵਰਨਮੈਂਟ ਹੈ ਉਹ ਇਸ ਗਰੁੱਪ ਨੂੰ ਸਪੋਰਟ ਕਰ ਰਹੀ ਹੈ। ਇਸ ਨੂੰ ਅਦਾਲਤ ਦੇ ਵਿੱਚ ਚੈਲੰਜ ਕੀਤਾ। ਚੈਲੰਜ ਕਿਹਨਾਂ ਨੇ ਕੀਤਾ? ਹੁਣ ਜਦੋਂ ਤੁਸੀਂ ਕੈਨੇਡਾ ਦੀ ਵੀ ਹਿਸਟਰੀ ਦੇਖੋਗੇ, ਅਮਰੀਕਾ ਦੀ ਹਿਸਟਰੀ ਵਾਂਗ, ਕਿ ਕੈਨੇਡਾ ਜਾਂ ਅਮਰੀਕਾ ਜਿਹੜੇ ਆਏ ਸਾਰੇ, ਇਹ ਤਾਂ ਬਾਹਰੋਂ ਹੀ ਆਏ, ਕੋਈ ਯੂਰਪ ਚੋਂ ਆ ਗਿਆ, ਕੋਈ ਕਿਤੋਂ ਆ ਗਿਆ। ਜਿਹੜੇ ਇਹਨਾਂ ਦੇ ਮੂਲ ਨਿਵਾਸੀ ਨੇ, ਨੇਟਿਵ ਕੈਨੇਡੀਅਨਸ ਜਿਹਨਾਂ ਜਾਂ ਨੇਟਿਵ ਅਮਰੀਕਨ ਜਿਹਨਾਂ ਨੂੰ ਰੈੱਡ ਇੰਡੀਅਨ ਕੋਲੰਬਸ ਨੇ ਕਿਹਾ ਸੀ, ਉਹਨਾਂ ਦਾ ਤਾਂ ਭਾਰੀ ਕਤਲੇਆਮ, ਜੈਨੋਸਾਈਡ, ਉਹਨਾਂ ਦੀਆਂ ਜ਼ਮੀਨਾਂ ਖੋਹਣਾ, ਉਹਨਾਂ ਦੇ ਨਾਲ ਸੰਧੀਆਂ ਕਰਨਾ। ਅਮਰੀਕਾ ਦੀ ਤਾਂ ਹਿਸਟਰੀ ਬੜੀ ਇਸ ਮਾਮਲੇ 'ਚ ਕਰੂਅਲ ਹੈ ਕਿ ਉਹਨਾਂ ਦੇ ਨਾਲ ਸੰਧੀਆਂ ਕਰ ਲੈਂਦੇ ਸੀ ਕਿ ਅੱਛਾ ਚਲੋ ਇਹ ਇਲਾਕਾ ਤੁਹਾਡਾ, ਪਰ ਜਦੋਂ ਹੀ ਉੱਥੋਂ ਕੋਈ ਰਿਸੋਰਸ ਨਿਕਲ ਆਉਂਦਾ ਸੀ, ਕੋਈ ਸੋਨਾ ਚਾਂਦੀ ਨਿਕਲ ਆਉਂਦਾ ਸੀ, ਉਹਨਾਂ ਨੂੰ ਫਿਰ ਭਜਾ ਦਿੰਦੇ ਸੀ। ਅੱਜ ਅਮਰੀਕਾ 'ਚ 1 ਮਿਲੀਅਨ ਤੋਂ ਵੀ ਘੱਟ ਆਬਾਦੀ ਹੈ ਨੇਟਿਵ ਅਮਰੀਕਨਸ ਦੀ, ਔਰ ਜਦੋਂ ਸ਼ੁਰੂ ਦੇ ਵਿੱਚ ਇੱਥੇ ਕੋਲੰਬਸ ਆਇਆ ਜਾਂ ਦੂਜਾ, ਉਦੋਂ 160 ਮਿਲੀਅਨ ਦੇ ਕਰੀਬ ਮੈਂ ਕਿਤੇ ਫਿਗਰ ਦੇਖੀ ਹੈ। ਹਾਲਾਂਕਿ ਉਹ ਵੀ ਅੱਡ-ਅੱਡ ਕਬੀਲੇ ਸੀ, ਔਰ ਉਹਨਾਂ ਨੂੰ ਜਿਹੜਾ ਉਹ ਨੇਸ਼ਨਸ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਂਦਾ, ਜਿਵੇਂ ਇੱਥੇ ਨੇਟਿਵ ਅਮਰੀਕਨ ਕਿਹਾ ਜਾਂਦਾ। ਹੁਣ ਇਸ ਕਿਸਮ ਦੇ ਐਲਬਰਟਾ ਦੇ ਵਿੱਚ 4 ਮੁੱਖ ਟ੍ਰਾਈਬਲ ਜਿਹੜੇ ਨੇਟਿਵ ਕੈਨੇਡੀਅਨ ਜਾਂ ਜਿਹੜੇ ਆਪਣੇ ਆਪ ਨੂੰ ਫਸਟ ਨੇਸ਼ਨ ਕਹਿੰਦੇ ਨੇ, ਉਹ ਹੁਣ ਵੀ ਮੌਜੂਦ ਨੇ। ਉਹਨਾਂ ਦੇ ਵਿੱਚ ਅਰਥਬੈਸਕਾ, ਚਿਪੇਵੀਅਨ ਫਸਟ ਨੇਸ਼ਨ ਹੈ, ਬਲੱਡ ਟ੍ਰਾਈਬ ਹੈ, ਪਿਲਕਾਨੀ ਨੇਸ਼ਨ ਹੈ ਤੇ ਸਿਕਸਿਲਾ ਨੇਸ਼ਨ ਹੈ। ਹੁਣ ਇਹਨਾਂ ਨੇ ਕੋਰਟ ਦੇ ਵਿੱਚ ਜਿਹੜਾ ਉਹ ਪਟੀਸ਼ਨ ਕੀਤੀ ਇਸ ਰੈਫਰੈਂਡਮ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਵੀ ਸਾਡੇ ਨਾਲ ਕਰਾਊਨ ਨੇ, ਜ਼ਾਹਰ ਹੈ ਬ੍ਰਿਟਿਸ਼ ਕਰਾਊਨ ਨੇ, ਸਾਡੇ ਬਜ਼ੁਰਗਾਂ ਦੇ ਨਾਲ 19ਵੀਂ ਸਦੀ ਦੇ ਵਿੱਚ ਟੀਟੀਜ਼ ਕੀਤੀਆਂ ਸੀ, ਸੰਧੀਆਂ ਕੀਤੀਆਂ ਸੀ, ਜਿਹੜੀਆਂ ਸੰਧੀਆਂ ਦੇ ਥੱਲੇ ਅਸੀਂ, ਸਾਡੇ ਇਹ ਇੱਥੇ ਹਕੂਕ ਨੇ ਜਿਨ੍ਹਾਂ ਨੂੰ ਕੈਨੇਡੀਅਨ ਕਨਸਟੀਟਿਊਸ਼ਨ ਨੇ ਵੀ ਮੰਨਿਆ ਹੋਇਆ। ਔਰ ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਵੀ ਸਾਡੀ ਮਰਜ਼ੀ ਤੋਂ ਬਿਨਾਂ, ਸਾਡੇ ਨਾਲ ਸਲਾਹ ਕੀਤੇ ਬਿਨਾਂ ਜਿਹੜਾ ਕੋਈ ਇਸ ਕਿਸਮ ਦਾ ਰੈਫਰੈਂਡਮ ਜਿਹੜਾ ਹੈ ਐਲਬਰਟਾ ਅੱਡ ਹੋਏ ਔਰ ਇੰਟਰਨੈਸ਼ਨਲ ਬਾਰਡਰ ਬਣ ਜਾਏ ਇੱਥੇ। ਉਹਨੂੰ ਕਿਹਾ ਅਸੀਂ ਤਾਂ 7000 ਸਾਲ ਤੋਂ ਇੱਥੇ ਰਹਿ ਰਹੇ ਔਰ ਇਹ ਸਾਡੀ ਜ਼ਮੀਨ ਹੈ, ਔਰ ਇਹਦੇ 'ਚ ਕੋਈ ਹੋਰ ਆ ਕੇ ਔਰ ਤੁਸੀਂ ਇਹਨਾਂ ਟ੍ਰੀਟੀਜ਼ ਨੂੰ ਵਾਇਲੇਟ ਕਰ ਰਿਹਾ ਹੈ ਇਹ ਗਰੁੱਪ। ਹੁਣ ਜਿਸ ਜੱਜ ਨੇ ਫੈਸਲਾ ਸੁਣਾਇਆ, ਐਲਬਰਟਾ ਦੀ ਜਸਟਿਸ ਸ਼ਾਬੀਆ ਲਿਓਨਰਡ, 37 ਪੇਜ ਦਾ ਇਹ ਫੈਸਲਾ ਹੈ। ਉਹਨਾਂ ਨੇ ਜਿਹੜੇ ਫਸਟ ਨੇਸ਼ਨ ਨੇ 4, ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ। ਉਹਨਾਂ ਨੇ ਕਿਹਾ ਕਿ ਭਾਈ ਨਹੀਂ, ਇਹ ਕਿਉਂਕਿ ਇਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ, ਇਸ ਲਈ ਜਿਹੜਾ ਭਾਵੇਂ 3 ਲੱਖ, ਉਹਨੇ ਕਿਹਾ ਵੀ ਅਜੇ ਅਸੀਂ ਇਵਨ ਇਹ ਵੈਰੀਫਾਈ ਵੀ ਨਹੀਂ ਕੀਤਾ ਹੈ ਵੀ ਜਿਹੜੇ 3 ਲੱਖ ਦਸਤਖਤਾਂ ਵਾਲੀ ਪਟੀਸ਼ਨ ਹੈ ਉਹ ਦਸਤਖਤ ਕਿੰਨੇ ਕੁ ਜੈਨੂਨ ਨੇ। ਹੁੰਦਾ ਤਾਂ ਕਈ ਵਾਰੀ ਇਹ ਹੈ ਨਾ, ਤੁਸੀਂ ਨਾਂ ਭਰੀ ਜਾਂਦੇ ਹੋ, ਪਰ ਉਹਨਾਂ ਨੇ ਕਿਹਾ ਵੀ ਮੁੱਢਲੇ ਤੌਰ ਦੇ ਉੱਤੇ ਜਿਹੜੀ 4 ਨੇਸ਼ਨਸ ਨੇ
ਇਹ ਕਿਹਾ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੇ ਨਾਲ ਕੰਸਲਟ ਨਹੀਂ ਕੀਤਾ ਗਿਆ ਔਰ ਜੱਜ ਨੇ ਕਿਹਾ ਐਜ਼ ਅ ਮੈਟਰ ਆਫ ਲੌਜਿਕ ਐਂਡ ਕਾਮਨ ਸੈਂਸ ਦੇਅਰ ਕੈਨ ਬੀ ਨੋ ਡਾਊਟ that Alberta's secession from Canada will have an impact on two treaties signed in 19th century with First Nations people and the Crown. ਕਿ 19ਵੀਂ ਸਦੀ ਦੇ ਵਿੱਚ ਇਹਨਾਂ ਫਸਟ ਨੇਸ਼ਨਸ ਦੇ ਨਾਲ ਜਿਹੜੀ ਕਰਾਊਨ ਨੇ ਸਾਈਨ ਕੀਤੇ ਗਈਆਂ ਦੋ ਸੰਧੀਆਂ ਟ੍ਰੀਟੀਜ਼ ਜੀ ਉਹ ਪ੍ਰਭਾਵਿਤ ਹੋਣਗੀਆਂ ਔਰ ਇਸ ਲਈ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਹੈ ਅਸੀਂ ਇਸ ਸਾਰੇ ਨੂੰ ਜਿਹੜਾ ਅਲਾਉ ਨਹੀਂ ਕਰਦੇ। ਹਾਲਾਂ ਜਿਹੜੀ ਸਿਟਿੰਗ ਗਵਰਨਮੈਂਟ ਹੈ ਉਹ ਰੈਫਰੈਂਡਮ ਚਾਹੁੰਦੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਇਸ ਫੈਸਲੇ ਨੂੰ ਅਪੀਲ ਕਰਾਂਗੇ ਔਰ ਇਹ ਜਿਹੜੀ ਹੈ ਸਾਨੂੰ ਹੱਕ ਹੈ ਕਿ ਅਸੀਂ ਇਸ ਨੂੰ ਰੈਫਰੈਂਡਮ ਨੂੰ ਕਰਵਾਈਏ ਔਰ ਇਹ ਜਿਹੜਾ ਲੇਕਿਨ ਕਿਉਂਕਿ ਕੈਨੇਡੀਅਨ ਲਾਅ ਦੇ ਵਿੱਚ ਇੰਡੀਜਨਸ ਪੀਪਲ ਨੂੰ ਜਿਹੜੇ ਨੇ ਉਹ ਕਾਫੀ ਰਾਈਟ ਦਿੱਤੇ ਹੋਏ ਨੇ। ਹੁਣ ਮੈਂ ਜਦੋਂ ਇਸ ਖਬਰ ਨੂੰ ਦੇਖਿਆ, ਹਾਲਾਂ ਇਸ ਨਾਲ ਕੋਈ ਸਾਡਾ ਸਿੱਧਾ ਸਬੰਧ ਤਾਂ ਨਹੀਂ ਜੁੜਦਾ ਜਾ ਕੇ ਕਿ ਭਾਈ ਜੇ ਉਹਨਾਂ ਨੂੰ ਅਲਾਉ ਨਹੀਂ ਕੀਤਾ, ਲੇਕਿਨ ਮੈਂ ਇਹ ਦੇਖਿਆ ਵੀ ਜੇ ਸੱਚਮੁੱਚ ਟ੍ਰੀਟੀ ਜਾਂ ਸੰਧੀ, ਵੈਸੇ ਤਾਂ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਟ੍ਰੀਟੀਜ਼ ਆਰ ਮੇਡ ਟੂ ਬੀ ਬ੍ਰੋਕਨ ਜਾਂ ਟੂ ਬੀ ਨਾਟ ਟੂ ਟਰਸਟ, ਕਿ ਵੀ ਸੰਧੀਆਂ ਕੀਤੀਆਂ ਇਸ ਲਈ ਜਾਂਦੀਆਂ ਨੇ ਕਿ ਉਹਨਾਂ ਨੂੰ ਤੋੜਨਾ ਹੁੰਦਾ। ਹੁਣ ਅਸੀਂ ਇਹ ਜੇ ਦੇਖੀਏ ਕਿ ਵੀ ਔਰ ਇਹ ਕ੍ਰੈਡਿਟ 'ਚ ਜਾਂਦਾ ਹੈ ਕਿ ਵੀ ਭਾਵੇਂ ਉਹ ਛੋਟੇ ਛੋਟੇ ਟਰਾਈਬ ਹੋਣਗੇ ਉਹਨਾਂ ਦਾ ਹਕੂਮਤ ਦੇ ਵਿੱਚ ਕੋਈ ਪ੍ਰਭਾਵ ਨਹੀਂ ਹੋਏਗਾ, ਪਰ ਇੱਕ ਜੱਜ ਨੇ ਇਸ ਗੱਲ ਨੂੰ ਐਕਨੋਲੇਜ ਕੀਤਾ ਕਿ ਵੀ ਜਿਹੜਾ ਤੁਹਾਡਾ ਵਰਡ ਹੈ, ਵਰਡ ਆਫ ਮਾਊਥ, ਜਿਹਨੂੰ ਤੁਸੀਂ ਪੇਪਰ ਦੇ ਉੱਤੇ ਉਤਾਰਿਆ ਹੈ, ਇਹਨਾਂ ਦੇ ਬਜ਼ੁਰਗਾਂ ਨਾਲ ਤੁਸੀਂ 200 ਸਾਲ ਪਹਿਲਾਂ ਜਾਂ 150 ਸਾਲ ਪਹਿਲਾਂ 19th ਸੈਂਚੁਰੀ ਟੁਵਰਡਸ ਦਾ ਐਂਡ ਵੀ ਹੋ ਸਕਦਾ, 19th ਸੈਂਚੁਰੀ ਦਾ ਮਤਲਬ ਹੈ 80s ਦੇ ਵਿੱਚ 1880 1890, ਸੋ ਹੁਣ ਅਸੀਂ 21ਵੀਂ ਸਦੀ ਦੇ ਵਿੱਚ ਹੈ ਕਿ ਭਾਈ ਤੁਹਾਡਾ ਜੋ ਤੁਹਾਡੇ ਕਰਾਊਨ ਨੇ, ਤੁਹਾਡੇ ਕਿੰਗ ਨੇ ਜੋ ਇਕਰਾਰ ਕੀਤੇ ਸੀ 2 ਸਦੀਆਂ ਜਾਂ 1.5 ਸਦੀ ਪਹਿਲਾਂ, ਉਸ ਦੇ ਉੱਤੇ ਪਹਿਰਾ ਦੇਣਾ ਬਣਦਾ। ਬਿਲਕੁਲ। ਹੁਣ ਤੁਸੀਂ ਨਜ਼ਰ ਮਾਰੋ ਕਿ ਵੀ ਇਹੀ ਕਰਾਊਨ ਹੈ ਜਿਨ੍ਹਾਂ ਨੇ ਜਦੋਂ ਅੰਮ੍ਰਿਤਸਰ ਦੀ ਟ੍ਰੀਟੀ ਤੋਂ ਪਹਿਲਾਂ ਸਿੱਖਾਂ ਦੇ ਨਾਲ ਟ੍ਰੀਟੀ ਕੀਤੀ, ਫਸਟ ਐਂਗਲੋ ਸਿੱਖ ਵਾਰ ਤੋਂ ਬਾਅਦ, ਜਿਹਦੇ 'ਚ ਕਿ ਉਹਨਾਂ ਨੇ ਦਲੀਪ ਸਿੰਘ ਨੂੰ ਇੱਕ ਮਾਈਨਰ ਦੇ ਤੌਰ ਤੇ, ਕਿ ਜੀ ਉਹ ਮਾਈਨਰ ਸੀ, ਅਜੇ ਤਾਂ ਐਡਲਟ ਨਹੀਂ ਸੀ, ਉਹ ਆ ਕੇ ਗਾਰਡੀਅਨ ਬਣ ਗਏ। ਫਿਰ ਕਿਹਾ ਜੀ ਕਿ ਜਦੋਂ ਇਹ ਮੇਜਰ ਹੋਏਗਾ, ਐਡਲਟ ਹੋਏਗਾ, ਇਸ ਨੂੰ ਮਹਾਰਾਜੇ ਤਾਂ ਉਹਨੂੰ ਅਨੌਇੰਟ ਕਰਤਾ 5 ਸਾਲ ਦੀ ਉਮਰ ਦੇ ਵਿੱਚ, ਲੇਕਿਨ ਉਹਨੂੰ ਤਾਂ ਜਿਉਂ ਹੀ ਉਹਨਾਂ ਨੇ ਸੈਕੰਡ ਐਂਗਲੋ ਸਿੱਖ ਵਾਰ ਖੁਦ ਕਰਵਾਈ, ਇਹਦੇ ਹਿਸਟੋਰੀਕਲ ਪ੍ਰੂਫ ਨੇ ਕਿ ਕਿਵੇਂ ਉਹਨਾਂ ਨੇ ਜਿਹੜਾ ਉਹ ਸਾਰਾ ਇਨਸਾਈਟ ਕੀਤਾ ਮੁਲਤਾਨ ਦਾ ਔਰ ਦੂਜਾ, ਔਰ ਕਿਵੇਂ ਸਾਰਿਆਂ ਨੂੰ, ਔਰ ਬਾਅਦ 'ਚ ਉਹਨੂੰ ਨਾ ਸਿਰਫ ਪੰਜਾਬ 'ਚੋਂ ਕੱਢ ਦਿੱਤਾ ਮਹਾਰਾਜੇ ਨੂੰ, ਇੱਕ ਯਤੀਮ ਬੱਚੇ ਨੂੰ ਕਿਵੇਂ ਉਹਨਾਂ ਨੇ ਈਸਾਈ ਬਣਾਇਆ, ਵਲਾਇਤ ਲੈ ਗਏ, ਕਦੇ ਪੰਜਾਬ ਆਉਣ ਨਹੀਂ ਦਿੱਤਾ, ਔਰ ਉਹ ਜਿਹੜੀ ਸਾਰੀ ਟ੍ਰੀਟੀ ਸੀ ਜਿਹੜੀ ਉਹਦਾ ਮੇਜਰ ਹੋਣ ਵਾਲੀ ਜਾਂ ਉਸ ਦਾ ਜਿਹਦੇ ਹਾਫਿਜ਼ ਜਾਂ ਗਾਰਡੀਅਨ ਬਣ ਕੇ ਬੈਠੇ ਸੀ, ਉਹਨੂੰ ਕਿਵੇਂ ਵਾਇਲੇਟ ਕੀਤਾ। ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਹੈ, 1846 ਦੇ ਵਿੱਚ ਅਸੀਂ ਦੇਖਦੇ ਹਾਂ, ਇਹੀ 19ਵੀਂ ਸਦੀ ਦੀ ਗੱਲ ਹੈ। ਹੁਣ ਜਿਹੜਾ ਐਲਬਰਟਾ ਦੀ ਜੱਜ ਹੈ ਉਹ ਤਾਂ 19ਵੀਂ ਸਦੀ ਦੀ ਟ੍ਰੀਟੀ ਨੂੰ ਕਿ ਜੀ ਕਰਾਊਨ ਦੇ ਨਾਲ ਕੀਤੀ, ਉਹ ਵੀ ਟ੍ਰੀਟੀ ਜਿਹੜੀ ਆ ਉਹ ਬ੍ਰਿਟਿਸ਼ ਜਿਹੜਾ ਸੀ ਉਸ ਵੇਲੇ ਤੱਕ ਵਾਇਸ ਰਾਏ ਔਰ ਦੂਸਰੀ ਪ੍ਰੋਪਰ ਇੰਸਟੀਟਿਊਸ਼ਨਸ ਬਣ ਚੁੱਕੀਆਂ ਸੀ। ਹੁਣ ਅਸੀਂ ਜੇ ਟ੍ਰੀਟੀ ਦੀ ਗੱਲ ਹੀ ਕਰੀਏ ਤਾਂ ਫਿਰ ਤੁਸੀਂ ਅੱਜ ਦੇ ਹਾਕਮ ਜਿਨ੍ਹਾਂ ਨੇ ਸਾਨੂੰ ਜਿਹੜਾ ਉਹ ਗੁਲਾਮ ਬਣਾਇਆ ਹੋਇਆ, ਉਹਨਾਂ ਦੇ ਤੁਸੀਂ ਰੈਜ਼ੋਲੂਸ਼ਨਸ, ਉਹਨਾਂ ਦੀਆਂ ਸੰਧੀਆਂ, ਉਹਨਾਂ ਦੇ ਇਕਰਾਰਨਾਮੇ, ਉਹਨਾਂ ਦਾ ਉਹ ਸਾਰਾ ਪਾਠ ਦੇਖੋ। ਕੌਣ ਇਹਨਾਂ ਨੂੰ ਅਕਾਊਂਟੇਬਲ ਬਣਾਇਆ, ਕੌਣ ਇਹਨਾਂ ਨੂੰ ਜਿਹੜਾ ਉਹ ਜਵਾਬਦੇਹ ਬਣਾਏਗਾ। ਸੋ ਇਨ ਦਾ ਐਂਡ ਆਫ ਦਾ ਡੇ ਇਹ ਜਿਨ੍ਹਾਂ ਨੇ ਵੀ ਇਹ ਕਿਹਾ ਕਿ ਭਾਈ ਮਾਈਟ ਇਜ਼ ਰਾਈਟ, ਜਿਹਦੇ ਕੋਲ ਤਾਕਤ ਹੁੰਦੀ ਹੈ, ਕਾਨੂੰਨ ਤਾਂ ਉਹ ਲਿਖਦਾ ਹੈ। ਬਿਲਕੁਲ। ਇਹ ਠੀਕ ਹੈ ਵੀ ਇਸ ਦੇ ਨਾਲ ਉਹਨਾਂ ਲੋਕਾਂ ਨੂੰ ਰਾਹਤ ਮਿਲੀ ਕਿ ਭਾਈ ਚਲੋ ਕੋਈ ਨਾ ਕੋਈ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਿਸ ਪਾਸੇ ਮੈਜੋਰਿਟੀ ਤੁਰਦੀ ਹੈ, ਜਿਨ੍ਹਾਂ ਦੇ ਕੋਲ ਪਾਵਰ ਆਉਂਦੀ ਹੈ, ਉਹ ਮਨ ਮਰਜ਼ੀਆਂ ਕਰਦੇ ਨੇ। ਸੋ ਅਸੀਂ ਇਹ ਹੋਪ ਕਰਦੇ ਹਾਂ ਕਿ ਭਾਈ ਕਦੇ, ਹੁਣ ਇਹ ਵੀ ਇੱਕ ਰੀਜ਼ਨ ਹੈ ਜਦੋਂ ਅਸੀਂ ਫਰੀडम ਆਫ ਇੰਡੀਆ ਐਕਟ ਦਾ ਹਵਾਲਾ ਦਿੰਦੇ ਹਾਂ, ਜਿਹੜਾ ਕਿ ਲੇਬਰ ਗਵਰਨਮੈਂਟ ਦੇ ਵੇਲੇ ਜਦੋਂ ਕਿ ਲੇਬਰ ਪਾਰਟੀ ਦੀ ਹਕੂਮਤ ਸੀ, ਭਾਰਤ ਦੀ ਡਿਵੀਜ਼ਨ ਦੀ ਗੱਲ ਹੋਈ ਭਾਰਤ ਪਾਕਿਸਤਾਨ ਦੇ ਵਿਚਾਲੇ,
ਉਦੋਂ ਵੀ ਜੇ ਸੱਚਮੁੱਚ ਅੰਗਰੇਜ਼ ਹਾਕਮ ਜਾਂ ਦੂਸਰੇ, ਠੀਕ ਹੈ ਅਸੀਂ ਬਹੁਤ ਵਾਰ ਇਹ ਕੋਟ ਕਰਦੇ ਹਾਂ ਰਿਪੀਟਡਲੀ ਕਿ ਜੀ ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਜਿਹੜਾ ਉਹ ਸਲਾਹ ਦਿੱਤੀ ਜਾਂ ਉਹਨਾਂ ਨੂੰ ਹਿੰਟ ਆਊਟ ਕੀਤਾ ਜਾਂ ਦੂਸਰਾ ਕੀਤਾ, ਨਹੀਂ। ਲੇਕਿਨ ਜੇ ਅਸੀਂ ਇਹ ਕਹਿਣਾ ਹੋਏ ਕਿ ਵੀ ਬ੍ਰਿਟਿਸ਼ਰਸ ਨੇ ਉਦੋਂ ਵੀ ਔਰ ਹੁਣ ਵੀ ਜੋ ਉਹਨਾਂ ਦਾ ਰਵੱਈਆ ਹੈ, ਜੇ ਮਾਰਗਰੇਟ ਥੈਚਰ ਦਾ ਜਿਹੜਾ ਰੋਲ ਹੈ ਜਿਹੜਾ 1984 ਦੇ ਘੱਲੂਘਾਰੇ ਵੇਲੇ, ਜਾਂ ਅੱਜ ਜਿਸ ਹਵਾਲੇ ਨਾਲ ਬ੍ਰਿਟਿਸ਼ਰਸ ਕਾਊਂਟਰ ਟੈਰਰਿਜ਼ਮ ਦੇ ਨਾਂ ਥੱਲੇ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਪੀਸਫੁਲੀ, ਉਹਨਾਂ ਨੂੰ ਵੀ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਕੇ, ਜਿਵੇਂ ਗੁਰਪ੍ਰੀਤ ਸਿੰਘ, ਸੇਵਿੰਗ ਪੰਜਾਬ ਔਰ ਹੋਰ ਨੂੰ ਹਰਾਸ ਕੀਤਾ ਜਾਂਦਾ ਹੈ। ਪਿਛਲੇ ਦਿਨਾਂ 'ਚ ਇੱਕ ਹੋਰ ਐਕਟਿਵਿਸਟ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ, ਬੜੇ ਆਨਰੇਬਲ, ਉਹਨਾਂ ਨੂੰ 2-3 ਘੰਟੇ ਬਿਠਾ ਕੇ ਰੱਖਿਆ ਗਿਆ ਔਰ ਉਹਨਾਂ ਦਾ ਲੈਪਟਾਪ ਔਰ ਫੋਨ ਔਰ ਦੂਜੇ ਤੀਜੇ ਲੈ ਲਏ ਗਏ, ਸੋ ਕਿਉਂਕਿ ਉਹ ਖਾਲਿਸਤਾਨ ਦੀ ਵਜ਼ਾਹਤ ਕਰਦੇ ਨੇ। ਸੋ ਕੁੱਲ ਮਿਲਾ ਕੇ ਇਹ ਵੀ ਜਿਹੜਾ ਇੱਕ ਜਿਹੜਾ ਉਹ ਇੱਕ ਸਮੋਕ ਸਕਰੀਨ ਕਈ ਵਾਰ ਕ੍ਰੀਏਟ ਕੀਤੀ ਜਾਂਦੀ ਹੈ ਡੈਮੋਕ੍ਰੇਸੀ ਦੇ ਨਾਂ ਥੱਲੇ, ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਥੱਲੇ। ਈਵਨ UN ਦੀ ਇੱਕ ਰਿਪੋਰਟ ਕੱਲ੍ਹ ਆਈ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹਨਾਂ ਪਿਛਲੇ 4-5 ਸਾਲਾਂ ਦੇ ਵਿੱਚ ਕੁੱਲ ਦੁਨੀਆ 'ਚ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਉਹ 10% ਥੱਲੇ ਗਈ ਹੈ। ਤੁਹਾਡੇ ਸਾਰੇ ਜਿਹੜੇ ਆਵਾਜ਼ ਨੂੰ ਵੀ ਮਜ਼ਲ ਕੀਤਾ ਜਾ ਰਿਹਾ। ਅਸੀਂ ਤਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਬਾਰੇ ਕਿਹਾ ਜਾਂਦਾ ਸੀ ਕਿ ਇਹ ਜਿਹੜਾ ਕਾਮਨ ਮੈਨਸ ਟੂਲ ਵੀ ਹੈ ਉਹ ਆਪਣੀ ਗੱਲ ਕਰ ਸਕਦਾ। ਤੁਸੀਂ ਦੇਖੋ ਕਿਵੇਂ ਪਾਵਰਫੁਲ ਜਿਹੜਾ ਮਾਫੀਆ ਹੈ ਹਕੂਮਤਾਂ ਦੇ ਵਿੱਚ ਬੈਠਾ ਹੋਇਆ, ਉਹ ਤੁਹਾਨੂੰ ਬਲੌਕ ਕਰਦਾ ਤੁਹਾਡੀ ਆਵਾਜ਼ ਨੂੰ। ਉਹਨੂੰ ਅੱਗੋਂ ਮਜ਼ਲ ਕਰਨ ਦੇ ਲਈ ਕਿੰਨੇ ਹੋਰ ਫੇਕ ਅਕਾਊਂਟ ਜਿਹੜੇ ਨੇ ਉਹਨਾਂ ਦੇ ਥੱਲੇ ਉਹਨਾਂ ਦੇ ਪੀੜ ਲੋਕ ਬੈਠਦੇ ਨੇ ਔਰ ਉਹੀ ਜਿਹੜੀਆਂ ਕੰਪਨੀਆਂ ਦੇ ਮਾਲਕ ਨੇ ਉਹਨਾਂ ਦੇ ਨਾ ਉਹ ਉਸ ਕਿਸਮ ਦੇ ਟਵੀਟ ਨੂੰ ਹਟਾਉਂਦੇ ਨੇ, ਨਾ ਉਹਨਾਂ ਦੀਆਂ ਪੋਸਟ ਨੂੰ ਹਟਾਉਂਦੇ ਨੇ। ਸੋ ਕੁੱਲ ਮਿਲਾ ਕੇ ਇਹ ਠੀਕ ਹੈ ਕਿ ਭਾਈ ਅਸੀਂ ਜਿਹੜਾ ਉਹ ਕੋਈ ਡਿਸਅਪੁਆਇੰਟ ਨਹੀਂ ਹੋਣਾ ਚਾਹੁੰਦੇ ਜਾਂ ਨਹੀਂ ਹੁੰਦੇ, ਲੇਕਿਨ ਇੱਕ ਗੱਲ ਬੜੀ ਕਲੀਅਰ ਹੈ ਕਿ ਭਾਈ ਇਹ ਜਿਹੜੇ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕੀ ਹੋਣੀ ਹੈ ਇਹ ਵੀ ਸੂਟੇਬਿਲਟੀ ਤੇ ਡਿਪੈਂਡ ਕਰਦਾ ਹੈ। UN ਜਨਰਲ ਅਸੈਂਬਲੀ ਹੈ, ਮਥੇ ਕਰਦੇ ਨੇ, ਉੱਤੇ ਵੀਟੋ ਬਿਲਡਿੰਗ ਮੈਂਬਰ ਬੈਠੇ ਹੋਏ ਨੇ, ਉਹਨੂੰ ਜਿੱਧਰ ਮਰਜ਼ੀ ਨੂੰ ਘੁਮਾ ਰਹੇ ਨੇ। ਜਦੋਂ ਉਹਨਾਂ ਨੇ ਮਾਰਨੇ ਨੇ ਲੋਕ, ਉਹਨੂੰ ਨੈਸ਼ਨਲ ਹਿੱਤ, ਰਾਸ਼ਟਰੀ ਹਿੱਤ ਦੇ ਥੱਲੇ ਹੁੰਦਾ ਹੈ। ਜਦੋਂ ਉਹਨਾਂ ਨੇ ਹਮਲਾ ਕਰਕੇ ਕਿਸੇ ਦੀ ਸੋਵਰਨਟੀ ਵਾਇਓਲੇਟ ਕੀਤੀ ਹੈ ਤਾਂ ਉਹਨੂੰ ਪ੍ਰੀਐਂਪਟ ਸਟ੍ਰਾਈਕ, ਨਵੇਂ ਲਫ਼ਜ਼ ਘੜੇ ਹੋਏ ਨੇ। ਔਰ ਇਸ ਵੇਲੇ ਜਿਹੜਾ ਖਾਸ ਤੌਰ ਤੇ ਜਿਹੜੀਆਂ ਮਾਈਨੋਰਟੀ ਕਮਿਊਨਿਟੀਜ਼ ਨੇ ਜਿਹੜੇ ਹੈਵੀ ਆਡਸ ਦੇ ਖਿਲਾਫ ਲੜ ਰਹੇ ਨੇ। ਹੁਣ ਇੰਡੀਆ ਜਿਹੜਾ ਡੈਮੋਕ੍ਰੇਸੀ ਦੇ ਨਾਂ ਥੱਲੇ ਹੁਣ ਤੱਕ ਵੀ ਆਪਣਾ ਸੌਦਾ ਵੇਚ ਰਿਹਾ ਹੈ, ਡੀਲਸ ਵੀ ਹੋ ਰਹੀਆਂ ਨੇ, ਹੁਣ ਬ੍ਰਿਕਸ ਦੀ ਮੀਟਿੰਗ ਵੀ ਹੋ ਰਹੀ ਹੈ ਔਰ ਜਿਹੜਾ ਉਹਨਾਂ ਦਾ ਜਗਲਰ ਹੈ ਮਦਾਰੀ, ਜਿਹੜਾ ਮਾਸ ਮਰਡਰਰ ਹੈ ਗੁਜਰਾਤ ਦੇ ਵਿੱਚ, ਉਹ ਯੂਰਪ ਦੇ ਮੁਲਕਾਂ 'ਚ ਘੁੰਮ ਰਿਹਾ। ਸੋ ਕਿੱਥੇ ਨੇ ਸਾਰੇ ਲਾਅ, ਵਾਰ ਕ੍ਰਿਮੀਨਲਸ ਔਰ ਵਾਰ ਕ੍ਰਾਈਮਸ ਔਰ ਸੈਕੰਡ ਵਰਲਡ ਵਾਰ ਦੇ ਵੇਲੇ ਜੋ ਕੁਛ ਯਹੂਦੀਆਂ ਨਾਲ, ਜਿਪਸੀਆਂ ਨਾਲ, ਦੂਸਰਿਆਂ ਦੇ ਨਾਲ ਹੋਇਆ, ਦੁਨੀਆ ਨੇ ਕਿਹਾ ਸੀ ਜੀ ਨੈਵਰ ਅਗੇਨ। ਅੱਜ ਉਹੀ ਉਹਨਾਂ ਦਾ ਜ਼ਾਇਨਿਸਟ ਦਾ ਮੁਲਕ ਇਜ਼ਰਾਈਲ, ਉਹ ਕੀ ਕਰ ਰਿਹਾ ਫਲਸਤੀਨੀਆਂ ਦੇ ਨਾਲ, ਗਜ਼ਾ ਦੇ ਲੋਕਾਂ ਨਾਲ, ਲੋਕਾਂ ਨੂੰ ਉਜਾੜਿਆ ਜਾ ਰਿਹਾ, ਅਪਰੂਟ ਕੀਤਾ ਜਾ ਰਿਹਾ। ਔਰ ਉਸੇ ਹੀ ਇਜ਼ਰਾਈਲ ਦਾ ਜਿਹੜਾ ਉਹ ਸਗਾ ਭਰਾ ਬਣਿਆ ਜਿਹੜਾ ਮੋਦੀ ਹੈ, ਉਹ ਕਸ਼ਮੀਰ ਦੇ ਵਿੱਚ ਕੀ ਕਰ ਰਿਹਾ, ਪੰਜਾਬ 'ਚ ਕੀ ਕਰ ਰਿਹਾ, ਮਨੀਪੁਰ 'ਚ ਕੀ ਹੋ ਰਿਹਾ, ਭਾਰਤ ਭਰ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ, ਲੇਕਿਨ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਸੋ ਇਨ ਦਾ ਐਂਡ ਆਫ ਦਾ ਡੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੋਇਆ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਇਹਦੇ ਨਾਲ ਹੀ ਇਹ ਵੀ ਗੱਲ ਯਾਦ ਕਰਾਈ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਿ ਭਾਈ ਜੇ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੈ, ਪੋਲੀਟੀਕਲ ਪਾਵਰ ਨਹੀਂ ਹੈ, ਤੇ ਤੁਸੀਂ ਧਰਮ ਚੰਗੇ ਧਾਰਨ ਕਰਨ ਨੂੰ ਕਹਿੰਦੇ ਨੇ, ਸਰਬੱਤ ਦਾ ਭਲਾ ਹੈ, ਲੋਕਾਂ ਦੀ ਭਲਾਈ ਹੈ, ਉਹ ਵੀ ਤੁਸੀਂ ਕੁਝ ਨਹੀਂ ਕਰ ਸਕਦੇ। ਨਾ ਹੀ ਤੁਸੀਂ ਜਿਹੜਾ ਆਪਣੀ ਪੀਰੀ ਨੂੰ ਸੁਰੱਖਿਅਤ ਰੱਖ ਸਕਦੇ ਹੋ। ਤੇ ਜੇ ਧਰਮ ਨਹੀਂ ਹੋਏਗਾ, ਜਿਹੜਾ ਸਿਸਟਮ ਹੈ ਜਿਹਨਾਂ ਦੇ ਕੋਲ ਅੱਜ ਵੀ ਪਾਵਰ ਹੈ, ਉਹ ਹਰ ਇੱਕ ਦਾ ਦਲੇ ਮਲੇ ਦਾ ਮਤਲਬ ਹੈ ਕਿ ਡਿਸਟਰਕਸ਼ਨ ਆਫ ਐਵਰੀਬਡੀ, ਉਹਨੂੰ ਨੇਸਤੋ ਨਾਬੂਦ ਕਰਨਾ ਜਿਹੜੇ ਉਹਨਾਂ ਦੇ ਰਾਜ ਖਲੋਂਦੇ ਨੇ। ਸੋ ਇਹੀ ਮੈਸੇਜ ਗੁਰੂ ਦਾ ਹੈ, ਇਸ ਦੇ ਉੱਤੇ ਅਮਲ ਨਾ ਕਰੀਏ ਔਰ ਕੌਮੀ ਘਰ ਖਾਲਿਸਤਾਨ ਦੇ ਲਈ ਜਿਸ ਵੀ ਤਰੀਕੇ ਦੇ ਨਾਲ ਕਿਸ ਉਦਮ ਤੇ ਰਾਜ ਮਿਲੇ, ਕਿਹੜਾ ਉਦਮ ਹੋਏ, ਆਲ ਬਾਈ ਆਲ ਮੀਨਸ ਪੋਸੀਬਲ, ਇਸ ਦੇ ਲਈ
ਸੰਘਰਸ਼ੀਲ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦੇ ਹੋਏ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ। ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।
व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि न्यूयॉर्क की अदालत ने एक चीनी मूल के अमरीकन सिटीजन ਨੂੰ ਦੋਸ਼ੀ करार दिता है। ਉਸ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਚੀਨ ਵੱਲੋਂ ਨਿਊਯਾਰਕ ਵਿੱਚ ਖੁਫੀਆ ਤੌਰ ਤੇ ਕੰਮ ਕਰ ਰਿਹਾ ਸੀ ਔਰ ਪੁਲਿਸ ਸਟੇਸ਼ਨ ਲਈ ਉਹ ਕੰਮ ਕਰਦਾ ਸੀ। ਸੋ ਇਸ ਸਟੇਸ਼ਨ ਰਾਹੀਂ ਜਿਹੜੇ ਚੀਨੀ ਮੂਲ ਦੇ ਲੋਕ ਮੁੱਖ ਧਾਰਾ ਚੀਨ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਔਰ ਸਾਡਾ ਮੰਨਣਾ ਹੈ ਕਿ ਭਾਰਤ ਵੱਲੋਂ ਕਾਉਂਸਲਰ ਸਰਵਿਸ ਜਿਹੜਾ ਸਰਵਰ ਨਾ ਥੱਲੇ ਸਥਾਪਿਤ ਅਦਾਰਿਆਂ ਰਾਹੀਂ ਖਾਲਿਸਤਾਨੀ ਸਿੱਖਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਔਰ ਭਾਰਤ ਦੇ ਉਹਨਾਂ ਸਾਰੇ ਕਾਉਂਸਲਰ ਜਿਹੜੇ ਸਰਵਿਸ ਅਦਾਰਿਆਂ ਦੀ FBI ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਕੱਲ੍ਹ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਚੀਨ ਦੇ ਦੌਰੇ ਤੇ ਨੇ, ਬਹੁਤ ਉਹਨਾਂ ਦਾ ਜ਼ਬਰਦਸਤ ਸਵਾਗਤ ਹੋਇਆ ਜੀ। ਕੱਲ੍ਹ ਅਸੀਂ ਲੀਡ ਸੈਗਮੈਂਟ ਦੇ ਵਿੱਚ ਉਹਨਾਂ ਵਿਸ਼ਿਆਂ ਦਾ ਜ਼ਿਕਰ ਵੀ ਕੀਤਾ ਸੀ ਜਿਹੜੇ ਕਿ ਗੱਲਬਾਤ ਦਾ ਵਿਸ਼ਾ ਹੋਣਗੇ। ਪਹਿਲੇ ਦਿਨ ਦੀ ਮੀਟਿੰਗ 2.5 ਘੰਟੇ ਚੱਲੀ, ਵਾਈਟ ਹਾਊਸ ਨੇ ਉਹਨੂੰ ਗੁੱਡ ਮੀਟਿੰਗ ਕਿਹਾ। ਹੁਣ ਅੱਜ ਫਾਈਨਲ ਜਿਹੜਾ ਹੋਏਗਾ ਕਿ ਕੀ ਕੰਸੈਸ਼ਨ ਉਹ ਦਿੰਦੇ ਨੇ, ਕੀ ਇਹਨਾਂ ਨੂੰ ਮਿਲਦੇ ਨੇ। ਪਰ ਇਸੇ ਪੀਰੀਅਡ ਦੇ ਵਿੱਚ ਦੋ ਖਬਰਾਂ ਜਿਹੜੀਆਂ ਚੀਨ ਦੇ ਹਵਾਲੇ ਨਾਲ ਹੀ ਨੇ, ਪਰ ਇਹਦਾ ਭਾਰਤ ਕਨੈਕਸ਼ਨ ਕੀ ਹੈ ਉਹ ਅਸੀਂ ਜ਼ਿਕਰ ਕਰਾਂਗੇ। ਇੱਕ ਤਾਂ ਇਹ ਆਇਆ ਕਿ ਕੈਲੀਫੋਰਨੀਆ ਦੇ ਇੱਕ ਪ੍ਰੋਮੀਨੈਂਟ ਸ਼ਹਿਰ ਦੀ ਜਿਹੜੀ ਮੇਅਰ ਹੈ ਉਹਨੇ ਇਹ ਕਬੂਲ ਕੀਤਾ ਕਿ ਉਹ ਚੀਨੀ ਖੁਫੀਆ ਏਜੰਸੀ ਦੇ ਲਈ ਕੰਮ ਕਰਦੀ ਸੀ। ਲੇਕਿਨ ਦੂਸਰਾ ਪਾਰਟ ਜਿਹੜਾ ਇੱਕ ਖਬਰਾਂ ਦੇ ਵਿੱਚ ਤਾਂ ਕਾਫੀ ਅਰਸੇ ਤੋਂ ਸੀ ਕਿ ਜੀ ਵਿਦਨ ਅਮਰੀਕਾ ਜਾਂ ਦੁਨੀਆ ਦੇ ਆਲਮੋਸਟ 53 ਦੇਸ਼ਾਂ ਦੇ ਵਿੱਚ ਜਿਹੜਾ 53 ਮੁਲਕਾਂ 'ਚ ਚੀਨ ਨੇ 100 ਦੇ ਕਰੀਬ ਐਸੇ ਸਟੇਸ਼ਨ ਖੋਲ੍ਹੇ ਹੋਏ ਨੇ ਜਿਨ੍ਹਾਂ ਨੂੰ ਅਮਰੀਕਨ ਖੁਫੀਆ ਏਜੰਸੀਆਂ ਨੇ ਪੁਲਿਸ ਸਟੇਸ਼ਨ ਦਾ ਨਾਂ ਦਿੱਤਾ, ਜਿਹਦਾ ਮਤਲਬ ਸੀ ਕਿ ਵੀ ਜਿੱਥੇ ਬੈਠ ਕੇ ਜਿਹੜੇ ਲੋਕ ਇਹਨਾਂ ਮੁਲਕਾਂ ਦੇ ਸ਼ਹਿਰੀ ਵੀ ਬਣ ਗਏ ਨੇ ਉਹ ਮੁੱਖ ਧਾਰਾ ਚਾਈਨਾ, ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਖਿਲਾਫ ਆਵਾਜ਼ ਚੁੱਕਦੇ ਨੇ। ਜ਼ਾਹਰ ਹੈ ਪੀਪਲਜ਼ ਰਿਪਬਲਿਕ ਆਫ ਚਾਈਨਾ ਕੋਈ ਡੈਮੋਕ੍ਰੇਸੀ ਤਾਂ ਨਹੀਂ ਹੈ, ਉਹਨਾਂ ਦਾ ਜਿਹੜਾ ਅਥੋਰੀਟੇਰੀਅਨ ਰੂਲ ਹੈ ਔਰ ਉਹ ਲੋਕ ਜਿਹੜੇ ਉੱਥੇ ਡੈਮੋਕ੍ਰੇਸੀ ਦੀ ਮੂਵਮੈਂਟ ਨੂੰ ਖੜਾ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਧੱਕੇ ਦੇ ਖਿਲਾਫ ਚੁੱਕਦੇ ਨੇ, ਉਹਨਾਂ ਨੂੰ ਜਿਹੜੇ ਚਾਈਨੀਜ਼ ਐਮਬੈਸੀਜ਼ ਔਰ ਕੌਂਸੂਲੇਟਸ ਤੋਂ ਇਲਾਵਾ ਵੀ ਇੱਥੇ ਉਹਨਾਂ ਨੇ ਇਸ ਕਿਸਮ ਦੇ ਉਹਨਾਂ ਦੇ ਅਦਾਰੇ ਨੇ ਜਿਹਨੂੰ FBI ਨੇ ਪੁਲਿਸ ਸਟੇਸ਼ਨ, ਚਾਈਨੀਜ਼ ਪੁਲਿਸ ਸਟੇਸ਼ਨ ਦਾ ਨਾਂ ਦਿੱਤਾ। ਮਕਸਦ ਇਹ ਹੈ ਵੀ ਉਹਨਾਂ ਨੇ ਇੱਕ ਕਵਰ ਰੱਖਿਆ ਹੋਇਆ ਪਰ ਉਹ ਆਈਡੈਂਟੀਫਾਈ ਕਰਦੇ ਨੇ ਵੀ ਕਿਹੜੇ ਲੋਕ ਜਿਹੜੇ ਨੇ ਉਹ ਮੁੱਖ ਧਾਰਾ ਚੀਨ ਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੇ ਹਰਾਸ ਕਰਦੇ ਹੋਣਗੇ। ਕਿਉਂਕਿ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਕਰਦੇ ਹਾਂ, ਇਹ ਲਫ਼ਜ਼ ਦਾ ਮਤਲਬ ਸਿਰਫ ਕਿਲਿੰਗ ਨਹੀਂ ਹੈ। ਬਿਲਕੁਲ ਇਹਦੀ ਡੀਟੇਲ ਡੈਫੀਨੇਸ਼ਨ ਔਰ ਕਾਫੀ ਦੇਰ FBI ਦੀ ਐਡ ਵੀ ਸਾਡੇ ਪ੍ਰੋਗਰਾਮ ਚੱਲਦੀ ਰਹੀ, ਹੁਣ ਪਤਾ ਨਹੀਂ ਕਿਉਂ ਬੰਦ ਕੀਤੀ ਹੋਈ ਹੈ। ਜਿਹੜਾ ਉਸ ਦੇ ਵਿੱਚ ਸੀ ਕਿ ਈਵਨ ਜੇ ਇਹਦਾ ਆਧਾਰ ਬਣਾ ਕੇ ਤੁਹਾਨੂੰ ਇੱਥੇ ਡਿਨਾਈ ਕੀਤਾ ਜਾਂਦਾ ਹੈ ਤੁਹਾਡਾ ਹੱਕ, ਇਸ ਦਾ ਆਧਾਰ ਬਣਾ ਕੇ ਪਿੱਛੇ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਿਹੜਾ ਉਹ ਤੰਗ ਕੀਤਾ ਜਾਂਦਾ ਹੈ, ਤੁਹਾਨੂੰ ਜਿਹੜਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਉਹ ਡਿਨਾਈ ਕੀਤੇ ਜਾਂਦੀਆਂ ਨੇ ਉਹ ਫੈਸਿਲਿਟੀਜ਼, ਜਿਹੜਾ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਤੁਸੀਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹੋ ਔਰ ਥ੍ਰੈਟ ਵਰਬਲ ਹੈ ਜਾਂ ਈਵਨ ਤੁਹਾਡੀਆਂ ਪੋਸਟ ਨੂੰ ਬਲੌਕ ਕੀਤਾ ਜਾਂਦਾ ਹੈ ਜਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਅਬਿਊਜ਼ਸ ਜਾਂ ਦੂਸਰੇ ਦਾ ਸ਼ਿਕਾਰ ਬਣਾ, ਇਹ ਸਾਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਦਾਇਰੇ 'ਚ ਆਉਂਦਾ ਹੈ। ਹੁਣ ਅੱਜ ਦੀ BBC ਦੀ ਇਸ ਦੇ ਉੱਤੇ ਸਟੋਰੀ ਹੈ ਕਿ ਭਾਈ ਇਹ ਜਿਹੜਾ US ਦਾ ਸਿਟੀਜ਼ਨ ਬੰਦਾ ਹੈ, ਚਾਈਨੀਜ਼ ਮੂਲ ਦਾ 64 ਸਾਲ ਦਾ ਲੂ ਜਿਆਨ ਵਾਂਗ, ਉਹਨਾਂ ਨੂੰ ਔਰ ਇਹ ਜਿਹੜਾ ਚਾਈਨੀਜ਼ ਹਾਲਾਂ ਉਹਨਾਂ ਨੇ ਇੱਕ ਪੂਰਾ ਫਲੋਰ ਲਿਆ ਹੋਇਆ ਸੀ ਮੈਨਹਟਨ ਦੇ ਵਿੱਚ ਜਿਹਨੂੰ ਉਹ ਕਹਿੰਦੇ ਸੀ ਕਿ ਜੀ ਅਸੀਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਵੀ ਹੋਣਗੇ। ਜਿਵੇਂ ਹੁਣ ਇੰਡੀਆ ਨੇ ਇੱਕ ਤਾਂ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਨੇ, ਹੁਣ ਬਹੁਤ ਵਾਰੀ ਜਾ ਕੇ ਕਹਿਣਗੇ ਜੀ ਕੌਂਸੂਲਰ ਸਰਵਿਸਿਜ਼। ਹੁਣ ਤੁਸੀਂ ਜੇ ਵੀਜ਼ਾ ਲੈਣਾ ਜਾਂ ਦੂਜਾ ਕੋਈ ਤੁਹਾਨੂੰ ਐਮਬੈਸੀ ਜਾਂ ਕੌਂਸੂਲੇਟ 'ਚ ਨਹੀਂ ਜਾਣਾ ਹੁੰਦਾ, ਉਹਨਾਂ ਨੇ ਆਪਣੇ ਅੱਡ ਅਦਾਰੇ ਬਣਾਏ ਹੋਏ ਨੇ ਪ੍ਰਾਈਵੇਟ ਕੰਟਰੈਕਟ ਦੇ। ਹੁਣ ਜਿਹੜੇ ਕੰਟਰੈਕਟ ਜਾਂ ਦੂਜੇ ਵਾਲੇ ਨੇ ਉਹਨਾਂ ਨੂੰ ਰਾਹ ਵਾਲੇ ਹੈੱਡ ਕਰਦੇ ਨੇ, ਉਹ ਫਿਰ ਤੁਹਾਡੀ ਸਾਰੀ ਜਾਣਕਾਰੀ। ਹੁਣ ਕੈਨੇਡਾ ਦੇ ਵਿੱਚ ਤੁਸੀਂ ਦੇਖੋਗੇ, ਮੈਂ ਤਾਂ ਪਿਛਲੇ ਕਿੰਨੇ ਪੀਰੀਅਡ ਤੋਂ ਦੇਖ ਰਿਹਾ, ਕੋਈ ਦਿਨ ਐਸਾ ਨਹੀਂ ਕਿ ਜੀ ਗੋਲੀ ਉੱਥੇ ਚੱਲੀ, ਉੱਥੇ 2 ਮਰ ਗਿਆ, 14 ਤੇ 16 ਸਾਲ ਦੇ 2 ਮੁੰਡੇ ਸਰੀ 'ਚ ਮਰੇ ਨੇ, ਕੋਈ ਵਿਨੀਪੈਗ 'ਚ ਕੀ ਹੋ ਰਿਹਾ, ਬਰੈਂਪਟਨ। ਔਰ ਖੁਦ ਕੈਨੇਡਾ ਦੀ ਆਪਣੀ ਜਿਹੜੀ ਉਹਨਾਂ ਦੀ ਸੀਸਸ ਰਿਪੋਰਟ ਕਹਿ ਚੁੱਕੀ ਹੈ ਕਿ ਭਾਈ ਅਮਿਤ ਸ਼ਾਹ ਹੈਡ ਕਰਦਾ ਹੈ, ਗੈਂਗਸਟਰਸ ਨੂੰ ਇਨਫੋਰਮੇਸ਼ਨ ਇਹਨਾਂ ਦੇ
ਜਿਹੜੇ ਨੇ ਉਹ ਜਿਹੜੇ ਕੌਂਸਲੇਟ ਹੀ ਦਿੰਦੇ ਨੇ, ਜਿਹੜੇ ਕਿ ਜਾਣਕਾਰੀ ਉੱਥੋਂ ਇਕੱਠੀ ਕਰਦੇ ਨੇ ਲੋਕਾਂ ਤੋਂ। ਹੁਣ ਇਹ ਜਿਹੜੇ ਇਹਨਾਂ ਨੇ ਇਸ ਕਿਸਮ ਦੇ, ਔਰ ਜਾਂ ਹੁਣ ਜਿਹੜਾ ਕੈਨੇਡਾ 'ਚ ਇੱਕ ਨਵਾਂ ਟ੍ਰੈਂਡ ਵੀ ਸ਼ੁਰੂ ਕਰ ਲਿਆ ਸੀ ਕਿ ਜੀ ਮੰਦਰ ਜਾਂ ਗੁਰਦੁਆਰੇ 'ਚ ਜਾ ਕੇ ਉਹ ਤੁਹਾਡੀ ਬੁੱਢੇ ਪੈਨਸ਼ਨਰਾਂ ਦੀ ਜਿਹੜੀ ਆ ਉਹਨੂੰ, ਜਿਹੜੀ ਉਹਨਾਂ ਨੇ ਸਾਲਾਨਾ ਰਿਪੋਰਟ ਦੇਣੀ ਆ ਉਹ ਦੇਣਗੇ, ਜਾਂ ਤੁਸੀਂ ਵੀਜ਼ੇ ਇਹ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ ਕਿ ਉਹ ਤੁਹਾਡੇ ਵਿੱਚ ਵਿਦਨ ਕਮਿਊਨਿਟੀ ਜਿਹੜੀ ਹੈ ਘੁਸਪੈਠ ਕਰਕੇ ਹਰਾਸਮੈਂਟ ਦੀ ਲਾਈਨ ਹੈ। ਔਰ ਇਹ ਜਿਹੜਾ ਜੂਰੀ ਨੇ ਫੈਸਲਾ ਸੁਣਾਇਆ ਇਸ ਚਾਈਨੀਜ਼ ਲੂ ਚਿਆਨਵਾਂਗ ਦੇ ਖਿਲਾਫ, ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਚਾਈਨਾ ਦੀ ਮਿਨਿਸਟਰੀ ਆਫ ਪਬਲਿਕ ਸਿਕਿਉਰਿਟੀ ਦੇ ਨਾਂ ਥੱਲੇ ਕੰਮ ਕਰਦਾ ਸੀ। ਹੀ ਵਾਸ ਫਾਊਂਡ ਗਿਲਟੀ on charges of acting as an illegal agent of the government of China in connection with the station and with obstruction of justice for destroying related evidence। ਕਿ ਵੀ ਜਿਹੜਾ ਉਹ ਗਵਰਨਮੈਂਟ ਦੇ ਲਈ ਕੰਮ ਕਰਦਾ ਸੀ, ਆਪਣੇ ਜਿਹੜੇ ਇੱਥੇ ਚਾਈਨੀਜ਼ ਮੂਲ ਦੇ ਲੋਕ ਨੇ ਉਹਨਾਂ ਦੇ ਉੱਤੇ ਸਪਾਈਂਗ ਕਰਦਾ ਸੀ। ਔਰ ਇਹ ਜਿਹੜੀ ਹੈ ਇਹ ਪੂਰੀ ਇਹਦੇ ਉੱਤੇ ਕਾਫੀ ਲੰਬੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕੀਤੀ FBI ਨੇ, ਔਰ ਵੀਕ ਲੌਂਗ ਜੂਰੀ ਟ੍ਰਾਇਲ ਹੋਇਆ ਨਿਊਯਾਰਕ ਫੈਡਰਲ ਕੋਰਟ ਦੇ ਵਿੱਚ। ਇਹ ਨਿਊਯਾਰਕ ਦਾ ਹੀ ਰਹਿਣ ਵਾਲਾ ਜਿਆਂਗ ਵਾਂਗ ਅਮਰੀਕਨ ਸਿਟੀਜ਼ਨ ਹੈ। ਇਹਨੂੰ ਜਿਹੜੀ ਹੈ ਘੱਟੋ ਘੱਟ 30 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ, ਕਿਉਂਕਿ ਉਹਦਾ ਜਿਹੜਾ ਕੋ ਡਿਫੈਂਡੈਂਟ ਸੀ ਚੈਨ ਜ਼ਿੰਗਪਿੰਗ, ਉਹਨੇ ਗਿਲਟੀ ਪਲੀਡ ਕਰ ਲਈ ਸੀ ਦਸੰਬਰ 2024 ਦੇ ਵਿੱਚ ਕਿ ਵੀ ਮੈਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਦਾ, ਔਰ ਉਸ ਦੀ ਸੈਂਟੈਂਸ ਵੀ ਅਜੇ ਸੁਣਾਈ ਜਾਣੀ ਹੈ। ਹੁਣ ਇਹ ਜਿਹੜੇ ਨੇ ਇਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਲੂ ਜਿੰਗਵਿਆਂਗ ਯੂਜ਼ਡ ਏ ਪੁਲਿਸ ਸਟੇਸ਼ਨ ਇਨ ਨਿਊਯਾਰਕ ਸਿਟੀ ਟੂ ਟਾਰਗੇਟ ਪੀਪਲਜ਼ ਰਿਪਬਲਿਕ ਆਫ ਚਾਈਨਾ ਡਿਸੀਡੈਂਟਸ ਇਨ ਫਰਦਰੈਂਸ ਆਫ ਦਾ ਚਾਈਨੀਜ਼ ਗਵਰਨਮੈਂਟਸ ਪੋਲੀਟੀਕਲ ਏਜੰਡਾ। ਹੁਣ ਇਹਦੇ 'ਚ ਕਿਸੇ ਨੂੰ ਕਿਲ ਨਹੀਂ ਕੀਤਾ ਉਹਨਾਂ ਨੇ, ਇਹ ਨਹੀਂ ਹੈ ਵੀ ਕਿਸੇ ਚਾਈਨੀਜ਼, ਲੇਕਿਨ ਜਿਹੜਾ ਪੀਪਲ ਰਿਪਬਲਿਕ ਆਫ ਚਾਈਨਾ ਹੈ ਉਹਨਾਂ ਦੇ ਪੋਲੀਟੀਕਲ ਏਜੰਡੇ ਨੂੰ ਪ੍ਰਮੋਟ ਕਰਨ ਦੇ ਲਈ ਜਿਹੜੇ ਨੇ ਉਹ ਕੰਮ ਕਰਦੇ ਨੇ। ਉਹਨਾਂ ਨੇ ਕਿਹਾ ਵੀ ਚੀਨ ਨੇ ਘੱਟੋ ਘੱਟ 100 ਜਿਹੜੇ ਇਹੋ ਜਿਹੇ ਸਟੇਸ਼ਨ ਨੇ ਉਹ 53 ਮੁਲਕਾਂ ਦੇ ਵਿੱਚ ਖੋਲ੍ਹੇ ਹੋਏ ਨੇ, ਔਰ ਇਹ ਜਿਹੜੀਆਂ ਆਊਟਪੋਸਟ ਨੇ ਇਹ ਯੂਜ਼ ਹੁੰਦੀਆਂ ਨੇ ਟੂ ਥ੍ਰੈਟਨ ਐਂਡ ਮੋਨੀਟਰ ਚਾਈਨੀਜ਼ ਨੈਸ਼ਨਲ ਅਬਰੋਡ ਐਜ਼ ਵੈਲ ਐਜ਼ ਹੈਲਪਿੰਗ ਬੀਜਿੰਗ ਆਈਡੈਂਟੀਫਾਈ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਲਿਵਿੰਗ ਇਨ ਦਾ US ਕਿ ਹਰਾਸਮੈਂਟ ਦੇ ਲਈ ਔਰ ਕਿਹੜੇ ਜਿਹੜੇ ਪ੍ਰੋ ਡੈਮੋਕ੍ਰੇਸੀ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਦੇ ਲਈ। ਹਾਲਾਂਕਿ ਚਾਈਨਾ ਨੇ ਕਿਹਾ ਕਿ ਵੀ ਇਹ ਜਿਹੜੇ ਸਾਡੇ ਸਰਵਿਸ ਸਟੇਸ਼ਨ ਨੇ ਐਡਮਿਨਿਸਟ੍ਰੇਟਿਵ ਸਰਵਿਸਿਜ਼ ਨੇ, ਜਿਹੜੇ ਸਾਡੇ ਨੈਸ਼ਨਲਸ ਨੇ ਓਵਰਸੀਜ਼ ਉਹਨਾਂ ਦੇ ਲਈ ਉਹਦੇ ਵਿੱਚ ਪੈਂਡੇਮਿਕ ਅਸਿਸਟੈਂਸ ਹੈ ਜਾਂ ਡਰਾਈਵਰ ਲਾਇਸੈਂਸ ਰਿਨਿਊਅਲ ਔਰ ਦੂਜਾ ਤੀਜਾ। ਹੁਣ ਅਸੀਂ ਇਹ ਸਮਝਦੇ ਹਾਂ ਵੀ ਚਾਈਨਾ FBI ਕਿਉਂਕਿ ਚਾਈਨਾ ਦੇ ਉੱਤੇ ਜ਼ਿਆਦਾ ਤਿੱਖੀ ਅੱਖ ਰੱਖਦੀ ਹੈ, ਚਾਈਨਾ ਨੂੰ ਹੌਸਟਾਈਲ ਕੰਟਰੀ ਮੰਨਿਆ ਜਾਂਦਾ ਹੈ, ਇੰਡੀਆ ਨੂੰ ਉਹ ਐਜ਼ ਏ ਪਾਰਟਨਰ ਕੰਟਰੀ ਮੰਨਦੇ ਰਹੇ ਜੀ, ਸਟ੍ਰੈਟੇਜਿਕ ਫਲਾਣਾ ਢਿਮਕਾ। ਚਾਈਨਾ ਨੇ ਤਾਂ ਅਮਰੀਕਾ ਜਾਂ ਕੈਨੇਡਾ ਦੀ ਸੋਇਲ ਤੇ ਕੋਈ ਕਿਲਿੰਗ ਨਹੀਂ ਕੀਤੀ, ਸਪਾਈਂਗ ਜ਼ਰੂਰ ਕਰਦੇ ਨੇ, ਜੇ ਜੂਰੀ ਨੇ ਕਨਵਿਕਟ ਕੀਤਾ ਤੇ ਰਾਈਟਲੀ ਸੋ। ਸਾਡਾ ਇਹ ਕਹਿਣਾ ਹੈ ਕਿ ਵੀ ਜੇ ਇਸ ਲੈਵਲ ਦੇ ਉੱਤੇ FBI ਨੇ ਚਾਈਨਾ ਦੀ ਇਨਵੋਲਵਮੈਂਟ ਲੱਭੀ ਹੈ ਕਿ ਉਹ ਅਮਰੀਕਨ ਮੂਲ ਦੇ ਜਿਹੜੇ ਚਾਈਨੀਜ਼ ਮੂਲ ਦੇ ਅਮਰੀਕਨ ਸਿਟੀਜ਼ਨਸ ਨੇ ਉਹਨਾਂ ਨੂੰ ਹਰਾਸ ਕਰਦੇ ਨੇ ਜਾਂ ਉਹਨਾਂ ਦੇ ਉੱਤੇ ਅੱਖ ਰੱਖਦੇ ਨੇ, ਤੇ ਇੰਡੀਆ ਨੇ ਤਾਂ ਕਿਲਿੰਗ ਕੀਤੀ ਹੈ, ਇੰਗਲੈਂਡ 'ਚ ਕੀਤੀ ਹੈ, ਕੈਨੇਡਾ 'ਚ ਕੀਤੀ ਹੈ। ਤੁਹਾਡੀਆਂ ਆਪਣੀਆਂ ਏਜੰਸੀਆਂ, ਨਿਖਿਲ ਗੁਪਤਾ ਦਾ ਕਬੂਲਨਾਮਾ ਹੈ ਕਿ ਭਾਈ ਉਹਦੇ ਕਿਹਦੇ ਲਈ ਕੰਮ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇੱਥੇ ਜਿੰਨੇ ਇਹਨਾਂ ਦੇ ਇੰਡੀਆ ਦੇ ਕੌਂਸੂਲੇਟ ਨੇ ਔਰ ਖ਼ਾਸ ਤੌਰ ਤੇ ਸੋ ਕਾਲਡ ਇਹਨਾਂ ਦੇ ਜਿਹੜੇ ਕਾਉਂਸਲਰ ਸਰਵਿਸਿਜ਼ ਵਾਲੇ ਜਿਹੜੇ ਸਟੇਸ਼ਨ ਨੇ, ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਰਾ ਏਜੰਟ ਅਮਰੀਕਾ ਦੀ ਸੋਇਲ ਦੇ ਉੱਤੇ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਐਕਟਿਵ ਨੇ, ਔਰ ਹਰ ਤਰੀਕੇ ਦੀ ਹਰਾਸਮੈਂਟ। ਔਰ ਕਿੰਨੀਆਂ ਹੁੰਦਾ ਜਦੋਂ ਕਿ ਜੀ ਅਸੀਂ ਇੰਡੀਅਨ ਐਮਬੈਸੀ ਤੋਂ ਬੋਲ ਰਹੇ ਹਾਂ ਕਿ ਜੀ ਤੁਹਾਡਾ ਗ੍ਰੀਨ ਕਾਰਡ ਜਾਲੀ ਹੈ, ਅਸੀਂ ਆ ਰਹੇ ਹਾਂ, ਨਹੀਂ ਤਾਂ ਯਾਨੀ ਕਿੰਨਿਆਂ ਨੂੰ ਉਹਨਾਂ ਨੇ ਇਸ ਕਿਸਮ ਦੀ ਹਰਾਸਮੈਂਟ। ਔਰ ਚੰਗੇ ਭਲੇ ਬੰਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਵੀ ਨੰਬਰ ਸਾਡਾ ਕਿੱਥੋਂ ਆ ਗਿਆ। ਹੁਣ ਇਹੀ ਕੰਮ ਲਈ ਉਹਨਾਂ ਨੇ ਛੱਡੇ ਹੋਏ ਨੇ, ਉਹ ਤੁਹਾਨੂੰ ਹਰਾਸ ਕਰਦੇ ਨੇ, ਉਹ ਤੁਹਾਨੂੰ ਇੰਟੀਮੀਡੇਟ ਕਰਦੇ ਨੇ, ਉਹ ਤੁਹਾਨੂੰ ਅਲਿਓਰ ਕਰਦੇ ਨੇ। ਕਿੰਨੇ ਜਿਹੜੇ ਨੇ ਉਹਨਾਂ ਨੇ ਇਸ ਕਿਸਮ ਦੇ ਹਾਇਰ ਕੀਤੇ ਹੋਣਗੇ। ਐਵੇਂ ਨਹੀਂ ਜਿਹੜਾ ਗੁਰਦੁਆਰਿਆਂ ਦੇ ਵਿੱਚ ਵਾਇਲੈਂਸ ਹੁੰਦੀ ਜਾਂ ਤੁਸੀਂ ਕੋਈ ਚੰਗਾ ਕੰਮ ਕਰਨ ਲੱਗੋ ਕੋਈ ਨਾ ਕੋਈ ਆ ਕੇ ਵਿੱਚ ਲੱਤ ਅੜਾ ਦਿੰਦਾ, ਕਿਉਂਕਿ ਇਹਨਾਂ ਦੀ ਹੈਵੀ ਇਨਫਿਲਟ੍ਰੇਸ਼ਨ ਹੈ। ਸੋ ਅਸੀਂ ਵੈਲਕਮ ਕਰਦੇ ਹਾਂ ਕਿ ਭਾਈ ਇਹ ਜਿਹੜਾ ਫੈਸਲਾ ਜੂਰੀ ਨੇ ਸੁਣਾਇਆ, ਪਰ ਅਸੀਂ ਮੰਗ ਵੀ ਕਰਦੇ ਹਾਂ ਕਿ FBI ਇਹ ਸਾਰੇ ਜਿੰਨੇ ਹੁਣ ਤਾਂ ਇਹਨਾਂ ਨੇ ਤੇਜ਼ੀ ਨਾਲ ਸਿਆਟਲ ਵੀ ਖੋਲ੍ਹ ਦਿੱਤਾ ਕੌਂਸਲ
ਆਫਿਸ ਕਿਤੇ ਹੋਰ ਵੀ ਖੋਲ ਦਿੱਤਾ ਹੈ। ਐਟਲਾਂਟਾ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਹੈ ਸਿੱਖਾਂ ਦੇ ਮਾਮਲੇ 'ਚ, ਕਿਉਂਕਿ ਅਸੀਂ ਬਹੁਤ ਵਾਰ ਨਿਊਯਾਰਕ, ਵਾਸ਼ਿੰਗਟਨ DC ਤੱਕ ਹੀ ਮਹਿਦੂਦ ਰਹਿੰਦੇ ਹਾਂ। ਇਹਨਾਂ ਦੇ ਸਾਰੇ ਕੌਂਸਲਰ ਜਿਹੜੇ ਨੇ, ਕੌਂਸਲੇਟ, ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਸਰਵਿਸ ਸਟੇਸ਼ਨ ਨੇ, ਉਹਨਾਂ ਸਾਰਿਆਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਮੁਲਕ ਚੋਂ ਬਾਹਰ ਕੱਢਿਆ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ ਵੀਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ, ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਏ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करन जा रहे कि मीडिया रिपोर्टां अनुसार पाकिस्तान ने एक फतह 3 क्रूज मिसल जड़ी है वो लॉन्च की है, जड़ी कि भारत की ब्रह्मोस मिसल का तोड़ है। सो दूसरे पासे भारत वालों पाकिस्तान नूं धमकियां का सिलसिला भी जड़ा वो बराबर जारी है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत शुक्रिया जी। डॉक्टर साहब की कहना चाहोगे? देखो, कल असी RSS ਦੇ ਪ੍ਰੋਮੀਨੈਂਟ ਆਈਡੀਆਲੋਗ ਵੀ ਔਰ ਲੀਡਰ ਵੀ ਦੱਤਾਤਰੇਆ ਜਿਹੜਾ ਅਮਰੀਕਾ ਦੀ ਟ੍ਰਿਪ ਤੋਂ ਬਾਅਦ ਉੱਥੇ ਗਿਆ ਔਰ ਉੱਥੇ ਜਾ ਕੇ ਉਹਨੇ ਐਡਵੋਕੇਸੀ ਕੀਤੀ ਔਰ PTI ਨੂੰ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨ ਦੇ ਨਾਲ ਸਾਡਾ ਪੀਪਲ ਟੂ ਪੀਪਲ ਕਨੈਕਸ਼ਨ ਹੋਣਾ ਚਾਹੀਦਾ ਹੈ, ਟ੍ਰੇਡ ਹੋਣਾ ਚਾਹੀਦੀ ਹੈ, ਡਿਪਲੋਮੇਸੀ ਹੋਣੀ ਚਾਹੀਦੀ ਹੈ, ਵੀਜ਼ੇ ਹੋਣੇ ਚਾਹੀਦੇ ਨੇ ਔਰ ਸਾਨੂੰ ਰਿਲੇਸ਼ਨ ਜਿਹੜੇ ਨੇ ਇਹਦੇ ਬਾਵਜੂਦ कि दहशतगर्दी ਜਾਂ दूसरे अपनी ਥਾਂ लेकिन सानू ये ओपन होना चाहिए। और असी इस दे उत्ते गल कीती सी कि भी ये इन्हां दा मूँह में राम राम बगल में छुरी, ये इन्हां दी होर डिसैप्शन है। ये कहना की चाहुंदे ने, करना की चाहुंदे ने। हालां साडे एक दो व्यूअर्स ने अज सानू ये कहा कि भाई इस वेले क्योंकि पाकिस्तान ने इन्हां नूं चंगी कुट चाढ़ी है, तो उन्होंने मैनूं कहा भी तुसीं कहंदे हुंदे हो कि भी ये ਜਿਹੜਾ ब्राह्मण है ईदर एट योर थ्रोट और एट योर फीट, कि ਜਾਂ ਤੁਹਾਡੇ ਗਲ ਨੂੰ ਪਏਗਾ, ਤੁਹਾਡੀ ਸ਼ਾਹ ਰਗ ਨੂੰ ਫੜੇਗਾ, ਤੇ ਜਾਂ ਤੁਹਾਡੇ ਪੈਰੀਂ ਪਏਗਾ। ਉਹਨਾਂ ਨੇ ਕਿਹਾ ਜੀ ਹੁਣ ਇਹ ਪੈਰੀਂ ਪਏ ਹੋਏ ਨੇ। ਮੈਂ ਕਿਹਾ ਵੀ ਨਹੀਂ, ਇਹ ਇਹਨਾਂ ਦਾ ਪੈਰੀਂ ਪੈਣ ਦਾ ਜਿਹੜਾ ਇਹ ਨੌਟੰਕੀ ਹੈ, ਇਸ ਦੇ ਪਿੱਛੇ ਵੀ ਕੁਛ ਨਾ ਕੁਛ ਜਾਂ ਤਾਂ ਕੁਛ ਅਮਰੀਕਾ ਨੇ ਬਾਂਹ ਮਰੋੜੀ ਹੋਈ ਹੈ ਜਾਂ ਕੋਈ ਹੋਰ ਇਹ ਕਰਨਾ ਚਾਹੁੰਦੇ ਨੇ ਵਪਾਰਪੂਰ ਖੋਲ੍ਹਣ ਦੇ ਨਾਲ। ਕਿਉਂਕਿ ਇਸ ਵੇਲੇ ਜਿਹੜੀ ਭਾਰਤ ਦੀ ਆਰਥਿਕਤਾ ਹੈ, ਅੱਜ ਹੀ ਮੈਂ ਅੱਡ ਰਿਪੋਰਟਸ ਇਕੋਨੋਮਿਸਟ ਦੀ ਦੇਖ ਰਿਹਾ ਸੀ ਕਿ ਅੱਜ ਤੋਂ ਕੁਛ ਮਹੀਨੇ ਪਹਿਲਾਂ ਇੰਡੀਅਨ ਕਰੰਸੀ ਬਾਰੇ ਸੀ ਕਿ ਇਟਸ ਦਾ ਵਰਸਟ ਪਰਫਾਰਮਿੰਗ ਕਰੰਸੀ ਇਨ ਏਸ਼ੀਆ। ਹੁਣ ਜਿਹੜੀ ਰਿਪੋਰਟ ਹੈ ਕਿ ਇਟ ਇਜ਼ ਦਾ ਵਰਸਟ ਪਰਫਾਰਮਿੰਗ ਕਰੰਸੀ ਇਨ ਦਾ ਹੋਲ ਵਰਲਡ। ਵੀ ਜਿਹੜੇ ਛੋਟੇ ਛੋਟੇ ਸੂਬੇ ਵੀ ਨੇ, ਛੋਟੇ ਛੋਟੇ ਮੁਲਕ ਵੀ ਨੇ, ਉਹਨਾਂ ਨਾਲੋਂ ਵੀ ਇਹਨਾਂ ਦੀ ਜਿਹੜੀ ਕਰੰਸੀ ਹੈ ਔਰ
ਅੱਜ ਤਾਂ ਆਲਮੋਸਟ 96 ਰੁਪਏ ਦੇ ਉੱਤੇ ਜਾ ਕੇ ਡਾਲਰ ਟਿਕਣ ਵਾਲਾ ਸੀ ਜਿਹੜਾ ਉਹ ਟਿਕਿਆ ਔਰ ਬਹੁਤ ਜਲਦੀ ਜਿਹੜਾ ਇਹ 100 ਤੱਕ ਜਾ ਰਿਹਾ। ਔਰ ਇਹਨਾਂ ਦਾ ਹਾਲ ਇਹ ਹੈ, ਈਵਨ ਅੱਜ ਇਹਨਾਂ ਦੀ ਪ੍ਰੋਮੀਨੈਂਟ ਆਪਣੇ ਮੀਡੀਆ ਦੀ ਖਬਰ ਹੈ, ਰੂਪੀ ਐਮਰਜਿਸ ਏਸ਼ੀਆਜ਼ ਵਰਸਟ ਪਰਫਾਰਮਿੰਗ ਕਰੰਸੀ in 2026 plunges almost 6%. Forex analysts predict that inflationary worries, withdrawals of foreign funds and US dollars ongoing gain will continue to put pressure on the Indian currency. ਇਹ 2026 ਦਾ ਜ਼ਿਕਰ ਹੈ, ਅਜੇ 2026 ਅੱਧਾ ਗੁਜ਼ਰਿਆ ਕਿ ਭਾਈ 6% ਜਿਹੜਾ ਹੈ ਉਸ ਦੀ ਆਲਰੇਡੀ ਡੈਪਲੀਸ਼ਨ ਹੋ ਚੁੱਕੀ ਹੈ। ਔਰ ਜਿਵੇਂ ਮੋਦੀ ਤੋਂ ਲੈ ਕੇ ਦੂਜੇ ਸਭ ਲੱਗੇ ਹੋਏ ਨੇ, ਸੋਨਾ ਨਾ ਖਰੀਦੋ, ਕੁਛ ਨਾ ਕਰੋ, ਘਰਾਂ 'ਚੋਂ ਕੰਮ ਕਰੋ, ਦੂਸਰਾ ਕਰੋ। ਲੱਖਾਂ ਲੋਕ ਜਿਹੜੇ ਨੇ ਆਲਰੇਡੀ ਬਿਨਾਂ ਜੌਬ ਤੋਂ ਹੋ ਗਏ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਹੁਣ, ਕਿਉਂਕਿ ਪਾਕਿਸਤਾਨ ਨੇ ਵੀ ਪਾਬੰਦੀ ਲਾਈ ਹੋਈ ਹੈ, ਜਿਹੜੇ ਸਕਾਈਜ਼ ਉਹਨਾਂ ਦੀ ਚੋਂ ਇਹਨਾਂ ਦੇ ਜਹਾਜ਼ ਨਹੀਂ ਗੁਜ਼ਰ ਸਕਦੇ। ਹੁਣ ਕਿੰਨੀਆਂ ਫਲਾਈਟਸ ਇਹਨਾਂ ਨੇ ਕੈਂਸਲ ਕਰ ਦਿੱਤੀਆਂ ਨੇ। ਔਰ ਦੂਸਰਾ, ਔਰ ਪੂਰੀ ਤਰ੍ਹਾਂ ਇਹਨਾਂ ਦਾ ਜਿਹੜਾ ਉਹ ਜਨਾਜ਼ਾ ਨਿਕਲਿਆ ਹੋਇਆ। ਲੇਕਿਨ ਜਿਵੇਂ ਉਹ ਕਹਿੰਦੇ ਨੇ ਕਿ ਭਾਈ ਉਹ ਜਿਹੜਾ ਉਹ ਸੱਪ ਰੱਸੀ ਜਿਹੜੀ ਰੱਸੀ ਸੜ ਜਾਂਦੀ ਹੈ, ਬਲ ਨਹੀਂ ਜਾਂਦਾ, ਪਰ ਉਹਦਾ ਵੱਟ ਨਹੀਂ ਜਾਂਦਾ। ਉਹਨੂੰ ਰੱਸੀ ਜਲ ਜਾਤੀ ਹੈ ਪਰ ਈਂਟ ਨਹੀਂ ਜਾ, ਉਹ ਜਿਹੜਾ ਹੁਣ ਹੈ ਉਹ ਸੜੀ ਹੋਈ ਰੱਸੀ 'ਚ ਵੀ ਤੁਹਾਨੂੰ ਉਹਦੇ ਉਹ ਵੱਟ ਪਏ ਜਿਹੜੇ ਨੇ ਨਜ਼ਰ ਆਉਂਦੇ ਨੇ। ਇੱਕ ਪਾਸੇ ਅਸੀਂ ਰਾਜਨਾਥ ਸਿੰਘ ਦੀ ਅੱਜ ਦੀ ਸਟੇਟਮੈਂਟ ਜਿਹੜਾ ਉਹਨੇ ਮੜਤਾ ਟਾਊਨ ਨਾਗਪੁਰ ਦੇ ਵਿੱਚ, ਨਗੌਰ ਦੇ ਵਿੱਚ ਜਾ ਕੇ ਦਿੱਤੀ, ਜਿਹਦੇ 'ਚੋਂ ਕਹਿੰਦਾ ਇੰਡੀਆ ਨੋ ਲੋਂਗਰ ਏ ਕੰਟਰੀ ਦੈਟ ਸਫਰਸ ਵਿਲ ਸਟ੍ਰਾਈਕ ਬੈਕ ਇਫ ਪਾਕਿਸਤਾਨ ਪ੍ਰੋਵੋਕਸ ਅਸ ਅਗੇਨ। ਔਰ ਉਹ ਹੁਣੇ ਕੱਲ ਤੁਸੀਂ ਦੱਤਾਤਰੇਆ ਦਾ ਬਿਆਨ ਦੇਖ ਲਓ, ਅੱਜ ਰਾਜਨਾਥ ਸਿੰਘ ਜਿਹੜਾ ਡਿਫੈਂਸ ਮਿਨਿਸਟਰ ਹੈ ਉਹ ਪਬਲਿਕ ਗੈਦਰਿੰਗ ਦੇ ਵਿੱਚ ਉੱਥੇ ਕਹਿੰਦਾ ਕਿ ਭਾਈ ਅਸੀਂ perhaps Pakistan will not dare to look at India with the hostility again। ਅਸੀਂ ਪਾਕਿਸਤਾਨ ਨੂੰ ਐਸਾ ਸਬਕ ਸਿਖਾਇਆ ਹੋਇਆ ਹੈ ਜੋ ਸਾਡੇ ਵੱਲ ਕੈਰੀ ਅੱਖ ਨਾਲ, ਦੁਸ਼ਮਣੀ ਵਾਲੀ ਅੱਖ ਨਾਲ ਦੇਖ ਹੀ ਨਹੀਂ ਸਕਦਾ। ਬਟ ਆਈ ਵਾਂਟ ਟੂ ਸੇ ਦੈਟ ਇਫ ਇਟ ਡਜ਼ what has not happened till now will happen। ਜੇ ਪਾਕਿਸਤਾਨ ਨੇ ਕੀਤਾ ਤੇ ਅਸੀਂ ਉਹ ਕਰਾਂਗੇ ਜੋ ਅਸੀਂ ਹੁਣ ਤੱਕ ਨਹੀਂ ਕੀਤਾ। ਸਾਡੀ ਹੁਣ ਤੱਕ ਦੀ ਨੀਤੀ ਰਹੀ, ਅਸੀਂ ਕਿਸੇ ਨੂੰ ਪ੍ਰੋਵੋਕ ਨਹੀਂ ਕਰਦੇ, ਪਰ ਜੇ ਕੋਈ ਸਾਨੂੰ ਪ੍ਰੋਵੋਕ ਕਰੇਗਾ ਅਸੀਂ ਉਹਨੂੰ ਛੱਡਾਂਗੇ ਨਹੀਂ। ਔਰ ਅਸੀਂ ਜਿਹੜਾ ਉਹਦਾ ਬਦਲਾ ਲਿਆ ਪਹਿਲਗਾਮ ਦਾ, ਇਹ ਉਹ ਹੈ। ਹੁਣ ਜਿਹੜੀ ਖਬਰ ਨੂੰ ਇੰਡੀਅਨ ਮੀਡੀਆ ਆਲਮੋਸਟ ਪੀ ਗਿਆ, ਕਿਉਂਕਿ ਸੋ ਕਾਲਡ ਜਿਹੜਾ ਇਹਨਾਂ ਦਾ ਨਾਮ ਹੈ ਆਪਰੇਸ਼ਨ ਸੰਦੂਰ, ਉਸ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜੀ ਇੰਡੀਆ ਨੇ 9 ਪਾਕਿਸਤਾਨ ਦੇ ਟਿਕਾਣਿਆਂ ਤੇ ਹਮਲੇ ਕੀਤੇ। ਔਰ ਪਾਕਿਸਤਾਨ ਉਦੋਂ ਘਬਰਾਇਆ ਜਦੋਂ ਕਿ ਬ੍ਰਹਮੋਸ ਮਿਸਲ ਜਿਹੜੀਆਂ ਨੇ ਉਹ ਲਾਂਚ ਕੀਤੀਆਂ ਗਈਆਂ। ਹੁਣ ਜਿਹੜਾ ਬ੍ਰਹਮੋਸ ਮਿਸਲ ਹੈ ਜਿਹਦੇ ਬਾਰੇ ਹੁੰਦਾ ਜੀ ਅਸੀਂ ਫਿਲੀਪੀਨਸ ਨੂੰ ਵੇਚ ਰਹੇ ਹਾਂ, ਵਿਤਨਾਮ ਨੂੰ ਵੇਚ ਰਹੇ ਹਾਂ, ਫਲਾਣਾ, ਉਸ ਬਾਰੇ ਕਿਹਾ ਜਾਂਦਾ ਕਿ ਉਸ ਦੇ ਉੱਤੇ ਨਿਊਕਲੀਅਰ ਵਾਰਹੈਡ ਵੀ ਫਿੱਟ ਕੀਤਾ ਜਾ ਸਕਦਾ। ਔਰ ਉਹ ਬ੍ਰਹਮੋਸ ਮਿਸਲ ਨੂੰ ਇਹ ਆਪਣੀ ਵੱਡੀ ਪ੍ਰਾਪਤੀ ਕਿ ਜੀ ਇੰਡੀਆ में हर सब ਟੈਕਨੋਲੋਜੀ ਰਸ਼ੀਆ ਦੀ ਔਰ ਦੂਸਰਾ। ਹੁਣ ਜਿਹੜੀ ਖਬਰ ਨੂੰ ਮੈਂ ਕੁਦਰਤੀ ਮੈਂ ਵੀ 2 ਦਿਨ ਇਸ ਨੂੰ ਲੇਟ ਹੀ ਦੇਖਿਆ, BBC ਦੀ ਨਿਊਜ਼ ਸਰਵਿਸ ਸੀ ਕਿ ਪਾਕਿਸਤਾਨ ਦੀ ਫਤਹ 3 ਮਿਸਾਈਲ ਵਿੱਚ ਕੀ ਖਾਸ ਹੈ ਜੋ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਸਲ ਨਾਲ ਕੀਤੀ ਜਾ ਰਹੀ ਹੈ। ਹੁਣ ਇਹ ਇਨਫੈਕਟ ਜਿਹੜੀ ਹੈ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ਨੇ ਪਿਛਲੇ ਹਫਤੇ ਜਿਹੜੀ ਇੱਕ ਪ੍ਰੈਸ ਰਿਲੀਜ਼ ਕਰਕੇ ਉਹਨਾਂ ਨੇ ਫੋਟੋ ਜਾਰੀ ਕੀਤੀ ਜਿਹਦੇ ਚ ਫਤਹ 3 ਫਤਹ 3 ਕਰੂਜ਼ ਮਿਸਲ ਤੋਂ ਪਰਦਾ ਹਟਾਇਆ ਔਰ ਇਸ ਦੀ ਜਿਹੜੀ ਹੈ ਉਹਨਾਂ ਨੇ ਪ੍ਰਮੋਸ਼ਨਲ ਵੀਡੀਓ ਵੀ ਬਣਾਈ ਔਰ ਇਹ ਜਿਹੜੀਆਂ ਉਹਨਾਂ ਨੇ ਦੱਸਿਆ ਵੀ ਇਹਦੀਆਂ ਇਹ ਸਮਰੱਥਾਵਾਂ ਨੇ ਤੇ ਰੱਖਿਆ ਜਿਹੜੇ ਮਾਹਰ ਨੇ ਡਿਫੈਂਸ ਐਕਸਪਰਟ ਨੇ ਉਹਨਾਂ ਦਾ ਕਹਿਣਾ ਕਿ ਇੱਕ ਸੁਪਰਸੋਨਿਕ ਕਰੂਜ਼ ਮਿਸਲ ਹੈ ਜਿਹੜਾ ਆਵਾਜ਼ ਦੀ ਗਤੀ ਨਾਲੋਂ ਵੀ 3 ਤੋਂ 4 ਗੁਣਾ ਜ਼ਿਆਦਾ ਤੇਜ਼ ਜਾਂਦੀ ਹੈ। ਸੁਪਰਸੋਨਿਕ ਜਿਹੜੀ ਕਰੂਜ਼ ਮਿਸਲ ਹੈ। ਫਿਰ ਉਹਨਾਂ ਦਾ ਕਹਿਣਾ ਕਿ ਬਈ ਇਸ ਨੇ ਪਾਕਿਸਤਾਨ ਦੇ ਜਿਹੜੇ ਸਟੀਕ ਨਿਸ਼ਾਨੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਵਿੱਚ ਜਿਹੜੀ ਹੈ ਬੜੀ ਕਾਰਗਰ ਹੈ ਔਰ ਇਸ ਦੀ ਤੁਲਨਾ ਜਿਹੜੀ ਹੈ ਇਸ ਦਾ ਮੁਕਾਬਲਾ ਬ੍ਰਹਮੋਸ ਮਿਸਲ ਨਾਲ ਕੀਤਾ ਜਾ ਰਿਹਾ। ਇਹ BBC ਦੀ ਸਟੋਰੀ ਕਹਿੰਦੀ ਹੈ ਵੀ ਅਸੀਂ ਕੋਸ਼ਿਸ਼ ਕੀਤੀ ਜਾਣਨ ਦੀ ਕਿ ਫਤਹ 3 ਤੇ ਬ੍ਰਹਮੋਸ ਦੇ ਵਿੱਚ ਕੀ ਜਿਹੜੀਆਂ ਨੇ ਉਹ ਸਮਾਨਤਾਵਾਂ ਨੇ ਜਾਂ ਕਿਹੜੀਆਂ ਚੀਜ਼ਾਂ ਉਹਨਾਂ ਦੀਆਂ ਆਪਸ ਵਿੱਚ ਰਲਦੀਆਂ ਨੇ ਔਰ ਉਹਨਾਂ ਦਾ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਔਰ ਇਸ ਦੇ ਉੱਤੇ ਉਹਨਾਂ ਨੇ ਫਿਰ ਟੋਰਾਂਟੋ ਆਧਾਰਿਤ ਡਿਫੈਂਸ ਐਕਸਪਰਟਸ ਦਾ ਹਵਾਲਾ ਦਿੱਤਾ ਹੈ
ਕਿ ਉਹਨਾਂ ਨੇ ਬਿਲਾਲ ਹੁਸੈਨ ਨੇ ਉਹਨਾਂ ਨੇ ਕਿਹਾ ਵੀ ਹੁਣ ਤੱਕ ਜਿਹੜੀ ਗੱਲ ਫਤਿਹ 3 ਬਾਰੇ ਸਾਹਮਣੇ ਆਈ ਹੈ ਉਸ ਤੋਂ ਇਹ ਲੱਗਦਾ ਹੈ ਕਿ ਇਹ ਪਾਕਿਸਤਾਨੀ ਫੌਜ ਆਪਣੀ ਖੁਦ ਦੀ ਸੁਪਰਸਾਨਿਕ ਕਰੂਜ਼ ਮਿਜ਼ਾਈਲ ਤੇ ਕੰਮ ਕਰ ਰਹੀ ਸੀ ਕਾਫੀ ਦੇਰ ਤੋਂ, ਕਿ ਬਈ ਜ਼ਾਹਰ ਹੈ ਚੀਨ ਦੀ ਮਦਦ ਦੇ ਨਾਲ ਜਿਹੜਾ ਹੈ ਔਰ ਇਹ ਸਟੀਕ ਹਮਲਿਆਂ ਦੇ ਲਈ ਵਰਤਿਆ ਜਾਣ ਵਾਲਾ ਇਹ ਹਥਿਆਰ ਹੈ। ਹੁਣ ਇਸ ਤੋਂ ਪਹਿਲਾਂ, ਕਿਉਂਕਿ ਫਤਿਹ 3 ਦਾ ਮਤਲਬ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਕੋਲ 2 ਜਿਹੜੀਆਂ ਨੇ ਸੁਪਰਸੋਨਿਕ ਕਰੂਜ਼ ਮਿਸਾਈਲਸ ਨੇ, ਫਤਿਹ 1 ਜਿਸ ਦੀ ਰੇਂਜ ਜਿਹੜੀ ਹੈ 140 ਕਿਲੋਮੀਟਰ ਹੈ, ਜਦੋਂ ਕਿ ਫਤਿਹ 2 ਦੀ ਜਿਹੜੀ ਹੈ ਉਹ 400 ਕਿਲੋਮੀਟਰ ਹੈ। ਹੁਣ ਜਿਹੜਾ 28 ਅਪ੍ਰੈਲ 2026 ਨੂੰ ਪਾਕਿਸਤਾਨੀ ਫੌਜ ਨੇ ਕਿਹਾ ਕਿ ਭਾਈ ਫਤਿਹ 2 ਲਾਂਚ ਕੀਤੀ ਗਈ। ਫਤਿਹ 2 ਵੀ ਜਿਹੜੀ ਹੈ ਉਹ ਅਪ੍ਰੈਲ ਦੇ ਮਹੀਨੇ 'ਚ ਲਾਂਚ ਕੀਤੀ ਗਈ। ਹੁਣ ਜਿਹੜੀ ਹੈ ਆਲਰੇਡੀ ਉਹਨਾਂ ਨੇ ਕਿਹਾ ਕਿ 750 ਕਿਲੋਮੀਟਰ ਦੀ ਤੱਕ ਮਾਰ ਕਰਨ ਵਾਲੀ ਫਤਿਹ 4 ਨੂੰ ਵੀ ਜਿਹੜਾ ਹੈ ਉਹ ਆਲਰੇਡੀ ਲਾਂਚ ਕਰਨ ਦੇ ਲਈ ਉਸ ਨੂੰ ਟੈਸਟ ਕੀਤਾ ਜਾ ਚੁੱਕਾ ਹੈ। ਪਰ ਹੁਣ ਕਲੀਅਰਲੀ ਫਤਿਹ 3 ਜਿਹੜੀ ਹੈ ਸੁਪਰਸੋਨਿਕ ਕਰੂਜ਼ ਮਿਸਾਈਲ ਦੇ ਤੌਰ ਤੇ ਉਸ ਨੂੰ ਡਿਵੈਲਪ ਕੀਤਾ ਗਿਆ ਔਰ ਇਹ ਜਿਹੜੀ ਹੈ IPSR ਵੱਲੋਂ ਜਿਹੜੀ ਵੀਡੀਓ ਜਾਰੀ ਕੀਤੀਆਂ ਗਈਆਂ ਜਾਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਉਹਦੇ 'ਚ ਇਹ ਹੈ ਕਿ ਵੀ ਇਹ ਜਿਹੜਾ ਉਹਦਾ ਇੱਕ ਰੈਮਜ਼ੈਟ ਇੰਜਨ ਦੀ ਬਦੌਲਤ ਉਸ ਦੀ ਜਿਹੜੀ ਸਪੀਡ ਹੈ ਉਹ ਵਾਇਸ ਨਾਲੋਂ ਵੀ ਜ਼ਿਆਦਾ ਤੇਜ਼ ਹੈ ਔਰ ਇਸ ਦਾ ਜਿਹੜਾ ਡਿਜ਼ਾਈਨ ਹੈ ਚੀਨ ਦੇ ਵਿੱਚ HD-1 ਮਿਸਾਈਲ ਜਿਹੜੀ ਚੀਨ ਨੇ ਬਣਾਈ ਹੈ ਉਹਦੇ ਨਾਲ ਮਿਲਦਾ ਜੁਲਦਾ ਹੈ। HD-1 ਵੀ ਇੱਕ ਸੁਪਰਸੋਨਿਕ ਕਰੂਜ਼ ਮਿਸਾਈਲ ਹੈ ਜਿਹਨੂੰ 2018 ਦੇ ਵਿੱਚ ਇੱਕ ਚੀਨੀ ਮਾਈਨਿੰਗ ਕੰਪਨੀ ਨੇ ਜਿਸ ਨੂੰ ਬਣਾਇਆ ਸੀ ਔਰ ਕੰਪਨੀ ਦੇ ਮੁਤਾਬਕ ਉਹਦੀ ਰਫ਼ਤਾਰ 2716 ਤੋਂ 4321 ਕਿਲੋਮੀਟਰ ਪਰ ਆਵਰ ਬਹੁਤ ਸਪੀਡ ਹੈ ਜਿਹੜੀ ਹੈ। ਔਰ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਪਾਕਿਸਤਾਨ ਜ਼ਿਆਦਾ ਡਿਪੈਂਡ ਕਰਦਾ ਹੈ ਚੀਨ ਤੋਂ ਆਪਣੇ ਹਥਿਆਰਾਂ ਦੇ ਲਈ ਜਾਂ ਉੱਥੋਂ ਇੰਪੋਰਟ ਕਰਦਾ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ HD-1 ਮਿਸਾਈਲ ਉਹਨਾਂ ਨੇ ਘਰੇਲੂ ਪੱਧਰ ਤੇ ਤਿਆਰ ਕੀਤੀ ਹੈ ਇਸ ਲਈ ਉਹਨਾਂ ਨੇ ਚੀਨ ਦੀ ਆਗਿਆ ਲੈ ਲਈ ਹੋਏਗੀ ਔਰ ਫਿਰ ਉਹਦੇ 'ਚ ਇਹ ਹੈ ਕਿ ਭਾਈ ਇਹ ਵਾਕਈ ਬ੍ਰਹਮੋਸ ਦੇ ਨਾਲ ਮਿਲਦੀ ਹੈ ਕਿਉਂਕਿ ਇਹ ਜਿਹੜੀ ਇਹਦੀ ਸਪੀਡ ਹੈ ਉਹ ਬ੍ਰਹਮੋਸ ਨਾਲੋਂ ਵੀ ਤੇਜ਼ ਹੈ ਔਰ ਇਹ ਜਿਹੜੀ ਹੈ ਬ੍ਰਹਮੋਸ ਦੀ ਤਰ੍ਹਾਂ ਜਿਹੜੀ HD-1 ਹੈ ਉਹਨੂੰ ਵੀ ਜ਼ਮੀਨ ਤੇ ਹਵਾ ਦੋਨਾਂ ਤੋਂ ਲਾਂਚ ਕੀਤਾ ਜਾ ਸਕਦਾ ਵੀ ਤੁਸੀਂ ਜਹਾਜ਼ ਤੇ ਹੋ ਉੱਤੋਂ ਵੀ ਤੁਸੀਂ ਲਾਂਚ ਕਰਦੇ ਹੋ ਤੇ ਜ਼ਮੀਨੀ ਲੈਵਲ ਤੇ ਵੀ ਲਾਂਚ ਕਰਦੇ ਹੋ ਔਰ ਇਹ ਕਿਉਂਕਿ ਜਿਹੜੀ ਬ੍ਰਹਮੋਸ ਮਿਸਾਈਲ ਹੈ ਉਹ ਸੁਪਰਸੋਨਿਕ ਸਪੀਡ ਨਾਲ 290 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀ ਹੈ ਪਰ ਇਸ ਦੇ ਨਾਲ ਨਾਲ ਉਹ ਕਿੰਨੀ ਕੁ ਸਟੀਕ ਹੈ ਉਹਦਾ ਨਿਸ਼ਾਨਾ ਕਿੰਨਾ ਕੁ ਸਟੀਕ ਹੈ ਇਹਦੇ ਬਾਰੇ ਕੋਈ ਬਹੁਤਾ ਕਲੀਅਰ ਨਹੀਂ ਹੈ ਲੇਕਿਨ ਬ੍ਰਹਮੋਸ ਜਿਹੜੀ 에ਅਰ ਸਪੇਸ ਦੇ ਮੁਤਾਬਕ ਇਹ ਰਡਾਰ ਤੋਂ ਵੀ ਬਚ ਕੇ ਮਾਰ ਕਰ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਫਾਇਰ ਐਂਡ ਫੋਰਗੇਟ ਜਿਹੜਾ ਪ੍ਰਿੰਸੀਪਲ ਹੈ ਉਸ ਦੇ ਤਹਿਤ ਇਸ ਦੇ ਉੱਤੇ ਫਿਰ ਨਿਗਰਾਨੀ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਇੰਨੀ ਸਟੀਕ ਹੁੰਦੀ ਹੈ ਤੁਸੀਂ ਉਹਨੂੰ ਲਾਂਚ ਕਰਨ ਤੋਂ ਪਹਿਲਾਂ ਨਿਸ਼ਾਨੇ ਨੂੰ ਮਿੱਥਿਆ ਲਾਂਚ ਕੀਤੀ ਐਂਡ ਫਾਇਰ ਐਂਡ ਫੋਰਗੇਟ ਤੁਸੀਂ ਭੁੱਲ ਜਾਓਗੇ ਵੀ ਤੁਸੀਂ ਇਹਨੂੰ ਲਾਂਚ ਕੀਤਾ ਗਿਆ ਔਰ ਇਹ ਜਿਹੜਾ ਇਸ ਸਾਰੇ ਦਾ ਜਿਹੜਾ ਕਿ ਪਾਕਿਸਤਾਨ ਦੇ ਕੋਲ ਜਿਹੜੀ ਮਿਸਾਈਲ ਕੈਪੈਸਿਟੀ ਹੈ ਉਹ ਭਾਰਤ ਨਾਲੋਂ ਜ਼ਿਆਦਾ ਬਿਹਤਰ ਉਹਨਾਂ ਦਾ ਡਿਲੀਵਰੀ ਸਿਸਟਮ ਹੈ ਔਰ ਇਸ ਲਈ ਇਸ ਨੂੰ ਇਵੇਂ ਹੀ ਦੇਖਿਆ ਜਾ ਰਿਹਾ ਵੀ ਇਹ ਭਾਰਤ ਦੇ ਬ੍ਰਹਮੋਸ ਮਿਸਾਈਲ ਦਾ ਤੋੜ ਹੈ। ਸੋ ਇਸ ਸਾਰੇ ਚੋਂ ਅਸੀਂ ਇਸ ਡਿਟੇਲ ਦੇ ਵਿੱਚ ਤਾਂ ਨਹੀਂ ਜਾਣਦੇ ਕਿ ਭਾਈ ਕਿੰਨੀ ਇਨਫੋਰਮੇਸ਼ਨ ਇਹ ਠੀਕ ਹੈ ਤੇ ਕਿੰਨੀ ਬ੍ਰਹਮੋਸ ਮਿਸਾਈਲ ਦੇ ਨਾਲ ਰਿਲੇਟਡ ਠੀਕ ਹੈ ਪਰ ਇਹਦੇ ਚੋਂ ਇੱਕ ਗੱਲ ਅਸੀਂ ਦੇਖ ਸਕਦੇ ਹਾਂ ਹਥਿਆਰ ਰੇਸ ਉਹ ਸਾਊਥ ਏਸ਼ੀਆ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਦੂਸਰੇ ਤੋਂ ਇਨਸਿਕਿਉਰਿਟੀ ਇੱਕ ਦੂਸਰੇ ਤੋਂ ਡਰ ਔਰ ਖਾਸ ਤੌਰ ਤੇ ਭਾਰਤ ਦਾ ਅਖੰਡ ਭਾਰਤ ਦੇ ਨਾਂ ਥੱਲੇ ਜਿਹੜਾ ਉਹਨਾਂ ਦਾ ਖਤਰਨਾਕ ਸੁਪਨਾ ਜਿਹਦੇ ਲਈ ਉਹ ਲਗਾਤਾਰਤਾ ਦੇ ਨਾਲ ਉਹਨਾਂ ਦੇ ਲੀਡਰ ਇਹ ਪ੍ਰਚਾਰਦੇ ਨੇ। ਸੁਬਰਾਮਨਿਅਮ ਸਵਾਮੀ ਤਾਂ ਖੁੱਲ੍ਹ ਕੇ ਕਹਿੰਦਾ ਕਿ ਜੀ ਅਸੀਂ ਆਪਣੇ ਲਾਈਫ ਟਾਈਮ ਦੇ ਵਿੱਚ ਪਾਕਿਸਤਾਨ ਦੇ 2 ਟੁਕੜੇ ਕੀਤੇ ਤੇ ਤੁਸੀਂ ਇਹਦੇ 4 ਟੁਕੜੇ ਕਰਨੇ ਨੇ। ਸੋ ਜ਼ਾਹਰ ਹੈ ਕਿ ਵੀ ਪਾਕਿਸਤਾਨ ਨੂੰ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਨਿਊਕਲੀਅਰ ਆਪਣੀ ਥਾਂ ਤੇ ਹੈ ਜਿਹੜਾ ਕਿ ਇੱਕ ਡੈਟਰੈਂਟ ਦੇ ਤੌਰ ਤੇ ਹੈ ਪਰ ਬਹੁਤ ਵਾਰ ਨਿਊਕਲੀਅਰ ਤੱਕ ਪਹੁੰਚਣ ਤੋਂ ਪਹਿਲਾਂ ਤੁਹਾਡੇ ਕੋਲ ਮੈਚਿੰਗ ਵੈਪਨਰੀ ਮੈਚਿੰਗ 에ਅਰ ਫੋਰਸ ਮੈਚਿੰਗ ਗਰਾਊਂਡ ਦੇ ਉੱਤੇ ਟਰੂਪਸ ਔਰ ਉਹਦੇ ਹਥਿਆਰ ਹੋਣੇ ਚਾਹੀਦੇ ਨੇ। ਸੋ ਇਹ ਜਿਹੜਾ ਬੜਾ
ਉੜਕਦੇ ਸੀ, ਫੁਦਕਦੇ ਸੀ ਕਿ ਜੇ ਅਸੀਂ ਬ੍ਰਹਮੋਸ ਮਿਸਾਈਲ ਬਣਾ ਲਈਏ। ਹੁਣ ਪਾਕਿਸਤਾਨ ਨੇ ਫਤਿਹ 3 ਦੇ ਨਾਲ ਉਹਦਾ ਤੋੜ ਲੱਭ ਲਿਆ ਔਰ ਆਲਰੇਡੀ ਫਤਿਹ 4 ਦੇ ਉੱਤੇ ਉਹ ਕੰਮ ਕਰ ਰਹੇ ਨੇ। ਹੁਣ ਫਤਿਹ ਦਾ ਆਪਣੇ ਆਪ 'ਚ ਮਤਲਬ ਵਿਕਟਰੀ ਹੁੰਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਨ ਐਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦੇ ਹਾਂ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ। ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਖੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਰਾਈਟਰ ਨਿਊਜ਼ ਏਜੰਸੀ ਖਬਰ ਜਿਹੜੀ ਹੈ ਉਸ ਦੇ ਅਨੁਸਾਰ ਕਿ ਅਮਰੀਕਨ ਜਸਟਿਸ ਡਿਪਾਰਟਮੈਂਟ ਵੱਲੋਂ ਗੌਤਮ ਅਡਾਨੀ ਦੇ ਖਿਲਾਫ ਚੱਲ ਰਹੇ ਫਰੋਡ ਕੇਸਾਂ ਨੂੰ ਵਾਪਸ ਲਿਆ ਜਾ ਰਿਹਾ ਹੈ ਔਰ ਇਸ ਖਬਰ ਤੇ ਰਿਐਕਟ ਕਰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਨੇ ਕਿਹਾ ਹੈ ਕਿ ਮੋਦੀ ਨੇ ਅਮਰੀਕਾ ਨਾਲ ਅਡਾਨੀ ਨੂੰ ਬਚਾਉਣ ਲਈ ਜੋ ਡੀਲ ਕੀਤੀ ਉਸ ਦੇ ਨਤੀਜੇ ਵਜੋਂ ਆਪਰੇਸ਼ਨ ਸਿੰਦੂਰ ਨੂੰ ਰੋਕਿਆ ਗਿਆ ਅਤੇ ਅਮਰੀਕਾ ਦੀਆਂ ਸ਼ਰਤਾਂ ਤੇ ਜਿਹੜੀ ਹੈ ਟ੍ਰੇਡ ਡੀਲ ਵੀ ਸਾਈਨ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਹਾਲਾਂਕਿ ਜਿਹੜੀ ਖਬਰ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਹਦੀਆਂ ਬਹੁਤ ਡਿਟੇਲਸ ਤਾਂ ਨਹੀਂ ਆਈਆਂ, ਲੇਕਿਨ ਜਿਹੜੀ ਨਿਊਜ਼ ਏਜੰਸੀ ਦਾ ਸੋਰਸ ਹੈ ਉਹ ਬਹੁਤ ਕ੍ਰੈਡੀਬਲ ਹੈ, ਰਾਇਟਰ। ਜਦੋਂ ਅਸੀਂ ਦੁਨੀਆ 'ਚ ਪ੍ਰਿੰਟ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ, AP ਐਸੋਸੀਏਟਡ ਪ੍ਰੈਸ, ਰਾਇਟਰ, AFP ਏਜੰਸੀ ਫ੍ਰੈਂਚ ਪ੍ਰੈਸ ਜਾਂ BBC, ਇਹਨਾਂ ਨੂੰ ਬਹੁਤ ਕ੍ਰੈਡੀਬਲ ਸੋਰਸ ਮੰਨਿਆ ਜਾਂਦਾ ਹੈ। ਅੱਛਾ। ਔਰ ਜੇ ਇਹ ਖਬਰ ਠੀਕ ਹੋਏ, ਜੇ ਇਸ ਦੀਆਂ ਕਾਫੀ ਸੰਭਾਵਨਾਵਾਂ ਨੇ, ਤੇ ਇਹ ਕੋਈ ਸਾਡੇ ਲਈ ਕੋਈ ਬਹੁਤ ਚੰਗੀ ਖਬਰ ਨਹੀਂ ਹੈ, ਕਿਉਂਕਿ ਅਸੀਂ ਮੁੱਢ ਤੋਂ ਹੀ ਜਦੋਂ ਤੋਂ ਇੱਕ ਪਾਸੇ ਨਿਖਿਲ ਗੁਪਤਾ ਕਾਬੂ ਆਇਆ ਔਰ ਅਡਾਨੀ ਦੇ ਖਿਲਾਫ ਜਿਹੜੇ ਕਰਪਸ਼ਨ, ਫਰਾਡ, ਕਿ ਕਿਵੇਂ ਉਹਨੇ ਜਿਹੜੇ ਅਮਰੀਕਨ ਟੈਕਸਪੇਅਰ ਮਨੀ ਲਵਾ ਕੇ ਜਿਹੜੇ ਕਾਨੂੰਨ ਨੇ ਉਹਨੂੰ ਤੋੜਿਆ ਔਰ ਉਹਦੇ ਉੱਤੇ ਪੂਰਾ ਸ਼ਿਕੰਜਾ ਕੱਸਿਆ ਹੋਇਆ ਸੀ ਅਡਾਨੀ ਦੇ ਉੱਤੇ। ਹੁਣ ਜਿਹੜੀ ਰਾਇਟਰ ਦੀ ਨਿਊਜ਼ ਏਜੰਸੀ ਦੀ ਖਬਰ ਹੈ ਉਹਦੀ ਹੈਡਿੰਗ ਇਹ ਹੈ, US authorities move to resolve fraud cases against Gautam Adani, says report. US Justice Department may announce that the charges against Gautam Adani will be dropped this week, the report said, citing people familiar with the matter. ਕਿ ਜਿਹੜੇ ਲੋਕ ਇਸ ਸਾਰੇ ਤੋਂ ਜਾਣੂ ਨੇ ਉਹਨਾਂ ਦਾ ਕਹਿਣਾ ਹੈ ਕਿ ਗੌਤਮ ਅਡਾਨੀ ਦੇ ਖਿਲਾਫ ਜਿਹੜੇ ਫਰਾਡ ਚਾਰਜਸ ਨਿਊਯਾਰਕ ਦੀ ਅਦਾਲਤ ਦੇ ਵਿੱਚ ਸਨ, US ਜਸਟਿਸ ਡਿਪਾਰਟਮੈਂਟ ਜਿਹੜਾ ਹੈ ਉਹਨਾਂ ਨੂੰ ਡ੍ਰੌਪ ਕਰਨ ਜਾ ਰਹੇ। ਔਰ ਇਹ ਜਿਹੜਾ ਇਸ ਦਾ ਬਲੂਮਬਰਗ ਨਿਊਜ਼ ਰਿਪੋਰਟਿੰਗ ਜ਼ਾਹਰ ਹੈ ਕਿ ਬਲੂਮਬਰਗ ਤੇ ਆਧਾਰਿਤ। ਫਿਰ ਰਾਇਟਰ ਨੇ ਕਿਹਾ ਕਿ ਵੀ ਅਸੀਂ ਇਮੀਡੀਏਟਲੀ ਤਾਂ ਇਹਨੂੰ ਰਿਪੋਰਟ ਨੂੰ ਵੈਰੀਫਾਈ ਨਹੀਂ ਕਰ ਸਕੇ, ਪਰ ਇਹ ਅਸੀਂ ਰਿਪੋਰਟ ਕਰ ਰਹੇ ਹਾਂ।
ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਸਾਨੂੰ ਵੀ ਇਹ ਹਮੇਸ਼ਾ ਲੱਗਦਾ ਰਿਹਾ ਕਿ ਵੀ ਇਹ ਜਿਹੜਾ ਉਹਦੇ ਖਿਲਾਫ ਇੱਕ ਪਾਸੇ ਵਾਰੰਟ ਸੀ, ਪਹਿਲਾਂ ਇੰਡੀਅਨ ਗਵਰਨਮੈਂਟ ਨੇ ਸਰਵ ਨਹੀਂ ਕੀਤੇ, ਫਿਰ ਅਮਰੀਕਨ ਅਦਾਲਤਾਂ ਨੇ ਕਿਹਾ ਵੀ ਉਹਨੂੰ ਫੜਾਓ। ਦੂਜਾ ਸਾਨੂੰ ਸੀ ਵੀ ਅੰਡਰਲਾਈਂਗ ਅਲਟੀਮੇਟਲੀ ਇਹ ਕੋਈ ਨਾ ਕੋਈ ਡੀਲ ਚੱਲ ਰਹੀ ਹੈ ਔਰ ਉਸ ਡੀਲ ਦੇ ਵਿੱਚ ਅਮਰੀਕਾ, ਦੇਖੋ ਹਰ ਇੱਕ ਦੇ ਆਪਣੇ ਨੈਸ਼ਨਲ ਇੰਟਰਸਟ ਨੇ। ਅਮਰੀਕਾ ਦਾ ਇੰਟਰਸਟ, ਜੇ ਅਮਰੀਕਾ ਨੇ ਅਡਾਨੀ ਵਾਲੇ ਕੇਸ ਨੂੰ ਜਿਹੜਾ ਹੈ ਉਹ ਇੱਕ ਬਾਰਗੇਨਿੰਗ ਚਿਪ ਬਣਾ ਕੇ ਇੰਡੀਆ ਤੋਂ ਜੋ ਮਨਮਰਜ਼ੀ ਦੇ ਕੰਸੈਸ਼ਨ ਟ੍ਰੇਡ ਪੈਕਟ ਦੇ ਵਿੱਚ ਕੱਢਣਾ ਚਾਹੁੰਦੇ ਨੇ, ਜਾਂ ਜਿਵੇਂ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਵੀ ਆਪਰੇਸ਼ਨ ਸੰਦੂਰ ਵੀ ਜਿਹੜਾ ਇਸ ਪ੍ਰਭਾਵ ਥੱਲੇ ਰੋਕਿਆ ਗਿਆ, ਜਾਂ ਜਿਹਦੇ ਥੱਲੇ ਅਸੀਂ ਦੇਖਦੇ ਹਾਂ ਵੀ ਇੰਨਾ ਟਰੰਪ ਨੇ ਬੇਇੱਜ਼ਤ ਕੀਤਾ ਮੋਦੀ ਨੂੰ, ਇੰਨੀ ਵਾਰ 80 ਤੋਂ ਜ਼ਿਆਦਾ ਵਾਰ ਪਾਕਿਸਤਾਨ ਔਰ ਭਾਰਤ ਜੰਗ ਰੁਕਵਾਉਣ ਦੀ ਗੱਲ ਕੀਤੀ ਹੈ। ਜੋ ਅਮਰੀਕਾ ਕਹਿੰਦਾ ਹੈ ਕਿ ਵੀ ਮਤ ਲਓ ਈਰਾਨ ਦਾ ਆਇਲ, ਨਾਲ ਦੀ ਨਾਲ ਹਜ਼ੂਰ ਸਾਡੇ ਮਾਈ ਬਾਪ ਬਲੌਕ ਕਰ ਦਿੰਦੇ ਨੇ। ਰਸ਼ੀਅਨ ਆਇਲ ਲੈਣ ਲਈ 1 ਮਹੀਨੇ ਦੀ ਜਿਹੜੀ ਹੈ ਉਹ ਸੈਂਕਸ਼ਨ ਚੱਕੀ ਸੀ ਅਮਰੀਕਾ ਨੇ, ਉਹ ਮਹੀਨਾ ਖਤਮ ਹੋਣ ਵਾਲਾ ਹੈ, ਨਾਲ ਦੀ ਨਾਲ ਹੀ ਇਹਨਾਂ ਨੂੰ ਫਿਰ ਵਕਤ ਪਿਆ ਕਿ ਜੀ ਅਸੀਂ ਜਿਹੜਾ ਉਹ ਮੰਨਣਾ ਹੀ ਮੰਨਣਾ ਅਮਰੀਕਾ ਦੀ ਗੱਲ। ਹੁਣ ਜਿਹੜੀ ਗੱਲ ਮੈਂ ਸਮਝਦਾ ਕਿ ਵੀ ਇਹ ਜਿਹੜੀ ਡੀਲ ਦਾ ਹਿੱਸਾ ਹੋਏਗਾ, ਕਾਂਗਰਸ ਨੇ ਇਸ ਦੇ ਉੱਤੇ ਸਵਾਲ ਚੁੱਕਿਆ। ਕਲੀਅਰ ਵਾਈ PM agreed to trade deal halted operation Sindoor, Congress on US drop charges against Adani। ਹੁਣ ਇਹ ਜਿਹੜਾ ਕਾਂਗਰਸ ਦਾ ਜਨਰਲ ਸੈਕਟਰੀ ਹੈ ਮਿਸਟਰ ਜੈਰਾਮ ਰਮੇਸ਼, ਉਹਨਾਂ ਨੇ ਇਸ ਦੇ ਉੱਤੇ ਜੋ ਕਿਹਾ ਕੋਟ ਅਨਕੋਟ, ਉਹਨਾਂ ਨੇ ਕਿਹਾ ਕਿ ਭਾਈ ਇਟ ਇਜ਼ ਨਾਓ ਕਲੀਅਰ ਵਾਈ ਦਾ ਪ੍ਰਾਈਮ ਮਿਨਿਸਟਰ ਐਗਰੀਡ ਟੂ ਹੋਪਲੈਸਲੀ ਵਨ ਸਾਈਡਡ ਇੰਡੋ-US trade deal and that was really a steal by the US, and it is also clear why he abruptly halted Operation Sindoor on May 10, 2025, acting on President Trump's threats and rather than on our national interest। और फिर उन्होंने कहा कि reportedly the Trump administration is about to drop all charges of corruption against Adani। How much more compromise can the Prime Minister get, Mr. Ramesh asked। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਵੀ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕਿ ਵੀ ਸਮੈਲ ਏ ਰੈਟ ਹੀਅਰ। ਸਾਨੂੰ ਲੱਗ ਰਿਹਾ ਕਿ ਵੀ ਇਹ ਜਿਹੜਾ ਡੀਲ ਵੀ ਅਮਰੀਕਾ ਨਾਲ ਬਣਾਈ, ਟ੍ਰੇਡ ਪੈਕਟ ਵੀ ਔਰ ਦੂਸਰਾ ਵੀ, ਔਰ ਜਿਹੜਾ ਮੋਦੀ ਗੋਡੇ ਟੇਕ ਕੇ ਹਜ਼ੂਰ ਸਾਡੇ ਮਾਈ ਬਾਪ, ਉਹ ਅੱਗੋਂ ਕਹਿ ਰਿਹਾ, ਜੋ ਵੀ ਕਹਿ ਰਿਹਾ ਉਹ ਕਹਿ ਰਿਹਾ ਹਜ਼ੂਰ ਸਾਡੇ ਮਾਈ ਬਾਪ। ਹੁਣ ਜਦੋਂ ਤੱਕ ਡਿਟੇਲ ਨਹੀਂ ਆਉਂਦੀ ਅਸੀਂ ਇਸ ਦੇ ਉੱਤੇ ਕੁਝ ਨਹੀਂ ਕਹਿ ਸਕਦੇ, ਪਰ ਇਸ ਗੱਲ ਲਈ ਸਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਜੇ ਸਾਰੇ ਦੇ ਵਿੱਚ ਨਿਖਿਲ ਗੁਪਤਾ ਕੇਸ, ਟ੍ਰਾਂਸਨੈਸ਼ਨਲ ਰਿਪਰੈਸ਼ਨ, ਵਿਕਾਸ ਯਾਦਵ ਜਿਹੜਾ ਮਾਰਕਡ ਬੰਦਾ ਹੈ ਜਿਹਦੀ ਐਕਸਟ੍ਰੈਡੀਸ਼ਨ ਹੁਣ ਤੱਕ ਮੰਗੀ ਜਾਣੀ ਚਾਹੀਦੀ ਸੀ, ਜਿਹੜੀ ਨਹੀਂ ਮੰਗੀ ਗਈ, ਸੋ ਜਦੋਂ ਡੀਲਸ ਹੁੰਦੀਆਂ ਨੇ ਉਹਦੇ 'ਚ ਫਿਰ ਬਹੁਤ ਕੁਛ ਦੀ ਸੌਦੇਬਾਜ਼ੀ ਹੁੰਦੀ ਹੈ। ਇਸ ਗੱਲ ਨੂੰ ਮੈਂ ਇੱਥੇ ਹੀ ਠੱਪ ਕਰ ਦਿੰਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਖੁਸ਼ੀਆਂ ਮਨਾਉਂਦਿਆਂ ਹੋਇਆਂ ਗੁਰਦੁਆਰਾ ਸਿੰਘ ਸਭਾ ਕਾਟਰੇਟ ਨਿਊ ਜਰਸੀ ਵੱਲੋਂ ਮਿਤੀ 16 ਮਈ ਦਿਨ ਸ਼ਨੀਚਰਵਾਰ ਨੂੰ ਨਗਰ ਕੀਰਤਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ। ਬੋਰੋ ਸਿਟੀ ਹਾਲ ਵਿਖੇ ਪਹਿਲਾਂ ਸ੍ਰੀ ਨਿਸ਼ਾਨ ਸਾਹਿਬ ਚਲਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 50 ਪਿਆਰਿਆਂ ਦੀ ਗਵਾਹੀ ਦੇ ਵਿੱਚ ਵਾਹਿਗੁਰੂ ਸ਼ਬਦ ਜਸ ਗਾਇਨ ਕਰਦਿਆਂ ਹੋਇਆ ਸੰਗਤਾਂ ਕਾਟਰੇਟ ਪਾਰਕ ਵਿੱਚ ਪਹੁੰਚਣਗੀਆਂ ਅਤੇ ਉੱਥੇ ਬੁਲਾਰੇ ਬੋਲਣਗੇ, ਢਾਡੀ ਜਥੇ ਵਾਰਾਂ ਗਾਇਨ ਕਰਨਗੇ, ਗੁਰੂ ਕਾ ਲੰਗਰ ਟੁੱਟ ਵਰਤੇਗਾ। ਸਮਾਪਤੀ ਤੋਂ ਬਾਅਦ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਗੁਰਦੁਆਰਾ ਸਿੰਘ ਸਭਾ ਵਿਖੇ ਅੰਮ੍ਰਿਤ ਬਲਾਕੀਆਂ ਨੂੰ ਛਕਾਉਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਸਿੰਘ ਕੇਸਰੀ ਦਸਤਾਰਾਂ ਸਜਾ ਕੇ, ਬੀਬੀਆਂ ਕੇਸਰੀ ਦੁਪੱਟੇ ਸਜਾ ਕੇ ਸਮੇਤ ਪਰਿਵਾਰਾਂ ਦੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ, ਸਤਿ ਸ੍ਰੀ ਅਕਾਲ। ਸਿਗਨੇਚਰ ਟਰੱਕ ਸਰਵਿਸ
ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੀਆਂ ਲਿਖਤਾਂ ਨੇ ਉਹ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਕਿ ਆਬਜ਼ਰਵਰ ਸੈਂਟਰ ਦੀ ਜਿਹੜੀ ID ਤੋਂ ਜਿਹੜੀ ਲਿਖਤ ਸਾਨੂੰ ਮਿਲੀ ਹੈ, ਆਸਟ੍ਰੇਲੀਆ ਗਵਰਨਮੈਂਟ ਦਾ ਭਾਰਤ ਵੱਲੋਂ ਝੁਕਣਾ ਗਲਤ ਨੀਤੀ ਹੈ। ਸੋ ਇਸ ਬਾਰੇ ਜਿਹੜੀ ਲਿਖਤ ਵਸੂਲ ਹੋਈ ਹੈ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ 'ਤੇ ਅਸੀਂ ਸ਼ੁੱਕਰਵਾਰ, ਫਰਾਈਡੇ, ਜੁਮੇ ਦੇ ਰੋਜ਼ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਸ਼ਮੂਲੀਅਤ ਕਰਦੇ ਹਾਂ। ਆਪਣੇ ਸਾਡੇ ਸ਼ਾਇਰ ਜਿਹੜੇ ਨੇ ਉਹਨਾਂ ਦਾ ਵੀ ਅਸੀਂ ਜਿਹੜਾ ਕਲਾਮ ਸਾਂਝਾ ਕਰਦੇ ਹਾਂ। ਅੱਛਾ। ਪਰ ਕਈ ਵਾਰ ਫਰਾਈਡੇ ਟਰੈਵਲ ਹੋਣ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਇਹ ਮਿਸ ਵੀ ਹੁੰਦਾ। ਸੋ ਮੈਂ ਕਈ ਵਾਰ ਵਰਕਿੰਗ ਡੇਜ਼ ਦੇ ਵਿੱਚ ਵੀ ਦੂਸਰੇ ਦਿਨਾਂ 'ਚ ਵੀ ਜਿਹੜਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜਿਹਦੇ 'ਚ ਕੋਈ ਨਾ ਕੋਈ ਮੈਸੇਜ ਹੈ ਉਸ ਲਿਖਤ ਨੂੰ ਜਿਹੜਾ ਉਹ ਐਂਟਰਟੇਨ ਕਰਾਂ। ਸੋ ਇਸ ਪੀਰੀਅਡ 'ਚ ਪਿਛਲੇ 2 ਹਫ਼ਤੇ ਦੇ ਵਿੱਚ ਆਬਜ਼ਰਵੇਸ਼ਨ ਸੈਂਟਰ ਦੀ ID ਤੋਂ ਸਾਨੂੰ 2 ਲਿਖਤਾਂ ਹਾਸਲ ਹੋਈਆਂ। ਪਹਿਲੀ ਕਿਉਂਕਿ ਉਹਦੇ 'ਚ ਆਸਟ੍ਰੇਲੀਅਨ ਗਵਰਨਮੈਂਟ ਆਉਣ ਵਾਲੇ ਜੁਲਾਈ ਦੇ ਮਹੀਨੇ 'ਚ ਜਦੋਂ ਕਿ ਮੋਦੀ ਨੇ ਆਸਟ੍ਰੇਲੀਆ ਆਉਣਾ, ਉਹਦੇ ਆਓ ਭਗਤ ਦੀਆਂ ਤਿਆਰੀਆਂ ਕਰ ਰਹੀ ਹੈ ਔਰ ਉਸ ਬਾਰੇ ਇਸ ਲਿਖਤ ਦੇ ਵਿੱਚ ਹਾਈਲਾਈਟ ਕੀਤਾ ਗਿਆ ਕਿ ਭਾਈ ਫਤਿਹ ਬੁਲਾਈ ਹੈ। ਅੱਛਾ। Australian government has recently ramped up preparations for state visit of Indian Prime Minister Modi to Australia in July later this year and are framing the rebranded relationship as maritime security partnership after earlier attempts to portray India as a emerging economy and basing the relationship on that assumption. So the new proposed security partnership with New Delhi is strange, considering that most of the Indian Navy, especially the submarines, are Russian technology and Russia is a junior partner of China in BRICS axis. ਹੁਣ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਜਦੋਂ ਆਸਟ੍ਰੇਲੀਆ ਭਾਰਤ ਵੱਲ ਝੁਕਾਅ ਰੱਖਦਾ ਸੀ ਤਾਂ ਇਹ ਬ੍ਰਾਂਡ ਵੇਚਿਆ ਜਾਂਦਾ ਸੀ ਕਿ ਦੇਖੋ ਭਾਰਤ ਦੁਨੀਆ ਦੀ ਉੱਭਰ ਰਹੀ ਆਰਥਿਕਤਾ ਹੈ, ਐਮਰਜਿੰਗ ਇਕੋਨਮੀ। ਔਰ ਹੁਣ ਤਾਂ ਉਹਨਾਂ ਦਾ ਜਲੂਸ ਨਿਕਲ ਗਿਆ, ਉਹਨਾਂ ਦੀ ਇੰਡੀਅਨ ਰੂਪੀ ਜਾਂ ਉਹਨਾਂ ਦੀ ਕਰੰਸੀ ਵਰਸਟ ਪਰਫਾਰਮਿੰਗ ਇਨ ਦਾ ਵਰਲਡ ਹੈ। ਹੁਣ ਇਹਨੂੰ ਜਿਹੜਾ ਆਸਟ੍ਰੇਲੀਆ ਵੱਲੋਂ ਇਹ ਲੇਬਲ ਦਿੱਤਾ ਜਾ ਰਿਹਾ ਕਿ ਜੀ ਅਸੀਂ ਮੈਰੀਟਾਈਮ ਸਿਕਿਉਰਿਟੀ ਜਿਹੜੀ ਹੈ ਉਸ ਦੇ ਲਈ ਇੰਡੀਆ ਦੇ ਨਾਲ ਸਾਂਝਾਂ ਪਾ ਰਹੇ। ਅਤੇ ਇਹਨਾਂ ਦਾ ਇਹ ਕਹਿਣਾ ਵੀ ਜਿਹੜੀ ਸਬਮੈਰੀਨ ਔਰ ਸਾਰਾ ਇਹ ਫੀਲਡ ਹੈ ਇਹ ਤਾਂ ਆਲਰੇਡੀ ਉਹਨਾਂ ਦੇ ਕੋਲ ਇੰਡੀਆ ਕੋਲ ਰਸ਼ੀਅਨ ਟੈਕਨੋਲੋਜੀ ਹੈ ਔਰ ਰਸ਼ੀਆ ਜਿਹੜਾ ਉਹ ਜੂਨੀਅਰ ਪਾਰਟਨਰ ਹੈ ਚਾਈਨਾ ਦਾ ਔਰ ਇਹ ਸਾਰੇ ਬ੍ਰਿਕਸ ਐਕਸਿਸ ਦੇ ਵਿੱਚ। ਆਸਟ੍ਰੇਲੀਆਜ਼ ਪ੍ਰਾਇਮਰੀ ਕੰਸਰਨ ਇਨ ਇੰਡੋ ਪੈਸੀਫਿਕ ਰੀਜਨ ਇਜ਼ ਚਾਈਨਾ। ਸੋ ਆਈ ਫੇਲ ਟੂ ਅੰਡਰਸਟੈਂਡ ਦਾ ਲੌਜਿਕ behind trusting India while President Trump's rhetoric has scared off Anglo-sphere countries and they are a little shaken and are looking elsewhere for newer, more balanced ties. ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਈਵਨ ਯੂਰਪੀਅਨ ਐਂਗਲੋਸਫੀਅਰ ਨੂੰ ਵੀ ਦੌੜਾ ਦਿੱਤਾ ਤੇ ਤੁਸੀਂ ਇੰਡੀਆ ਤੇ ਟਰਸਟ ਕਰ ਰਹੇ ਹੋ ਜਿਹੜਾ ਰਸ਼ੀਆ ਦੇ ਨਾਲ ਹੈ ਟੈਕਨੋਲੋਜੀ। ਰਸ਼ੀਆ ਜੂਨੀਅਰ ਪਾਰਟਨਰ ਹੈ ਚਾਈਨਾ ਦੇ ਤੇ ਜਿਹੜਾ ਵੱਡਾ ਐਨਮੀ ਹੈ ਜਿਹਨੂੰ ਡਿਕਲੇਅਰ ਉਹ ਚਾਈਨਾ ਹੈ। ਫਿਰ ਤੁਸੀਂ ਕਿਸ ਕਿਸਮ ਦੀ ਇੰਡੀਆ ਦੇ ਨਾਲ ਜਿਹੜੀ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਉਹਦਾ ਮਤਲਬ ਕੀ ਹੈ? ਇੰਡੀਆ ਇਜ਼ ਨੋਵੇਅਰ ਨੀਅਰ a safe and secure bet. It's going to be largest contributor to instability in coming decades with a weak army vis-a-vis China and even Pakistan after last year's war. So while Australian government might be seeing merits that we don't in this relationship, it remains to be seen
what they actually get out of this really strange leap towards a autocratic regime with a weaker military than its primary adversaries। ਇਹ ਬਹੁਤ ਠੀਕ ਨੁਕਤਾ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਨਜ਼ਰ ਆ ਰਿਹਾ ਵੀ ਇੰਡੀਆ ਦੇ ਪੱਲੇ ਇਕਨੋਮਿਕਲੀ ਪਹਿਲਾਂ ਹੀ ਕੁਛ ਨਹੀਂ ਹੈ, ਜਿਹੜੀ ਟੈਕਨੋਲੋਜੀ ਕਰਕੇ ਤੁਸੀਂ ਨਾਲ ਜੋੜਨਾ ਚਾਹੁੰਦੇ ਹੋ ਉਹ ਤਾਂ ਰਸ਼ੀਆ ਔਰ ਚਾਈਨਾ ਉਹਦੇ ਜਾ ਕੇ ਪੈਰਾਂ 'ਚ ਡਿੱਗਣ ਵਾਲੀ ਗੱਲ ਹੈ। ਸੋ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਵੀ ਇਹਨੂੰ ਸੇਫ ਤੇ ਸਿਕਿਉਰ ਬੈਟ ਕਿਵੇਂ ਆਸਟ੍ਰੇਲੀਆ ਵਾਲੇ ਸਮਝ ਰਹੇ ਨੇ, ਜਦੋਂ ਕਿ ਆਉਣ ਵਾਲੇ ਡੈਕੇਡਸ ਦੇ ਵਿੱਚ ਇਹਦੀ ਆਰਮੀ ਵੀ ਚੀਨ ਦੇ ਮੁਕਾਬਲੇ ਈਵਨ ਪਾਕਿਸਤਾਨ ਤੋਂ ਵੀ ਜੁੱਤੀਆਂ ਖਾਧੀਆਂ ਨੇ ਪਿਛਲੇ ਸਾਲ 'ਚ। ਸੋ ਇਹ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੂੰ ਕਿਹੜੀ ਮੈਰਿਟ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਉਹ ਇਸ ਸਾਰੇ ਦੇ ਵਿੱਚ ਅੱਗੇ ਵੱਧ ਕੇ ਇੱਕ ਆਟੋਕ੍ਰੈਟਿਕ ਰਜੀਮ ਦੇ ਨਾਲ ਜਿਹਦੀ ਇੱਕ ਵੀਕ ਮਿਲਟਰੀ ਹੈ ਉਸ ਨੂੰ ਜਿਹੜਾ ਹੈ ਉਹ ਤਰਜੀਹ ਦੇ ਰਹੇ ਨੇ। ਅੱਛਾ, ਆਈ ਹੋਪ Australian government sees India for what it is and re-evaluate their position on trusting them even for being a namesake military partner, let alone being tested when Australia needs them, because there are countless examples of Indians ditching their partner in middle of a conflict। ਉਹਨਾਂ ਦਾ ਕਹਿਣਾ ਕਿ ਵੀ ਮੈਂ ਇਹ ਆਸ ਕਰਦਾ ਕਿ ਆਸਟ੍ਰੇਲੀਅਨ ਗਵਰਨਮੈਂਟ ਭਾਰਤ ਦੀ ਹਕੀਕਤ ਨੂੰ ਸਮਝੇ, ਰੀਐਵੈਲੂਏਟ ਕਰੇ ਆਪਣੀ ਪੋਜੀਸ਼ਨ ਇਹਦੇ ਬਾਰੇ ਕਿ ਭਾਈ ਇਹ ਤਾਂ ਜਿਹੜਾ ਜੇ ਨੇਮਸੇਕ ਪਾਰਟਨਰ ਵੀ ਬਣਿਆ, ਬਾਕੀ ਤਾਂ ਛੱਡੋ ਉਹਨੇ ਆਸਟ੍ਰੇਲੀਆ ਦੇ ਨਾਲ ਕੀ ਖਲੋਣਾ ਹੈ। ਇਹ ਤਾਂ ਕਿੰਨੀਆਂ ਉਦਾਹਰਨਾਂ ਨੇ ਕਿ ਆਪਣੇ ਪਾਰਟਨਰ ਨੂੰ, ਸਾਥੀ ਨੂੰ ਜਿਹੜਾ ਮੰਝ ਤਾਰ ਦੇ ਵਿੱਚ ਛੱਡ ਕੇ ਇਹ ਦੌੜ ਜਾਂਦੇ ਨੇ। ਸੋ ਇਹ ਉਹਨਾਂ ਦੀ ਵਾਰਨਿੰਗ ਹੈ ਕਿ ਭਾਈ ਆਸਟ੍ਰੇਲੀਅਨ ਗਵਰਨਮੈਂਟਸ ਮਿਸਗਾਈਡਡ ਲਰਚ ਟੁਵਰਡਸ ਇੰਡੀਆ। ਇੱਕ ਉਹਨਾਂ ਦੀ ਲਿਖਤ ਜਿਹੜੀ ਸ਼ਾਇਦ ਉਸ ਤੋਂ ਪਹਿਲਾਂ ਸੀ ਉਹਦੇ 'ਚ, ਕਿਉਂਕਿ ਸਾਡੇ ਨਾਲ ਵੀ ਕੁਝ ਵੀਰ ਭੈਣਾਂ ਕਈ ਵਾਰ ਇਹ ਕਰਦੇ ਨੇ ਕਿ ਜੀ ਤੁਸੀਂ ਉਹਦੇ ਬਾਰੇ ਕਿਉਂ ਕਹਿ ਦਿੱਤਾ, ਇਹਦੇ ਬਾਰੇ ਕਿਉਂ ਕਹਿ ਦਿੱਤਾ, ਉਹਨੇ ਸਾਨੂੰ ਖਾਲਿਸਤਾਨ ਬਣਾ ਕੇ ਦੇਣਾ, ਇਹਨੇ ਸਾਨੂੰ ਖਾਲਿਸਤਾਨ ਬਣਾ। ਇਹ ਠੀਕ ਹੈ, ਅਸੀਂ ਸਮਝਦੇ ਹਾਂ ਕਿ ਵੈਸਟਰਨ ਡੈਮੋਕ੍ਰੇਸੀਜ਼ ਇਨ ਜਨਰਲ, ਅਮਰੀਕਾ ਇਨ ਪਰਟੀਕੂਲਰ ਸਾਡਾ ਵੈਲਿਊ ਸਿਸਟਮ ਪੈਰਲਲ ਰਨ ਕਰਦਾ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸਾਨੂੰ ਤਵੱਕੋ ਹੈ। ਪਰ ਇੱਕ ਗੱਲ ਹਰ ਸਿੱਖ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਜਿਹੜਾ ਅੱਗੇ ਅਸੀਂ ਦੁਹਰਾ ਕੇ ਵੀ ਹਟੇ ਹਾਂ ਕਿ ਭਾਈ ਜਿਹੜਾ ਅਲਟੀਮੇਟਲੀ ਗੁਰੂ ਦੇ ਸਹਾਰੇ ਖਾਲਸੇ ਨੇ ਆਪਣੇ ਬਲਬੂਤੇ ਤੇ 18ਵੀਂ ਸਦੀ 'ਚ ਵੀ ਠੀਕ ਹੈ ਅਲਾਇੰਸ ਕੀਤੇ ਉਹਨਾਂ ਨੇ, ਮੁਗਲਾਂ ਨੂੰ ਵੀ ਹਰਾਇਆ, ਅਫਗਾਨਾਂ ਨੂੰ ਵੀ ਪਾਸੇ ਕੀਤਾ, ਮਰਾਠਿਆਂ ਨੂੰ ਵੀ ਪਾਸੇ ਕੀਤਾ, ਵਕਤੀ ਅਲਾਇੰਸ ਵੀ ਕੀਤੇ, ਪਰ ਫੇਥ ਉਹਨਾਂ ਦਾ ਇਹੀ ਸੀ ਕਿ ਵੀ ਹਮ ਪਾਤਸ਼ਾਹੀ ਸਤਿਗੁਰ ਦੇ, ਕਿ ਸਾਨੂੰ ਗੁਰੂ ਨੇ ਪਾਤਸ਼ਾਹ ਦਿੱਤੀ ਹੈ ਔਰ ਅਸੀਂ ਗੁਰੂ ਦੇ ਸਹਾਰੇ ਈਮਾਨ ਦੇ ਨਾਲ ਅਸੀਂ ਇਸ ਨੂੰ ਲੈਣਾ। ਸੋ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਟਾਈਟਲ ਦਿੱਤਾ ਹੈ ਪ੍ਰੋਫੈਟ ਮੂਸਾ ਟੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸੋ ਬੇਸ਼ੱਕ ਅੱਜ ਜੋ ਯਹੂਦੀ ਜਾਂ ਇਜ਼ਰਾਈਲ ਜੋ ਕਰ ਰਿਹਾ ਫਲਸਤੀਨੀਆਂ ਨਾਲ ਕੰਡੈਮਨੇਬਲ ਹੈ, ਪਰ ਇੱਕ ਐਗਜ਼ਾਮਪਲ ਜਿਹੜੀ ਹਿਸਟਰੀ 'ਚ ਹੈ ਕਿ ਕਿਵੇਂ ਜਿਹੜੇ ਪ੍ਰੋਫਿਟ ਸੀ ਜਿਹੜੇ ਹਜ਼ਰਤ ਮੂਸਾ, ਉਹ ਯਹੂਦੀਆਂ ਨੂੰ ਇਜਿਪਟ ਦੀ ਗੁਲਾਮੀ 'ਚੋਂ ਕੱਢ ਕੇ ਫਰੀडम 'ਚ ਲੈ ਕੇ ਗਏ ਸੀ। ਸੋ ਉਹਨੂੰ ਉਹਨਾਂ ਨੇ ਇੱਕ ਬੇਸ ਐਗਜ਼ਾਮਪਲ ਦੇ ਤੌਰ ਤੇ ਵਰਤਿਆ ਕਿ ਵੀ ਸਾਡੇ ਵੀ ਗੁਲਾਮੀ ਦੇ ਸੰਗਲ ਗੁਰੂ ਕਲਗੀਧਰ ਪਾਤਸ਼ਾਹ ਨੇ ਹੀ ਸਾਨੂੰ ਜਿਹੜਾ ਆਜ਼ਾਦੀ ਬਖਸ਼ਣੀ ਹੈ। ਉਹਨਾਂ ਨੇ ਕਿਹਾ ਕਿ ਵੈਨ ਟੁਡੇ Guru Gobind Singh Ji's sons fight against the Hindutva regime, we should not forget that our Guru Pitaji has liberated us from Brahminical slavery, and he is the one who will make sure it remains that way, just like Prophet Moses liberated his people, the Jews, out of Egyptian pharaonic ਸਲੇਵਰੀ। ਫਰਾਉਨ ਸੀਗੇ ਉਹਨਾਂ ਦੇ ਬਾਦਸ਼ਾਹ, ਉਹਨਾਂ ਨੂੰ ਕਹਿੰਦੇ। ਅੱਛਾ, ਉਹਨਾਂ ਨੇ ਕਿਹਾ ਵੀ ਜਿਵੇਂ ਉਹਦੇ ਫਰਾਉਨ ਦੇ ਕਬਜ਼ੇ 'ਚੋਂ ਕੱਢ ਕੇ ਹਜ਼ਰਤ ਮੂਸਾ ਲੈ ਕੇ ਗਏ, ਇਵੇਂ ਹੀ ਜਿਨ੍ਹਾਂ ਨੇ ਸਾਨੂੰ ਬ੍ਰਾਹਮਣਿਕਲ ਸਲੇਵਰੀ ਚੋਂ ਕੱਢਿਆ ਹੋਇਆ, ਅਸੀਂ ਫਸ ਗਏ, ਕਿਉਂਕਿ ਗੁਰੂ ਨੇ ਤਾਂ ਸਾਨੂੰ ਹਦਾਇਤ ਕੀਤੀ ਸੀ ਕਿ ਭਾਈ ਜਬ ਲਗ ਖਾਲਸਾ ਰਹੇ ਨਿਆਰਾ, तब लग तेज दियो मैं सारा, जाबे गहे बिपरन की रीत मैं ना करो इनकी। बिपर ब्राह्मण ਨੂੰ ਕਹਿੰਦੇ ਨੇ ਕਿ ਜਦੋਂ ਨਿਆਰਾਪਨ ਕਾਇਮ ਹੈ, ਮੇਰਾ ਤੇਜ ਪ੍ਰਤਾਪ ਔਰ ਸਭ ਖਾਲਸੇ ਕੋਲ ਹੈ। ਪਰ ਜਿਸ ਦਿਨ ਖਾਲਸੇ ਨੇ ਬਿਪਰ ਦਾ ਰਸਤਾ ਚੁਣਿਆ, ਬ੍ਰਾਹਮਣ ਦਾ ਰਸਤਾ ਚੁਣਿਆ, ਫਿਰ ਮੇਰਾ ਖਾਲਸੇ ਨਾਲ ਤਾਲੁਕ ਨਹੀਂ। ਉਹਨਾਂ ਨੇ ਕਿਹਾ ਕਿ ਵਾਈਲ ਸਿੱਖ ਸ਼ੁੱਡ engage allies and build relationship with other powers on worldly level, but our take should only be on Guru Pita
ਐਂਡ ਨਾਟ ਔਨ ਅ ਵਰਲਡਲੀ ਪਾਵਰ। ਗੁਰੂ ਪਿਤਾ ਦੇ ਉੱਤੇ ਸਾਡੀ ਟੇਕ ਹੋਣੀ ਚਾਹੀਦੀ ਹੈ। ਬਿਲਕੁਲ It is a flawed argument that a greater worldly force is the only thing that can assist us. Biggest weapon a Sikh has is his undying love and belief in his Guru Pita, that no matter the situation be, it fields of Kuprahida or jungles of Kanuwan, Guru Pitaji has never abandoned his panth and we have bounced back strong. ਉਹਨਾਂ ਨੇ ਕਿਹਾ ਵੀ ਠੀਕ ਹੈ, ਦੁਨੀਆ ਦੀ ਜਿਹੜੀ ਇਹ ਆਰਗੂਮੈਂਟ ਹੈ ਸਾਡੇ ਕੁਝ ਵੀਰਾਂ ਭੈਣਾਂ ਦੀ ਕਿ ਭਾਈ ਜਿਹੜਾ ਇੱਕੋ ਇੱਕ ਵਰਲਡਰੀ ਪਾਵਰ ਦੇ ਉੱਤੇ ਹੀ ਸਾਨੂੰ ਟੇਕ ਰੱਖ ਕੇ ਆਪਣੀ ਆਜ਼ਾਦੀ ਵੱਲ ਦੇਖਣਾ ਚਾਹੀਦਾ ਹੈ। ਅੱਛਾ, ਪਰ ਸਿੱਖਾਂ ਦੇ ਕੋਲ ਜੇ ਕੋਈ ਸਭ ਤੋਂ ਪਾਵਰਫੁਲ ਵੈਪਨ ਹੈ ਉਹ ਗੁਰੂ ਪਿਤਾ ਦੇ ਨਾਲ ਇਸ਼ਕ, ਪਿਆਰ ਔਰ ਉਹਨਾਂ ਦੇ ਉੱਤੇ ਭਰੋਸਾ ਹੈ, ਜਿਹੜੇ ਭਰੋਸੇ ਨਾਲ ਅਸੀਂ ਕੁਪਰਹੀੜਾ ਜਿੱਥੇ ਪਹਿਲਾ ਵੱਡਾ ਘੱਲੂਕਾਰਾ ਹੋਇਆ ਉਸ ਚੋਂ ਅਸੀਂ ਨਿਕਲੇ, ਜਾਂ ਕਾਨੂੰਆਣ ਦਾ ਛੰਭ ਜਿੱਥੇ ਛੋਟਾ ਘੱਲੂਕਾਰਾ ਸੀ ਜਿਹਦੇ ਚੋਂ ਪੰਥ ਸੁਰਖਰੂ ਹੋ ਕੇ ਨਿਕਲਿਆ। ਕਿਉਂਕਿ ਗੁਰੂ ਦਾ ਸਾਡੇ ਨਾਲ ਇਕਰਾਰਨਾਮਾ ਹੈ ਇਹਨਾਂ ਦੇ ਕਹਿਣ ਮੁਤਾਬਕ ਕਿ ਹੀ ਵਿਲ ਨੈਵਰ ਅਬੈਂਡਨ ਦਾ ਪੰਥ, ਉਹ ਕਦੇ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ, ਐਂਡ ਵੀ ਹੈਵ ਬਾਉਂਸਡ ਬੈਕ ਸਟਰੋਂਗ। ਉਹਨਾਂ ਹਾਲਾਤਾਂ 'ਚ ਵੀ ਅਸੀਂ ਮਜ਼ਬੂਤੀ ਦੇ ਨਾਲ ਜਿਹੜਾ ਉਹ ਵਾਪਸ ਮੁੜੇ। I have no doubt freedom is coming, but may Vaheguru bless us with wisdom and guide us forward. Let's not forget civility and respect and move forward as one people, because it's not only about freedom, it's also about we being a nation, and we should start behaving like one, where difference of opinion are respected while we look for our self interest as the ਪੰਥ। ਉਹਨਾਂ ਨੇ ਕਿਹਾ ਜੀ ਇਸ ਬਾਰੇ ਮੈਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਸਾਡੀ ਆਜ਼ਾਦੀ ਆ ਰਹੀ ਹੈ, ਵਾਹਿਗੁਰੂ ਦੀ ਸਾਡੇ ਤੇ ਰਹਿਮਤ ਹੋਏਗੀ, ਪਰ ਸਿਆਣਪ ਦਾ ਪੱਲਾ ਨਾ ਛੱਡੀਏ, ਆਪਸੀ ਸਬੰਧਾਂ ਦੇ ਵਿੱਚ ਵੀ ਸਿਵਿਲਿਟੀ ਤੇ ਰਿਸਪੈਕਟ, ਇੱਕ ਦੂਸਰੇ ਪ੍ਰਤੀ ਸਤਿਕਾਰ ਨੂੰ ਕਾਇਮ ਰੱਖੀਏ, ਇੱਕ ਕੌਮ ਦੇ ਤੌਰ ਤੇ ਅੱਗੇ ਵਧੀਏ। ਇਟਸ ਇਕੱਲੀ ਫਰੀडम ਤੱਕ ਦੀ ਗੱਲ ਨਹੀਂ ਹੈ, ਅਸੀਂ ਇੱਕ ਨੇਸ਼ਨ ਹੈ, ਨੇਸ਼ਨ ਦੇ ਤੌਰ ਦੇ ਉੱਤੇ ਅਸੀਂ ਐਕਟ ਕਰੀਏ ਔਰ ਇਸ ਗੱਲ ਵੱਲ ਧਿਆਨ ਦਈਏ ਕਿ ਜਿਹੜਾ ਡਿਫਰੈਂਸ ਆਫ ਓਪੀਨੀਅਨ ਵੀ ਹੈ, ਇੱਕ ਦੂਸਰੇ ਨਾਲ ਵਿਚਾਰਕ ਮਤਭੇਦ ਵੀ ਨੇ, ਉਹਨਾਂ ਦਾ ਵੀ ਸਤਿਕਾਰ ਕਰੀਏ, ਜਦੋਂ ਕਿ ਸਾਡਾ ਇੰਟਰਸਟ ਐਜ਼ ਏ ਪੰਥ ਹੈ। ਔਰ ਉਹਨਾਂ ਨੇ ਅਖੀਰ 'ਚ ਕਿਹਾ ਤੁਮੇ ਛਾੜ ਕੋਈ ਅਵਰ ਨਾ ਧਿਆਓ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਵਾਹ, ਬਹੁਤ ਬਹੁਤ ਸ਼ੁਕਰੀਆ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡਾ ਡਾਕਟਰ ਸਾਹਿਬ ਤੋਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਸਕੀਰਤ ਸਿੰਘ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਔਰ ਖਾਲਸਾ ਜ਼ਿੰਦਾਬਾਦ। ਔਰ ਜ਼ਿੰਦਾਬਾਦ ਜ਼ਿੰਦਾਬਾਦ। ਅਜੀਪਾਲ ਸਿੰਘ ਜੀ ਵੀ ਜਿਹੜੇ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਮੁਹੰਮਦ ਜਾਕੂਬ ਜੀ ਵੀ ਕਹਿੰਦੇ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤਖਤ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। और खालिस्तान फौजी जी भी, और फिर इसी तरह साढ़े को मोहम्मद याकूब जी फिर कहते हैं आपने सही बोला कि माइट इज राइट, जिसकी लाठी उसकी भैंस। बहुत शुक्रिया। पुराना खान है साडी धरती दा। बिल्कुल। और फिर तुसी रसीदां दिखाई जाओ कि भी मझ मैं खरीद के लियांदी और डांग वाला कहंदा दस किहदी है। बिल्कुल। वो कहंदा हजूर तुहाडी तुहाडी। और बिल्ले सिंह जी ਜਿਹੜੇ ਅੰਗਰੇਜ਼ ਆਪਣੇ ਫੌਜੀਆਂ ਦੇ ਨਿੰਬੂਆਂ ਵਾਂਗ ਨਿਚੋੜ ਖੂਨ ਨੂੰ ਨਹੀਂ ਅੱਜ ਤੱਕ ਨਹੀਂ ਭੁੱਲੇ, ਸਾਨੂੰ ਵੀ ਆਪਣੇ ਖੋਏ ਰਾਜ ਨੂੰ ਨਹੀਂ ਭੁੱਲਣਾ ਚਾਹੀਦਾ। और बिल्कुल ठीक किया तुसी। मोहम्मद याकूब जी जड़े कहने हक सच बोलने का बहुत शुक्रिया, और कहने तारीफ करने में कोई हर्ज नहीं है आप डॉक्टर साहब, और मिस नीलम की तारीफ कर सकते हैं क्योंकि दोनों पक्के खालसा हैं और खालिस्तान के लिए कोशिश कर रहे हैं। ਤੁਹਾਡੇ ਭਰਾਵਾਂ ਦੀਆਂ ਦੁਆਵਾਂ ਔਰ ਤੁਹਾਡੇ ਹੌਸਲਾ ਦੇਣ ਵਾਲੇ ਲਫ਼ਜ਼ ਸਾਡਾ ਸਰਮਾਇਆ ਨੇ। ਤਾਰੀਫ ਤਾਂ ਉਸ ਸੋਹਣੇ ਰੱਬ ਦੀ ਹੈ ਜਿਨੇ ਸਾਨੂੰ ਹਿੰਮਤ ਦਿੱਤੀ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ सच हक इंसाफ के लिए। बिल्कुल। कहने दोषी का मतलब है मेरे ख्याल से जुर्म मुजलिम और दोष गुनाह करने वाला कल्प्रिट जी। और फिर कहने मेरी आपसे रिक्वेस्ट है कि उर्दू
कि लफ्ज़ भी ज़्यादा से ज़्यादा बोला करें। बहुत शुक्रिया। मैं किसी ज़ुबान के ख़िलाफ़ नहीं हूँ। पंजाबी तो मेरी अपनी माँ बोली है। नहीं देखो, लफज ਹੁਣ मैं शब्द भी ਵਰਤ ਸਕਦਾ ਹਾਂ, लेकिन मैं लफज ਵਰਤਦਾ क्योंकि ਮੈਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਸਾਡੇ ਵਿਊਅਰਸ ਦੇ ਵਿੱਚ ਸਾਡੇ ਕਾਫੀ ਵੱਡੀ ਗਿਣਤੀ 'ਚ ਪਾਕਿਸਤਾਨੀ ਭਰਾ ਭੈਣਾਂ ਜੁੜਦੇ ਨੇ। ਲੇਕਿਨ ਜਿਨ੍ਹਾਂ ਲਫ਼ਜ਼ਾਂ ਦੇ ਲਈ ਸਾਡਾ ਆਪਣੀ ਜ਼ਬਾਨ ਦਾ ਢੁਕਵਾਂ ਲਫ਼ਜ਼ ਹੈ, ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕੁਝ ਥੋੜ੍ਹਾ ਬਹੁਤ ਇਹਨੂੰ ਅਸੀਂ ਲਹਿਜਾ ਕਹਿੰਦੇ ਹਾਂ, ਮਝੈਲੀ, ਮਲਵਈ, ਦੁਆਬਾ, ਲਹਿੰਦਾ ਪੰਜਾਬ, ਝਾਂਗੀ, ਮੁਲਤਾਨੀ, ਈਵਨ ਵਿਦਨ ਪੰਜਾਬੀ ਵੀ ਆਪਣੇ ਲਫ਼ਜ਼ ਨੇ। ਹਾਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ 'ਤੇ ਢੁਕਵਾਂ ਉਰਦੂ ਲਫ਼ਜ਼, ਔਰ ਕਈ ਵਾਰ ਜੇ ਉਰਦੂ ਨਾ ਹੋਏ ਤਾਂ ਮੈਂ ਅੰਗਰੇਜ਼ੀ ਲਫ਼ਜ਼ ਵੀ ਇਸਤੇਮਾਲ ਕਰਦਾ ਹਾਂ, ਜਿਹੜਾ ਕਿ ਕਾਮਨ ਸਾਰੀਆਂ ਜ਼ਬਾਨਾਂ ਦੇ ਵਿੱਚ ਇਸਤੇਮਾਲ ਹੁੰਦਾ। ਬਿਲਕੁਲ। ਬਸਰਾ ਜੀ ਵੀ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਸ਼ਾਹਜਹਾਂ ਜਾਵੇਦ ਜੀ ਜਿਹੜੇ ਨੇ ਉਹ ਕਹਿੰਦੇ ਕਿ ਵਰਲਡ ਨੰਬਰ 1 ਐਨਾਲਿਸਿਸ ਔਨ ਕਰੰਟ ਅਫੇਅਰਸ ਇਨ ਪੰਜਾਬੀ ਓਨਲੀ ਔਨ ਟੀਵੀ 84। ਥੈਂਕਸ ਡਾਕਟਰ ਸਾਹਿਬ, ਮੇ ਅੱਲਾ ਬਲੈਸ ਯੂ ਐਂਡ ਪ੍ਰੋਟੈਕਟ। ਬਹੁਤ ਮਿਹਰਬਾਨੀ। ਐਂਡ ਫਿਰ ਸਤਿੰਦਰ ਸਿੰਘ ਜੀ ਵੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ, ਔਰ ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਹੁਣ ਆਪਾਂ ਜਿਹੜੇ ਟੀਵੀ 84 USA ਵੱਲ ਚੱਲਦੇ ਹਾਂ, ਉੱਥੇ ਵੀ ਆਪਣੇ ਵਿਊਅਰਸ ਦੇ ਮੈਸੇਜ ਪੜ੍ਹਦੇ ਹਾਂ। ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਕੋਲ ਪਹਿਲੇ ਵਿਊਅਰ ਨੇ ਇਹਦੇ ਵਿੱਚ ਗੁਸਕੇ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਵੀ, ਸੋਨਮਹਿਲ ਜੀ ਵੀ, ਔਰ ਗਿੱਲੀ ਜਾਰ ਜੀ ਵੀ, ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਹੈਗੇ ਨੇ ਸੁਖਜੀਵਨ ਬੱਚੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਪੰਡਤ ਰਾਜ ਜਿਹੜੇ ਨੇ ਉਹ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਸਕੇ, ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ, ਔਰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ। ਔਰ ਇੰਦਰਜੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਮਿਸਰਾ ਸਿੰਘ ਜੀ ਵੀ, ਜਗਪਾਲ ਸਿੰਘ ਜੀ ਵੀ, ਸੁਰਮੁਖ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਤੇਜ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਮੁਖ ਸਿੰਘ ਜੀ ਵੀ ਇਹ ਫਤਿਹ ਬੁਲਾਉਂਦੇ ਨੇ। ਕੁਲਦੀਪ ਜੀ ਵੀ, ਔਰ ਫਿਰ ਇਸ ਤਰ੍ਹਾਂ ਬ੍ਰਾਹਮਲੀਨ ਭਿੰਦਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਰਾਜਵਿੰਦਰ ਕੌਰ ਜੀ ਵੀ, ਔਰ ਨੂਪਾ ਜੀ ਵੀ, ਔਰ ਮਾਈ ਪਲਵਿੰਦਰ ਸਿੰਘ ਜੀ ਵੀ, ਔਰ ਦਲਜੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਸਤਿੰਦਰ ਸਿੰਘ ਜੀ ਵੀ, ਔਰ ਧਰਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਭਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।